ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਗੱਲ ਤੁਹਾਡੇ ਨਾਲ ਤੋਰੀ ਹੈ ਕਿ ਅੱਜ ਭੂਤਾਂ ਪ੍ਰੇਤਾਂ ਦੇ ਸਿਲਸਿਲੇ ਦੇ ਵਿੱਚ ਗੱਲਬਾਤ ਕਰਨੀ ਹੈ ਕਿ ਭੂਤਾਂ ਪ੍ਰੇਤਾਂ ਦੀ ਹੋਂਦ ਹੈ ਜਾਂ ਨਹੀਂ ਹੈ। ਬੇਸ਼ੱਕ ਇਹਦੇ ਬਾਰੇ ਡਿਬੇਟ ਚੱਲਦੀ ਰਹਿੰਦੀ ਹੈ। ਕਹਿੰਦੇ ਕਿ ਇਹ ਵਿਸ਼ਵਾਸ ਵਿਸ਼ਵਾਸ ਕਰਨ ਦੀਆਂ ਗੱਲਾਂ ਨੇ। ਜਿਹੜੇ ਵਿਸ਼ਵਾਸ ਕਰਦੇ ਨੇ ਉਹਨਾਂ ਨੂੰ ਦਿਸਦੇ ਵੀ ਨੇ, ਉਹਨਾਂ ਨੂੰ ਸੁਣਦੇ ਵੀ ਨੇ। ਜਿਹੜੇ ਨਹੀਂ ਵਿਸ਼ਵਾਸ ਕਰਦੇ ਉਹ ਕਹਿੰਦੇ ਕਿ ਵੀ ਇਹੋ ਜਿਹੀ ਕੋਈ ਚੀਜ਼ ਜਿਹੜੀ ਆ ਹੋਂਦ ਦੇ ਵਿੱਚ ਹੈ ਹੀ ਨਹੀਂ, ਐਗਜ਼ਿਸਟ ਨਹੀਂ ਕਰਦੀ। ਖੈਰ, ਇਹਦੇ ਬਾਰੇ ਅੱਜ ਡਿਟੇਲ ਦੇ ਵਿੱਚ ਗੱਲਬਾਤ ਅਸੀਂ ਕਰਾਂਗੇ। ਮੈਂ ਆਪਣੇ ਨਾਲ ਸ਼ਾਮਿਲ ਕਰ ਰਹੀ ਹਾਂ ਪਿਛਲੇ 38 ਸਾਲਾਂ ਤੋਂ ਤਰਕਸ਼ੀਲ ਸੁਸਾਇਟੀ ਆਫ ਪੰਜਾਬ ਦੇ ਵਿੱਚ ਕੰਮ ਕਰਦੇ ਰਹੇ ਨੇ ਅਤੇ ਇਸ ਵੇਲੇ ਵੀ ਕਰ ਰਹੇ ਨੇ ਮਾਸਟਰ ਰਜਿੰਦਰ ਭਦੌੜ ਜੀ। ਜੀ ਆਇਆਂ ਨੂੰ। ਸ਼ੁਕਰੀਆ ਨਵਜੋਤ ਜੀ, ਤੁਹਾਡਾ ਵੀ ਅਤੇ ਜਿਹੜੇ ਆਪਣਾ ਕੀਮਤੀ ਸਮਾਂ ਸਾਡੇ ਪ੍ਰੋਗਰਾਮ ਲਈ ਕੱਢ ਰਹੇ ਨੇ ਸਰੋਤੇ, ਉਹਨਾਂ ਦਾ ਵੀ। ਮੈਂ ਥੋੜ੍ਹਾ ਜਿਹਾ ਤੁਹਾਡੇ ਬਾਰੇ ਜਾਣਨਾ ਚਾਹੁੰਦੀ ਹਾਂ ਕਿਉਂ ਮੈਨੂੰ ਇੰਨਾ ਪਤਾ ਕਿ ਤੁਸੀਂ ਸਕੂਲ ਦੇ ਵਿੱਚ ਪੜ੍ਹਾਉਂਦੇ ਰਹੇ ਹੋ, ਤੁਸੀਂ ਯੂਥ ਦੇ ਨਾਲ ਜੁੜੇ ਹੋਏ ਹੋ। ਇਸ ਵੇਲੇ ਤਰਕਸ਼ੀਲ ਸੁਸਾਇਟੀ ਆਫ ਪੰਜਾਬ ਦੇ ਵਿੱਚ ਜਿਹੜਾ ਸਟੂਡੈਂਟਸ ਅਵੇਅਰਨੈਸ ਡਿਪਾਰਟਮੈਂਟ ਹੈ ਜੀ, ਵਿਦਿਆਰਥੀ ਚੇਤਨਾ ਵਿਭਾਗ, ਤੁਸੀਂ ਖਾਸ ਕਰਕੇ ਉਹਦੇ ਨਾਲ ਜੁੜੇ ਹੋਏ ਹੋ ਜੀ। ਬੜੀ ਵਾਰੀ ਅਸੀਂ ਇੱਥੇ ਹੋਰ ਸਾਡੇ ਤਰਕਸ਼ੀਲ ਸਾਥੀ ਹੈਗੇ, ਦੋਸਤ ਹੈਗੇ, ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ। ਉਹਨਾਂ ਦੇ ਬੜੇ ਵੱਖੋ ਵੱਖਰੇ ਤਜਰਬੇ ਹੁੰਦੇ ਜ਼ਿੰਦਗੀ ਦੇ ਵਿੱਚ, ਜਿਸ ਕਰਕੇ ਉਹ ਇਸ ਰਾਹ ਦੇ ਉੱਤੇ ਤੁਰ ਪੈਂਦੇ ਹੈਗੇ ਆ। ਕੁਝ ਚੀਜ਼ਾਂ ਮੈਂ ਤੁਹਾਡੇ ਕੋਲੋਂ ਜਾਣਨੀਆਂ ਜ਼ਰੂਰ ਚਾਹੂੰਗੀ, ਤੁਹਾਡੇ ਬਾਰੇ ਵੀ। ਪਰ ਉਸ ਤੋਂ ਪਹਿਲਾਂ ਜੇ ਥੋੜ੍ਹਾ ਜਿਹਾ ਤੁਸੀਂ ਡਿਸਕਰਾਈਬ ਕਰ ਸਕੋ ਕਿ ਜਦੋਂ ਅਸੀਂ ਤਰਕਸ਼ੀਲਤਾ ਕਹਿੰਦੇ ਹਾਂ, ਰੈਸ਼ਨੈਲਿਟੀ ਕਹਿੰਦੇ ਹਾਂ, ਇਹਦੇ ਬਾਰੇ ਤਾਂ ਵੱਖ-ਵੱਖ ਖਿਆਲ ਨਹੀਂ ਨਾ ਹੋ ਸਕਦੇ। ਉਹਦੇ 'ਤੇ ਤਾਂ ਸਾਡੀ ਸਹਿਮਤੀ ਹੋਣੀ ਚਾਹੀਦੀ ਹੈ ਕਿ ਤਰਕਸ਼ੀਲਤਾ ਹੈ ਕੀ ਆ। ਜੀ, ਦੇਖੋ ਨਵਜੋਤ ਜੀ, ਤਰਕਸ਼ੀਲਤਾ ਦਾ ਮਤਲਬ ਹੈ ਕਿ ਤੁਸੀਂ ਕਿਸੇ ਵੀ ਵਰਤਾਰੇ ਨੂੰ ਤਰਕ ਦੇ ਆਧਾਰ 'ਤੇ ਉਹਦੀ ਤੁਸੀਂ ਪਰਖ ਕਰਨੀ ਆ, ਵਿਗਿਆਨਕ ਆਧਾਰ 'ਤੇ ਪਰਖ ਕਰਨੀ ਹੈ। ਤੁਹਾਡਾ ਤਰਕ ਵੀ ਹੈ ਜਿਹੜਾ ਉਹ ਵਿਗਿਆਨ 'ਤੇ ਆਧਾਰਿਤ ਹੋਣਾ ਚਾਹੀਦਾ। ਤੁਸੀਂ ਕਿਸੇ ਵੀ ਗੱਲ 'ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਉਹਦੀ ਜੇ ਪੜਤਾਲ ਕਰੋਗੇ ਤਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਤੁਹਾਡੀ ਸੋਚ ਤਰਕਸ਼ੀਲ ਹੈ। ਨਹੀਂ ਤਾਂ ਸਾਡੇ ਸਮਾਜ ਦੇ ਵਿੱਚ ਵਿਸ਼ਵਾਸ ਅਤੇ ਸ਼ਰਧਾ ਸ਼ਬਦ ਨੂੰ ਇੱਕੋ ਲੈਵਲ 'ਤੇ ਵਰਤ ਲਿਆ ਜਾਂਦਾ ਹੈ। ਕਿਹਾ ਜਾਂਦਾ ਨਾ ਕਿ ਮੈਨੂੰ ਇਸ ਗੱਲ 'ਚ ਵਿਸ਼ਵਾਸ ਹੈ, ਉਹ ਪਰਖਿਆ ਨਹੀਂ ਹੁੰਦਾ। ਅਸਲ 'ਚ ਉਹਦੇ 'ਚ ਸ਼ਰਧਾ ਹੁੰਦੀ ਹੈ। ਅੱਛਾ, ਹਾਂ। ਵਿਸ਼ਵਾਸ ਦਾ ਮਤਲਬ ਕਿ ਕਿਸੇ ਵੀ ਚੀਜ਼ ਨੂੰ ਤੁਸੀਂ ਜਦੋਂ ਵਾਰ-ਵਾਰ ਪਰਖੋ ਉਹਦਾ ਇੱਕੋ ਹੀ ਰਿਜ਼ਲਟ ਆਵੇ। ਤੁਸੀਂ ਪਰਖੋ ਉਹਨੂੰ, ਮੈਂ ਪਰਖਾਂ, ਕੋਈ ਤੀਸਰਾ ਉਸ ਨੂੰ ਪਰਖ ਕਰੇ ਤਾਂ ਉਹਦਾ ਰਿਜ਼ਲਟ ਸੇਮ ਆਵੇ, ਫਿਰ ਉਹ ਚੀਜ਼ ਸੱਚ ਹੁੰਦੀ ਹੈ, ਵਿਸ਼ਵਾਸਯੋਗ ਹੁੰਦੀ ਹੈ, ਸਹੀ ਹੁੰਦੀ ਹੈ। ਪਰ ਜਿਹੜਾ ਵਿਸ਼ਵਾਸ ਆ, ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਵੀ ਜਿਹੜਾ ਉਹਨੂੰ ਅਸੀਂ ਪਰਖ ਸਕੀਏ ਜੀ, ਹੈ ਨਾ, ਉਹ ਤਾਂ ਹਰ ਇੱਕ ਵਿਅਕਤੀ ਦਾ ਵੱਖਰਾ ਵੱਖਰਾ ਹੁੰਦਾ। ਆਪੋ ਆਪਣੇ ਤਜਰਬੇ ਹੁੰਦੇ ਆ, ਆਪੋ ਆਪਣੇ ਸਾਡੇ ਸੰਸਕਾਰ ਹੁੰਦੇ ਆ, ਆਪੋ ਆਪਣਾ ਸਾਡਾ ਮਾਹੌਲ ਹੁੰਦਾ ਆ। ਪੰਜਾਬ ਦੇ ਵਿੱਚ ਵੱਖਰੀ ਤਰ੍ਹਾਂ ਦੇ ਵਿਸ਼ਵਾਸ ਹੋ ਸਕਦੇ ਆ, ਇੱਥੇ ਵੱਖਰੀ ਤਰ੍ਹਾਂ ਦੇ ਵਿਸ਼ਵਾਸ ਹੋ ਸਕਦੇ ਆ। ਆਲੇ ਦੁਆਲੇ ਜਿਹੜਾ ਜਿਹੋ ਜਿਹੀ ਵੀ ਸਾਨੂੰ ਫੀਡ ਮਿਲ ਰਹੀ ਹੈ, ਜਿਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ, ਸਾਡੇ ਵਿਸ਼ਵਾਸ ਉਹਦੇ ਆਧਾਰ 'ਤੇ ਹੀ ਬਣਨਗੇ ਨਾ। ਹਾਂ, ਮੈਂ ਇਹੀ ਗੱਲ ਕਹਿ ਰਿਹਾ ਸੀ। ਅਸਲ 'ਚ ਮੇਰਾ ਪੁਆਇੰਟ ਹੀ ਇੱਥੋਂ ਸੀ ਕਿ ਕੁਐਸਚਨ ਹੋਰ ਵੱਡਾ ਹੋ ਜੇ। ਵੱਖ-ਵੱਖ ਥਾਵਾਂ 'ਤੇ ਰਹਿਣ ਵਾਲੇ ਜਿਹੜੇ ਲੋਕਾਂ ਦੇ ਵਿਸ਼ਵਾਸ ਹੁੰਦੇ ਆ, ਅਸਲ 'ਚ ਵਿਸ਼ਵਾਸ ਨਹੀਂ ਹੁੰਦੇ। ਵਿਸ਼ਵਾਸ ਹੁੰਦਾ ਕਿ ਤੁਸੀਂ ਪਰਖ ਲਿਆ, ਪਰਖ ਕਰਨ ਤੋਂ ਬਾਅਦ ਉਹਦੇ 'ਚ ਵਿਸ਼ਵਾਸ ਕਰ ਲਿਆ। ਇੱਕ ਤੁਹਾਨੂੰ ਦੱਸ ਦਿੱਤੀ ਗੱਲ ਕਿ ਆ ਇਸ ਤਰ੍ਹਾਂ ਹੁੰਦਾ, ਇਸ ਤਰ੍ਹਾਂ ਹੁੰਦਾ, ਇਸ ਤਰ੍ਹਾਂ ਹੁੰਦਾ, ਅਤੇ ਅਸੀਂ ਉਹਦੇ 'ਤੇ ਵਿਸ਼ਵਾਸ ਕਰ ਲਿਆ। ਤਾਂ ਉਹ ਵਿਸ਼ਵਾਸ ਜਿਹੜਾ ਪਰਖਿਆ ਨਹੀਂ ਹੁੰਦਾ, ਜਾਂ ਉਹ ਵਿਸ਼ਵਾਸ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਜਿਹਨੂੰ ਅਸੀਂ ਵਾਰ-ਵਾਰ ਕੋਈ ਕਿਰਿਆ ABC ਕਹਿ ਲਓ, ਜੇ ਆਪਾਂ ਇਹ ਕਹਿ ਲਈਏ ਕਿ ਪਾਣੀ ਦਾ ਜੇ ਅਸੀਂ ਸਾਇੰਟੀਫਿਕਲੀ ਨਿਖੇੜ ਕਰਾਂਗੇ ਤਾਂ ਹਰ ਥਾਂ 'ਤੇ ਜਾ ਕੇ ਉਹ ਹਾਈਡਰੋਜਨ ਅਤੇ ਆਕਸੀਜਨ 'ਚ ਹੀ ਟੁੱਟੇਗਾ, ਉਹ ਹੀ ਬਣੇਗਾ ਜੀ। ਜਾਂ ਵਿਸ਼ੇਸ਼ ਹਾਲਤ 'ਚ ਆਕਸੀਜਨ ਅਤੇ ਹਾਈਡਰੋਜਨ ਮਿਲਾਵਾਂਗੇ ਤਾਂ ਪਾਣੀ ਹੀ ਬਣੇਗਾ। ਇਹ ਵਿਸ਼ਵਾਸ ਕਰਨ ਵਾਲੀ ਗੱਲ ਆ। ਪਰ ਕਿਉਂਕਿ ਸਾਡੇ ਸਮਾਜ 'ਚ ਸ਼ਬਦ ਨੂੰ ਇੰਨਾ ਸ਼ਰਧਾ ਅਤੇ ਉਸ ਗੱਲ ਨਾਲ ਰਲਗੱਡ ਕਰ ਦਿੱਤਾ ਕਿ ਇਹਨੂੰ ਅਸੀਂ ਵਖਰਿਆ ਨਹੀਂ ਰਹੇ, ਜਿਹੜਾ ਵਖਰਿਆਉਣਾ ਚਾਹੀਦਾ। ਕਿਉਂਕਿ ਕਿਸੇ ਨੇ ਦੱਸਿਆ ਕਿ ਭੂਤ ਹੁੰਦੇ ਆ ਅਤੇ ਉਹਨੇ ਉਹਦੇ 'ਤੇ ਵਿਸ਼ਵਾਸ ਕਰ ਲਿਆ। ਹੁੰਦੇ ਕਿਵੇਂ ਆ, ਉਹਨੂੰ ਪ੍ਰੂਵ ਕਰਨ ਦੇ ਲਈ ਸਾਡੇ ਕੋਲ ਕੁਛ ਦਲੀਲ, ਕੁਛ ਉਹ ਜਿਹੇ ਆਧਾਰ ਹੋਣੇ ਜ਼ਰੂਰੀ ਆ ਜਿਨ੍ਹਾਂ ਦੇ ਆਧਾਰ 'ਤੇ ਪਰਖਿਆ ਜਾ ਸਕੇ। ਅਤੇ ਉਹਨੂੰ ਕੋਈ ਵੀ ਪਰਖ ਲਵੇ। ਜਦੋਂ ਕਿਸੇ ਦੇ ਵੀ ਹਰ ਇੱਕ ਦੇ ਪਰਖ ਕਰਨ ਤੋਂ ਬਾਅਦ ਉਹ ਇੱਕ ਰਿਜ਼ਲਟ 'ਤੇ ਚੀਜ਼ ਪਹੁੰਚਦੀ ਆ, ਅਸਲ 'ਚ ਉਹ ਚੀਜ਼ ਵਿਸ਼ਵਾਸ ਕਰਨਯੋਗ ਹੁੰਦੀ ਹੈ। ਉਸ ਤੋਂ ਪਹਿਲਾਂ ਤਾਂ ਸਾਡੀ ਉਹਦੇ 'ਚ ਸ਼ਰਧਾ ਹੀ ਹੁੰਦੀ ਹੈ ਕਿ ਜਿਵੇਂ ਉਪਦੇਸ਼ ਦਿੱਤਾ ਅਸੀਂ ਮੰਨ ਲਿਆ। ਅਸੀਂ ਉਹਨੂੰ ਚਾਹੇ ਵਿਸ਼ਵਾਸ ਸ਼ਬਦ ਕਹਿ ਲੈਂਦੇ ਹਾਂ, ਪਰ ਹੁੰਦੀ ਸ਼ਰਧਾ ਹੀ ਆ। ਸੋ ਰੈਸ਼ਨੈਲਿਟੀ ਜਾਂ ਆਪਾਂ ਕਹਿ ਦਈਏ ਕਿ ਜਿਹੜੀ ਤਰਕਸ਼ੀਲਤਾ ਹੈ ਉਹ ਸਾਇੰਟੀਫਿਕ ਹੈ, ਪਿਓਰਲੀ ਸਾਇੰਟੀਫਿਕ ਹੈ। ਇਜ਼ ਦੈਟ ਰਾਈਟ? ਰਾਈਟ। ਅਤੇ ਜੇ ਆਪਾਂ ਇਸ ਵਿਸ਼ਵਾਸ ਨੂੰ, ਜਿਹਨੂੰ ਮੈਂ ਕਹਿ ਰਹੀ ਕਿ ਸਾਡੇ ਵਿਸ਼ਵਾਸ ਹੁੰਦਾ, ਵਿਸ਼ਵਾਸ ਤੋਂ ਆਪੋਜ਼ਿਟ ਜੇ ਸ਼ਬਦ ਦਾ ਇਸਤੇਮਾਲ ਕਰਨਾ ਹੋਵੇ, ਉਹਨੂੰ ਫਿਰ ਤੁਸੀਂ ਕੀ ਕਹਿੰਦੇ ਹੋ? ਉਹਨੂੰ ਉਂਝ ਤਾਂ ਫਿਰ ਅੰਧ ਵਿਸ਼ਵਾਸ ਕਹਾਂਗੇ। ਬਿਨਾਂ ਪੜਤਾਲਿਆ ਵਿਸ਼ਵਾਸ ਅੰਧ ਵਿਸ਼ਵਾਸ, ਜਿਹਦੀ ਅਸੀਂ ਪੜਤਾਲ ਕਰਨ ਤੋਂ ਬਿਨਾਂ ਹੀ ਮੰਨ ਲਿਆ। ਵਹਿਮ ਵੀ ਹੋ ਸਕਦਾ।
ਵਹਿਮ ਵੀ ਥੋੜਾ ਜਿਹਾ ਹੋਰ ਸ਼੍ਰੇਣੀ 'ਚ ਚਲਿਆ ਜਾਂਦਾ। ਅੱਛਾ, ਅੰਧ ਵਿਸ਼ਵਾਸ। ਖੈਰ ਇਹਨਾਂ ਗੱਲਾਂ ਬਾਰੇ ਆਪਾਂ ਹੋਰ ਡਿਟੇਲ 'ਚ ਗੱਲ ਕਰਨੀ ਚਾਹਾਂਗੇ ਕਿ ਬੜੇ ਇੰਟਰਸਟਿੰਗ ਸ਼ਬਦ ਆ, ਵਹਿਮ ਆ, ਭਰਮ ਆ, ਵਿਸ਼ਵਾਸ ਹੈ, ਸ਼ਰਧਾ ਆ, ਭਗਤੀ ਆ, ਅੰਧ ਵਿਸ਼ਵਾਸ ਆ। ਇਹਨਾਂ ਆਪਾਂ ਸ਼ਬਦਾਂ ਦਾ ਇਹਨਾਂ 5 ਮਿੰਟਾਂ ਦੇ ਵਿੱਚ ਹੀ ਇਸਤੇਮਾਲ ਕੀਤਾ, ਪਰ ਇਹ ਵੱਖੋ ਵੱਖਰੀ ਟੋਨ ਦੇ ਵਿੱਚ ਜ਼ਰੂਰ ਵਰਤੇ ਜਾਂਦੇ ਹੋਣਗੇ। ਇੱਕ ਦੋ ਗੱਲਾਂ ਤੁਹਾਡੇ ਬਾਰੇ ਸਾਡੇ ਸੁਣਨ ਵਾਲੇ ਜ਼ਰੂਰ ਜਾਣਨਾ ਚਾਹਣਗੇ ਕਿ ਤੁਹਾਡਾ ਇਹ ਜਿਹੜਾ ਤਰਕਸ਼ੀਲਤਾ ਦੀ ਲਾਈਨ ਦੇ ਉੱਤੇ ਤੁਰਨ ਦਾ ਸਬੱਬ ਕਿਵੇਂ ਬਣਿਆ? ਕਿ ਮਾਹੌਲ ਘਰ ਦੇ ਵਿੱਚ ਇਸ ਤਰ੍ਹਾਂ ਦਾ ਸੀ ਜਾਂ ਕੋਈ ਇਹੋ ਜਿਹੀ ਚੀਜ਼ ਸੀ ਜਿਹਨੇ ਤੁਹਾਨੂੰ ਜਗਾਇਆ ਕਿ ਭਾਈ ਨਹੀਂ, ਮੈਂ ਸਾਇੰਟੀਫਿਕ ਬੇਸ ਹੀ ਲੱਭਣਾ, ਜੋ ਗੱਲਾਂ ਮੈਨੂੰ ਆਲੇ ਦੁਆਲੇ ਮਿਲ ਰਹੀਆਂ ਨੇ, ਜਿਹੜੇ ਮੇਰੇ ਵਿਸ਼ਵਾਸ ਬਣਾਏ ਜਾ ਰਹੇ ਨੇ, ਮੈਂ ਇਹਨਾਂ ਨੂੰ ਚੈਲੰਜ ਕਰਨਾ। ਹਾਊ ਡਿਡ ਦੈਟ ਹੈਪਨ? ਓਕੇ, ਘਰ ਦਾ ਮਾਹੌਲ ਨੋਰਮਲ ਸੀ। ਆਪਾਂ ਇਹ ਨਹੀਂ ਕਹਿ ਸਕਦੇ ਕਿ ਵਿਸ਼ਵਾਸ ਜਾਂ ਅੰਧ ਵਿਸ਼ਵਾਸੀ ਸੀ ਜਾਂ ਵਿਗਿਆਨਕ ਸੀ, ਇੱਦਾਂ ਦਾ ਨਹੀਂ। ਜਿਸ ਤਰ੍ਹਾਂ ਦਾ ਆਮ ਇੱਕ ਕਿਸਾਨੀ ਪਰਿਵਾਰ ਦਾ ਸੋਚਣ ਢੰਗ ਹੁੰਦਾ, ਨਜ਼ਰੀਆ ਹੁੰਦਾ, ਉਹੋ ਜਿਹਾ ਹੀ ਸੀ। ਪਰਿਵਾਰ ਦੀਆਂ ਹਾਲਤਾਂ ਕਰਕੇ ਕੁਛ ਨੌਕਰੀ ਦੀ ਲੋੜ ਬਹੁਤ ਜਲਦੀ ਸੀ ਜ਼ਿੰਦਗੀ 'ਚ, ਤੇ ਜਿਹਦੇ 'ਚ 10ਵੀਂ ਪਾਸ ਕਰਨ ਤੋਂ ਬਾਅਦ ਤੁਰੰਤ ਹੀ 2 ਸਾਲ ਦਾ ਆਰਟ ਐਂਡ ਕਰਾਫਟ ਦਾ ਡਿਪਲੋਮਾ ਸ਼ੁਰੂ ਕਰ ਲਿਆ ਕਹਿ ਲਓ। ਠੀਕ ਹੈ। ਉਹਦੇ 'ਚ ਕੀ ਵਾਪਰਿਆ ਕਿ ਜਿਵੇਂ ਹਰ ਵਿਦਿਆਰਥੀ ਦੀ ਇੱਛਾ ਹੁੰਦੀ ਹੈ ਕਿ ਬਹੁਤ ਸਾਰੇ ਨੰਬਰ ਆਉਣ। 1978 ਦੀ ਗੱਲ ਆ ਕਿ ਨਾਭੇ ਪੜ੍ਹਦੇ ਸੀਗੇ, ਮੈਂ ਤੇ ਮੇਰਾ ਦੋਸਤ, ਅਸੀਂ ਦੋਨੋਂ ਇੱਕ ਉੱਥੇ ਘੋੜਿਆਂ ਵਾਲਾ ਗੁਰਦੁਆਰਾ ਮਸ਼ਹੂਰ ਹੈ, ਉੱਥੇ ਮਿੱਟੀ ਦੇ ਖਿਡੌਣੇ, ਘੋੜੇ ਸੁੱਖਾਂ ਸੁੱਖਦੇ ਆ ਲੋਕੀ ਆਪਣੀਆਂ ਮੰਨਤਾਂ ਮੰਨਣ ਲਈ। ਕੋਈ 2 ਸੁੱਖ ਲੈਂਦਾ, ਕੋਈ 4 ਸੁੱਖ ਲੈਂਦਾ। ਉਸ ਵੇਲੇ ਦੇ ਉਹ 2 ਘੋੜੇ ਮਿੱਟੀ ਦੇ 1 ਰੁਪਏ ਦੇ ਮਿਲਦੇ ਸੀ। ਅੱਛਾ। ਮੈਂ ਤੇ ਮੇਰੇ ਦੋਸਤ ਨੇ ਦੋਨਾਂ ਨੇ ਸੁੱਖ ਲਿਆ ਕਿ ਬਈ ਫਸਟ ਡਿਵੀਜ਼ਨ ਆ ਜੇ। 80% 90 ਨਹੀਂ ਹੁੰਦੇ ਸੀ, 76 ਦੀ 78 ਦੀ ਗੱਲ ਹੈ। ਕਿਹੜੀ ਕਲਾਸ 'ਚ ਪੜ੍ਹਦੇ ਸੀ? ਆਰਟ ਐਂਡ ਕਰਾਫਟ ਦਾ ਡਿਪਲੋਮੇ ਦੇ ਦੌਰਾਨ, ਫਾਈਨਲ ਈਅਰ, 10ਵੀਂ ਕਰਨ ਤੋਂ ਬਾਅਦ 2 ਸਾਲ ਬਾਅਦ ਵੀ ਫਸਟ ਡਿਵੀਜ਼ਨ ਆ ਜੀ, ਕਿਉਂਕਿ ਫਸਟ ਵੱਡੀ ਚੀਜ਼ ਮੰਨੀ ਜਾਂਦੀ ਸੀ। ਫਸਟ ਦਾ ਮਤਲਬ 60%। ਹਾਂ। ਚਲੋ ਉਹ ਅਸੀਂ ਸੁੱਖਾ ਸੁੱਖੀਆਂ ਪੇਪਰ ਦਿੱਤੇ, ਘਰੋਂ ਘਰੀ ਚਲੇ ਗਏ। ਹੋਇਆ ਕੀ ਕਿ 1978 ਦੇ ਵਿੱਚ ਹੀ ਇੱਕ ਬੇਰੁਜ਼ਗਾਰਾਂ ਦਾ ਸੰਘਰਸ਼ ਚੱਲਿਆ ਨੌਕਰੀਆਂ ਲੈਣ ਲਈ। ਅੱਛਾ। ਪੰਜਾਬ ਦੇ ਅੰਦਰ ਉਹਦੇ 'ਚ ਜੇਲ੍ਹ ਭਰੋ ਅੰਦੋਲਨ ਦੀ ਪਰਫਾਰਮੈਂਸ ਸੀ, ਤੇ ਮੈਨੂੰ ਵੀ ਜਾਣ ਦਾ ਮੌਕਾ ਮਿਲ ਗਿਆ। ਮੇਰਾ ਅਜੇ ਰਿਜ਼ਲਟ ਨਹੀਂ ਸੀ ਆਇਆ ਆਰਟ ਐਂਡ ਕਰਾਫਟ ਦੇ ਡਿਪਲੋਮੇ ਦਾ, ਪਰ ਮੈਨੂੰ ਸੰਗਤ ਕਰਕੇ ਸੈਂਟਰਲ ਜੇਲ੍ਹ ਪਟਿਆਲਾ 'ਚ 1.5 ਮਹੀਨਾ ਰਹਿਣ ਦਾ ਮੌਕਾ ਮਿਲਿਆ, ਤੇ ਉੱਥੇ ਸੁਬਾਹ ਸ਼ਾਮ ਇਹ ਕਲਾਸ ਲੱਗਦੀ ਹੁੰਦੀ ਸੀ। ਅੱਛਾ। ਕਿ ਦੁਨੀਆ ਕੀ ਹੈ, ਸੱਚ ਕੀ ਹੈ, ਝੂਠ ਕੀ ਹੈ, ਅਸੀਂ ਆਪਣਾ ਰੁਜ਼ਗਾਰ ਲੈਣ ਲਈ ਅੱਜ ਜੇਲ੍ਹ 'ਚ ਕਿਉਂ ਆ। ਅੱਛਾ, ਜੇਲ੍ਹ ਦੇ ਅੰਦਰ ਕਲਾਸ ਲੱਗਦੀ ਸੀ? ਜੇਲ੍ਹ ਦੇ ਅੰਦਰ ਜਿਹੜੀ ਸੀਨੀਅਰ ਲੀਡਰਸ਼ਿਪ ਸੀ, ਮੈਂ ਤਾਂ ਯੰਗ 18 ਸਾਲ ਦਾ ਸੀ। ਅੱਛਾ। ਉਹ ਜਦੋਂ ਹਰ ਰੋਜ਼, ਸੋ ਜਿਹੜੇ ਤੁਹਾਡੇ ਨਾਲ ਦੇ ਲੀਡਰਸ ਸੀਗੇ, ਜਿਹੜੇ ਹਾਈ ਲੈਵਲ ਤੇ ਲੀਡਰਸ ਸੀਗੇ, ਉਹ ਕਲਾਸ ਲੈਂਦੇ ਸੀ? ਕੋਈ ਬਾਹਰੋਂ ਨਹੀਂ ਸੀ ਆ ਕੇ ਕਲਾਸ ਲੈ ਰਿਹਾ? ਨਹੀਂ, ਬਾਹਰੋਂ ਨਹੀਂ, ਕਿਉਂਕਿ ਅੰਦਰ ਗਿਣਤੀ ਜਿਹੜਾ ਸਾਡਾ ਪਹਿਲਾ ਜੱਥਾ ਸੀ ਉਹਦੇ 'ਚ 160 ਟੀਚਰ ਅੰਦਰ ਗਏ ਸੀ, ਜਾਂ ਟ੍ਰੇਨਡ ਟੀਚਰ ਕਹਿ ਲਓ, ਬੇਰੁਜ਼ਗਾਰ ਟੀਚਰ। ਅਸੀਂ ਹੋਰ ਜਾਈ ਜਾਂਦੇ ਸੀ ਸਾਰੇ ਪੰਜਾਬ ਦੇ ਅੰਦਰ। ਉਦੋਂ 2150 ਅਧਿਆਪਕ ਜੇਲ੍ਹਾਂ 'ਚ ਰਿਹਾ ਕੁਛ ਟਾਈਮ। ਅੱਛਾ, ਉਹਦੇ 'ਚੋਂ ਬਹੁਤ ਗੱਲਾਂ ਦਾ ਗਿਆਨ ਹੋ ਗਿਆ ਕਿ ਗਰੀਬੀ ਕੀ ਹੁੰਦੀ ਆ, ਅਮੀਰੀ ਕੀ ਹੁੰਦੀ ਆ, ਨੌਕਰੀ ਕਰਮਾਂ 'ਚ ਹੁੰਦੀ ਆ ਕਿ ਨਹੀਂ ਹੁੰਦੀ। 1.5 ਮਹੀਨੇ ਨੇ ਮੈਨੂੰ ਇਹ ਲੱਗਦਾ ਕਿ ਮੈਨੂੰ ਇੱਕ ਸਧਾਰਨ ਰਜਿੰਦਰ ਸਿੰਘ ਤੋਂ ਇੱਕ ਤਰਕਸ਼ੀਲ ਬਣਾਤਾ। ਅੱਛਾ। ਹੋਇਆ ਕਿ ਸਾਡਾ ਰਿਜ਼ਲਟ ਆ ਗਿਆ ਜੀ ਦਸੰਬਰ ਦੇ ਪਹਿਲੇ ਹਫ਼ਤੇ। ਰਿਜ਼ਲਟ ਆਇਆ ਤੇ ਜੇਲ੍ਹ 'ਚ ਸੀ, ਤੇ ਮੈਨੂੰ ਜਦੋਂ ਮੁਲਾਕਾਤ ਕਰਨ ਆਏ ਤੇ ਦੱਸਿਆ ਵੀ ਤੁਹਾਡਾ ਰਿਜ਼ਲਟ ਆ ਗਿਆ। ਫੋਨ ਵਾਲੀ ਤਾਂ ਕੋਈ ਗੱਲ ਉਸ ਤਰ੍ਹਾਂ ਦੀ ਕੋਈ ਸੂਚਨਾ ਨਹੀਂ ਸੀ ਹੁੰਦੀ, ਤੇ ਮੇਰੇ ਉਹਦੇ 'ਚ 60% ਨੰਬਰ ਸੀਗੇ, ਤੇ ਮੇਰੇ ਦੋਸਤ ਦੇ ਹੈ ਨਹੀਂ ਸੀ। ਅੱਛਾ। ਹੁਣ ਉਹਨੇ ਤਾਂ ਘੋੜੇ ਨਹੀਂ ਸੀ ਚੜਾਉਣੇ। ਮੇਰੇ ਮਨ ਨੇ ਵੀ ਉਸ 1.5 ਮਹੀਨੇ ਦੀ ਸਕੂਲਿੰਗ ਨੇ ਫੈਸਲਾ ਲੈ ਲਿਆ, ਜੇ ਸੁੱਖਾਂ ਸੁੱਖਣ ਨਾਲ, ਮੰਨਤਾਂ ਮੰਨਣ ਨਾਲ ਹੀ ਪ੍ਰਾਪਤੀਆਂ ਹੁੰਦੀਆਂ ਹੋਣ, ਫਿਰ ਤੁਹਾਡੀਆਂ ਦੋਨਾਂ ਦੀ ਸੇਮ, ਜਾਂ ਕਹਿ ਲਓ ਵੀ 60% ਪਲੱਸ ਹੋਣੇ ਚਾਹੀਦੇ ਸੀ। ਉਹ ਦਿਨ ਜ਼ਿੰਦਗੀ ਦਾ ਮੈਂ ਸਮਝਦਾ ਕਿ ਮੇਰੇ ਲਈ ਬਹੁਤ ਮਹੱਤਵਪੂਰਨ, ਜਿਹਨੇ ਉਸ ਤੋਂ ਲੈ ਕੇ ਅੱਜ ਮੈਂ ਕਹਿ ਲਓ ਕਿ ਉਹਨਾਂ ਗੱਲਾਂ ਕਰਕੇ, ਉਹਨਾਂ ਸਿੱਖਿਆਵਾਂ ਕਰਕੇ, ਉਸ ਪ੍ਰੈਕਟੀਕਲ ਦੇ ਵਿੱਚੋਂ ਲੰਘਣ ਕਰਕੇ ਅੱਜ ਮੈਂ ਸਰੀ ਦੀ ਧਰਤੀ 'ਤੇ ਤੁਹਾਡੇ ਸਾਹਮਣੇ ਬੈਠਾ। ਅੱਛਾ, ਹੁਣ ਤੁਸੀਂ ਸੁੱਖ ਸੁੱਖਣ ਦੀ ਗੱਲ ਕੀਤੀ ਹੈਗੀ ਆ। ਅੱਜ ਕੱਲ੍ਹ ਮਾਈਂਡ ਪਾਵਰ ਦੀ ਬਹੁਤ ਗੱਲ ਚੱਲਦੀ ਹੈ ਕਿ ਜੋ ਸਾਡਾ ਮਨ ਚਾਹੁੰਦਾ, ਜੋ ਅਸੀਂ ਅਚੀਵ ਕਰਨਾ ਚਾਹੁੰਦੇ ਹਾਂ, ਜਿਸ ਪੋਜੀਸ਼ਨ 'ਤੇ ਅਸੀਂ ਪਹੁੰਚਣਾ ਚਾਹੁੰਦੇ ਹਾਂ, ਜੋ ਕੁਝ ਹਾਸਲ ਕਰਨਾ ਚਾਹੁੰਦੇ ਹਾਂ, ਯੂ ਕੈਨ ਡੂ ਦੈਟ, ਯੂ ਕੈਨ ਗੈਟ ਦੈਟ। ਇਹ ਗੱਲ ਬਹੁਤ ਚੱਲਦੀ ਹੈ। ਇਹ ਆਪਾਂ ਮੈਂ ਜਿਹੜੇ ਇੰਡੀਅਨ ਆਪਣੇ ਲੋਕ ਉਹਨਾਂ ਦੀ ਗੱਲ ਨਹੀਂ ਕਰ ਰਹੀ, ਪੂਰੇ ਵਰਲਡ ਲੈਵਲ 'ਤੇ ਚੱਲ ਰਹੀ ਹੈ। ਬਹੁਤ ਵੱਡੇ ਵੱਡੇ ਬੁਲਾਰੇ ਨੇ, ਮੋਟੀਵੇਟਰਸ ਹੈਗੇ ਆ, ਮੋਟੀਵੇਸ਼ਨਲ ਸਪੀਕਰਸ ਹੈਗੇ ਆ, ਜਿਹੜੇ ਇਸ ਗੱਲ 'ਤੇ ਜ਼ੋਰ ਦਿੰਦੇ ਆ, ਜਿਹੜੇ ਬਾਰ-ਬਾਰ ਇਹ ਗੱਲ ਕਹਿੰਦੇ ਆ ਕਿ ਹਾਂ, ਜੋ ਤੁਸੀਂ ਚਾਹੁੰਦੇ ਹੋ ਤੁਸੀਂ ਹਾਸਿਲ ਕਰ ਸਕਦੇ ਹੋ। ਹੁਣ ਜਿਹੜੀ ਐਗਜ਼ਾਮਪਲ ਤੁਸੀਂ ਦੇ ਰਹੇ ਹੋ, ਇੱਕ ਸੁੱਖ ਸੁੱਖਣ ਦੀ ਗੱਲ ਕੀਤੀ ਹੈ, ਇੱਛਾ ਕਰਨ ਦੀ ਗੱਲ ਕੀਤੀ ਹੈ,
ਸੰਭਾਵਨਾ ਇਹ ਵੀ ਹੈ ਕਿ ਉਸ ਸਿਚੁਏਸ਼ਨ ਦੇ ਵਿੱਚ ਇੱਕ ਦੇ ਮਨ ਦੇ ਵਿੱਚ ਬਹੁਤ ਸਟਰੋਂਗ ਇੱਛਾ ਸੀ, ਦੂਸਰੇ ਦੇ ਮਨ ਦੇ ਵਿੱਚ ਘੱਟ ਸੀ। ਜੀ ਹਾਂ, ਇਹੀ ਅਸਲ 'ਚ ਸਵਾਲ ਹੀ ਇੱਥੇ ਖੜਾ ਹੈ ਕਿ ਕੀ ਜਿਹੜੇ ਟਾਰਗੇਟ ਤੁਸੀਂ ਅਚੀਵ ਕਰਦੇ ਹੋ ਇੱਛਾ ਕਰਕੇ ਕਰਦੇ ਹੋ ਕਿ ਮਿਹਨਤ ਕਰਕੇ ਕਰਦੇ ਹੋ। ਇੱਛਾਵਾਂ ਤਾਂ ਸਾਰਿਆਂ ਦੇ ਮਨ 'ਚ ਵੱਡੀਆਂ ਹੀ ਹੁੰਦੀਆਂ, ਉਹ ਇੱਛਾ ਨੂੰ ਪ੍ਰਾਪਤ ਕਰਨ ਦੇ ਲਈ, ਉਸ ਟਾਰਗੇਟ ਨੂੰ ਅਚੀਵ ਕਰਨ ਦੇ ਲਈ ਅਸੀਂ ਮਿਹਨਤ ਕਰਦੇ ਹਾਂ, ਸਾਰੇ ਕਰਦੇ ਹਾਂ। ਉਹ ਸਾਰੇ ਕਾਰਨ 'ਚ ਕੀ ਆਪਾਂ ਨੂੰ ਪਤਾ ਹੁੰਦਾ ਕਿ ਬਹੁਤ ਸਾਰੇ ਕਾਰਨ ਹੁੰਦੇ ਆ ਕਿ ਸਾਡੀ ਮਿਹਨਤ ਦੇ ਵਿੱਚ ਜੋ ਰੋਲ ਅਦਾ ਕਰਦੇ ਆ, ਸਾਡੀ ਪਰਫਾਰਮੈਂਸ ਦੇ ਵਿੱਚ ਜੋ ਰੋਲ ਅਦਾ ਕਰਦੇ ਆ, ਉਹਦੇ 'ਚ ਕੀ ਹੁੰਦਾ ਕਿ ਕੁਝ ਅੱਗੇ ਚਲੇ ਜਾਂਦੇ ਆ, ਕੁਝ ਪਿੱਛੇ ਰਹਿ ਜਾਂਦੇ ਆ। ਜਾਣੀ ਇਹਦੇ ਨਾਲ ਇਹ ਕੀ ਹੈ ਕਿ ਮਨ ਦੀ ਇੱਛਾ ਨਾਲ ਹੀ ਕੁਝ ਮਿਲਦਾ, ਇਹ ਗੱਲ ਬਿਲਕੁਲ ਵੀ ਠੀਕ ਨਹੀਂ। ਹਾਂ, ਮਨ ਦੀ ਇੱਛਾ ਹੈ ਕਿ ਮੈਂ ਮੰਨ ਲਓ ਕਿ ਮੈਂ ਡਾਕਟਰ ਬਣਨਾ, ਤੇ ਫਿਰ ਮੈਂ ਉਨੀ ਮਿਹਨਤ ਕਰਾਂ ਡਾਕਟਰ ਬਣਨ ਦੇ ਲੈਵਲ ਦੀ, ਤਾਂ ਕਿ ਜੋ ਉਹਦੇ ਲਈ ਕੰਪੀਟੀਸ਼ਨ ਲੜਨੇ ਪੈਣਗੇ ਮੈਂ ਉਹਨਾਂ ਨੂੰ ਪਾਸ ਕਰ ਜਾ, ਸਫਲ ਹੋ ਜਾ ਉਹਨਾਂ ਦੇ ਵਿੱਚ, ਫਿਰ ਉਹ ਟਾਰਗੇਟ ਅਚੀਵ ਹੋਣਾ। ਅਗਰ ਇੱਛਾ ਮਨ ਦੇ ਵਿੱਚ ਬਹੁਤ ਹੈ, ਮਨ ਤਾਂ ਬਹੁਤ ਮੰਨ ਲਈਆਂ, ਅਸੀਂ ਆਪਣਾ ਉਹ ਮਿਹਨਤ ਨਹੀਂ ਕੀਤੀ ਜਿਹੜਾ ਉਸ ਕੰਪੀਟੀਸ਼ਨ 'ਚ ਜੋ ਅਸੀਂ ਸਫਲ ਹੋ ਪਾਉਂਦੇ, ਤੇ ਫਿਰ ਉਹ ਇੱਛਾਵਾਂ ਦੀ ਪੂਰਤੀ ਨਹੀਂ ਹੋਊਗੀ। ਹੁੰਦਾ ਕੀ ਹੈ ਸਾਡੇ ਸਮਾਜ 'ਚ ਕੀ ਹੁੰਦਾ, ਤੁਹਾਡਾ ਵੀ ਇਹੀ ਖਿਆਲ ਹੈ ਕਿ ਜੋ ਤੁਸੀਂ ਕਰਨਾ ਚਾਹੁੰਦੇ ਹੋ, ਜੋ ਹਾਸਲ ਕਰਨਾ ਚਾਹੁੰਦੇ ਹੋ, ਜਿਸ ਟਾਰਗੇਟ ਤੱਕ ਪਹੁੰਚਣਾ ਚਾਹੁੰਦੇ ਹੋ, ਉਹ ਸਹੀ ਸਟੈਪਸ ਲੈ ਕੇ ਉੱਥੇ ਤੱਕ ਪਹੁੰਚਿਆ ਜਾ ਸਕਦਾ। ਹਾਂ, ਰਾਈਟ ਇਹੀ ਆ ਕਿ ਜੇ ਤੁਸੀਂ ਸਹੀ ਸਟੈਪ ਲੈਂਦੇ ਹੋ ਤਾਂ ਹੀ ਉੱਥੇ ਪਹੁੰਚ ਸਕਦੇ ਹੋ। ਐਂ ਕਹਿ ਲਓ ਕੱਲੀ ਇੱਛਾ ਆਪਣੇ ਤੌਰ ਤੇ ਕੁਝ ਨਹੀਂ ਕਰਦੀ। ਅੱਛਾ, ਜੇ ਬਰੀਫ 'ਚ ਸਾਡੇ ਸੁਣਨ ਵਾਲਿਆਂ ਨੂੰ ਦੱਸ ਸਕੋ ਕਿ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਸ਼ੁਰੂ ਕੀਤਾ? ਕੋਈ ਤੁਸੀਂ ਰਿਸਰਚ ਕਰਨੀ ਸ਼ੁਰੂ ਕੀਤੀ? ਕਿਉਂਕਿ ਜਦੋਂ ਤੁਸੀਂ ਇਹ ਕਿਹਾ ਕਿ ਮੈਨੂੰ ਉਸ ਵੇਲੇ ਜੇਲ੍ਹ ਦੇ ਵਿੱਚ ਗਿਆਨ ਹਾਸਲ ਹੋ ਗਿਆ ਹੈ ਨਾ, ਜਦੋਂ ਉਹ ਜਿਹੜੇ ਲੈਕਚਰ ਮੈਂ ਸੁਣੇ, ਦੂਸਰੇ ਸ਼ਬਦਾਂ ਦੇ ਵਿੱਚ, ਇੱਕ ਸਧਾਰਨ ਇਨਸਾਨ ਦੇ ਸ਼ਬਦਾਂ ਦੇ ਵਿੱਚ ਕਿਹਾ ਜਾਵੇ ਕਿ ਜਿਹੜੇ ਲੋਕ ਉੱਥੇ ਲੈਕਚਰ ਕਰ ਰਹੇ ਸੀ, ਜਿਹੜੇ ਗੱਲਾਂ ਬਾਤਾਂ ਕਰ ਰਹੇ ਸੀ, ਗਿਆਨ ਵੰਡ ਰਹੇ ਸੀ, ਤੁਸੀਂ ਉਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ। ਬਿਲਕੁਲ ਬਿਲਕੁਲ, ਹਾਂ। ਸੋ ਵਿਸ਼ਵਾਸ, ਪਰ ਉਹ ਜਿਹੜੀ ਪਰਖਣ ਵਾਲੀ ਗੱਲ ਕਿੱਥੇ? ਹਾਂ, ਉਹ ਪਰਖਣ ਵਾਲੀ ਗੱਲ ਵੀ ਇਸ ਤੋਂ ਅੱਗੇ ਚੱਲਦੀ ਜਾਂਦੀ ਹੈ। ਹੋਇਆ ਕੀ ਕਿ ਜੇਲ੍ਹ ਚੋਂ ਬਾਹਰ ਆ ਗਏ। ਬਾਹਰ ਆਉਣ ਤੋਂ ਬਾਅਦ ਕੀ ਹੋਇਆ ਕਿ ਘਰ ਦੇ ਵਿੱਚ ਆਮਦਨ ਦਾ ਸਾਧਨ ਕੋਈ ਨਹੀਂ ਹੈ। ਅੱਛਾ, ਫਿਰ ਨੌਕਰੀ ਲਈ ਜਾਵੇ, ਇੱਕ ਤਾਂ ਇਹ ਸੋਚ ਕੇ ਕਿ ਵੀ ਕਰਮਾਂ 'ਚ ਹੋਈ ਤਾਂ ਮਿਲ ਜੂ, ਤੇ ਨਾ ਹੋਈ ਤਾਂ ਫਿਰ ਨਹੀਂ ਮਿਲਣੀ, ਜੇ ਕਰਮਾਂ 'ਚ ਹੀ ਨੌਕਰੀ ਨਾ ਹੋਈ। ਮੈਨੂੰ ਅੱਜ ਵੀ ਯਾਦ ਆ ਕਿ ਉਦੋਂ ਰੁਜ਼ਗਾਰ ਹੈ ਜਿਹੜਾ ਰੁਜ਼ਗਾਰ ਦਫ਼ਤਰ ਰਾਹੀਂ ਮਿਲਦਾ ਹੁੰਦਾ ਸੀ, ਤੇ ਮੈਨੂੰ ਯਾਦ ਆ ਅੱਜ ਵੀ ਕਿ ਮੈਂ ਹਰ ਹਫ਼ਤੇ 10 ਦਿਨ ਬਾਅਦ ਬਰਨਾਲੇ ਡਿਸਟ੍ਰਿਕਟ ਹੈੱਡਕੁਆਟਰ ਜਿਹੜਾ ਹੁਣ ਉਦੋਂ ਤਹਿਸੀਲ ਹੁੰਦੀ, ਉੱਥੇ ਰੁਜ਼ਗਾਰ ਦਫ਼ਤਰ, ਹਰ ਹਫ਼ਤੇ ਰੁਜ਼ਗਾਰ ਦਫ਼ਤਰ ਜਾਂਦਾ ਕਿ ਡਰਾਇੰਗ ਟੀਚਰਾਂ ਦੀਆਂ ਪੋਸਟਾਂ ਨਿਕਲੀਆਂ। ਅੱਛਾ, ਤੇ ਉਹ ਮੈਨੂੰ ਹੋਇਆ ਕਿ ਉਹ ਕਹਿੰਦੇ ਵੀ ਨਿਕਲ ਵੀ ਆਈਆਂ ਤਾਂ ਤੇਰਾ ਤਾਂ ਜਨਰਲ ਕੈਟੇਗਰੀ 'ਚ, ਤੇਰਾ ਤਾਂ ਨੰਬਰ ਨਹੀਂ ਆਉਣਾ। ਅੱਛਾ, ਤੁਹਾਡੇ ਫੈਮਿਲੀ ਕੀ ਕਰਦੀ ਹੈ, ਤੁਹਾਡੇ ਇਨਕਮ ਸੋਰਸ ਕੀ ਹੈ? ਮੈਂ ਕਿਹਾ ਵੀ ਕੁਛ ਨਹੀਂ ਕਰਦੀ, ਸੋਰਸ ਵੀ ਕੋਈ ਨਹੀਂ, ਮੈਂ ਗਿਣਾ ਨਹੀਂ ਸਕਦਾ ਕਿ ਕੋਈ ਸੋਰਸ ਹੈ। ਅੱਛਾ, ਫਿਰ ਕਹਿੰਦੇ ਵੀ ਕੀ ਤੇਰਾ ਕੋਈ ਇੱਕ ਇਕਨੋਮਿਕਲ ਬੈਕਵਰਡ ਕਲਾਸ ਹੈ ਕਿ ਉਹਦਾ ਸਰਟੀਫਿਕੇਟ ਬਣ ਸਕਦਾ? ਮੈਂ ਕਿਹਾ ਜੀ ਜਦੋਂ ਆਮਦਨੀ ਕੋਈ ਨਹੀਂ ਫਿਰ ਬਣ ਜੂਗਾ, ਮੈਂ ਦੇਖ ਲੈਣਾ ਟਰਾਈ ਕਰਕੇ। ਮੈਂ ਟਰਾਈ ਕੀਤੀ, ਗਿਆ ਐਸਟੀਐਮ ਨੂੰ ਐਪਲੀਕੇਸ਼ਨ ਦਿੱਤੀ, ਉਹਨੇ ਪਟਵਾਰੀ ਤੋਂ ਜੋ ਪ੍ਰੋਸੈਸ ਚੱਲਦਾ ਰਿਪੋਰਟ ਮੰਗੀ ਕਿ ਇਸ ਪਰਿਵਾਰ ਦੇ ਆਮਦਨ ਦੇ ਸਾਧਨ ਕੀ ਆ, ਤੇ ਮੈਨੂੰ 1 ਮਹੀਨੇ 'ਚੋਂ ਸਰਟੀਫਿਕੇਟ ਮਿਲ ਗਿਆ। ਤੇ ਮੈਂ ਰੁਜ਼ਗਾਰ ਦਫ਼ਤਰ ਤੇ ਆਇਆ, ਤੇ ਉਹ ਮੈਨੂੰ ਕਹਿੰਦੇ ਵੀ ਜਦੋਂ ਪੋਸਟ ਆ ਗਈ ਹੁਣ ਤੇਰਾ ਨਾਂ ਜ਼ਰੂਰ ਨਿਕਲੇਗਾ, ਇਸ ਕੈਟੇਗਰੀ 'ਚ ਸਾਡੇ ਕੋਲ 2 ਹੀ ਕੈਂਡੀਡੇਟ ਹੋ ਤੁਸੀਂ। ਅੱਛਾ, ਤੇ ਤੁਸੀਂ ਹੈਰਾਨ ਮੰਨੋਗੇ ਕਿ ਇਹ ਗੱਲ ਹੈਗੀ ਆ ਮਈ ਦੀ, ਤੇ ਜੁਲਾਈ 'ਚ ਇੰਟਰਵਿਊ ਨਿਕਲ ਆਉਂਦੀ ਹੈ, ਤੇ ਸਤੰਬਰ 'ਚ ਮੈਂ ਸਰਕਾਰੀ ਅਧਿਆਪਕ ਲੱਗ ਜਾਂਦਾ। ਵਾਹ। ਅੱਛਾ ਜੀ, ਮੈਂ ਸਮਝਦਾ ਕਿ ਉਹ ਸਾਰੀਆਂ ਉਸ ਗੱਲਾਂ 'ਚੋਂ ਨਹੀਂ, ਸ਼ਾਇਦ ਕਿਉਂਕਿ ਉਹਨਾਂ ਗੱਲਾਂ ਨੇ ਦੱਸਤਾ ਕਿ ਤੁਸੀਂ ਆਪਣੇ ਟਾਰਗੇਟ ਤੇ ਕਿਵੇਂ ਜਾਣਾ, ਕਿ ਜਿੱਥੋਂ ਤੁਹਾਡਾ ਕਾਰਡ ਨਿਕਲਣਾ, ਫਿਰ ਇੰਟਰਵਿਊ ਹੋਣੀ ਆ, ਫਿਰ ਜੋ ਵੀ ਹੋਣਾ ਉਹਦੇ 'ਚ ਸੈਕੰਡ ਰੋਲ ਕਹਿ ਲਓ ਕਿ ਮੇਰੇ ਉਹ ਮਾਰਕਸ ਦਾ ਸੀ, ਕਿ ਜਿਹੜੇ ਮੇਰੇ ਨੰਬਰ ਆਏ ਹੋਏ ਸੀ, ਉਹ ਜਦੋਂ ਮੈਰਿਟ ਬਣੀ ਤੇ ਮੈਂ ਖੁਸ਼ੀ ਮਹਿਸੂਸ ਕਰਦਾ ਦੱਸਣ 'ਚ ਕਿ ਮੇਰਾ ਮੈਰਿਟ 'ਚ ਪਹਿਲਾ ਨੰਬਰ ਆ ਗਿਆ। ਉਸ ਤੋਂ ਬਾਅਦ ਕੀ ਹੋਇਆ, ਜੋਬ ਮਿਲ ਗਈ, ਜੋਬ ਅਡਹੌਕ ਟੀਚਰਾਂ ਦੀ ਮਿਲ ਗਈ, ਫਿਰ ਉਹਨੂੰ ਪੱਕੇ ਕਰਾਉਣ ਲਈ ਇੱਕ ਮੂਵਮੈਂਟ ਖੜੀ ਹੋਈ, ਇੱਕ ਜਥੇਬੰਦੀ 'ਚ ਸ਼ਾਮਲ ਹੋਏ। ਇਸ ਤਰ੍ਹਾਂ ਚੱਲਦਾ ਚੱਲਦਾ ਕੀ ਹੋਇਆ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਜੇਲ੍ਹ 'ਚ ਸੁਣੀਆਂ ਸੀ। ਅੱਛਾ, ਵੀ ਇਹ ਭੂਤਾਂ ਪ੍ਰੇਤ ਵੀ ਨਹੀਂ ਹੁੰਦੇ, ਇਹ ਆਤਮਾ ਪਰਮਾਤਮਾ ਵਾਲਾ ਚੱਕਰ ਵੀ ਐਵੇਂ ਹੀ ਹੁੰਦਾ, ਇਹ ਗੱਲਾਂ 1.5 ਮਹੀਨੇ 'ਚ ਦਿਮਾਗ 'ਚ ਆ ਗਈਆਂ। ਅੱਛਾ, ਤੇ ਕਿਸੇ ਕੋਲੇ ਕੋਈ ਸ਼ਕਤੀ ਨਹੀਂ ਹੁੰਦੀ, ਪਰ ਇਸ ਗੱਲ ਦਾ ਜਵਾਬ ਨਹੀਂ ਸੀ ਮਿਲਿਆ ਜੇਲ੍ਹ 'ਚ ਰਹਿੰਦੇ ਆ ਕਿ ਜੇ ਭੂਤਾਂ ਪ੍ਰੇਤ ਇਹ ਨਹੀਂ ਹੁੰਦੇ ਤੇ ਫਿਰ ਇਹ ਲੋਕਾਂ ਨੂੰ ਜਿਹੜਾ ਕੁਝ ਚੁੰਬੜ ਜਾਂਦਾ ਉਹ ਕਿੱਥੋਂ ਆਉਂਦਾ ਹੈ। ਹੋਇਆ ਕਿ 1984 ਦੇ ਵਿੱਚ ਜੀ ਡਾਕਟਰ ਇਬਰਾਹਿਮ ਟੀ ਕਬੂਰ ਦੀ ਕਿਤਾਬ ਬੀ ਗੌਨ ਦਾ ਗੋਡਮੈਨ ਦਾ ਅਨੁਵਾਦ ਹੋਇਆ, ਬਰਨਾਲੇ ਦੇ ਕੁਝ ਸਾਥੀਆਂ ਨੇ ਰਲ ਕੇ ਕੀਤਾ, ਉਹ ਅਨੁਵਾਦ ਛਪਿਆ। 1 ਮਈ 1984 ਨੂੰ ਉਹ ਕਿਤਾਬ ਦਿੱਲੀ ਰਿਲੀਜ਼ ਕੀਤੀ ਗਈ, ਤੇ ਉਹ ਕਿਤਾਬ ਮੈਂ ਦਿੱਲੀ ਉਸ ਸਮਾਗਮ 'ਚ ਸ਼ਾਮਲ ਸੀ, ਉੱਥੋਂ ਲਈ ਪੜ੍ਹਿਆ, ਤੇ ਮੈਨੂੰ ਤਾਂ ਉਹ ਸਾਰਾ ਕੁਛ ਹੀ ਮਿਲ ਗਿਆ। ਤੇ ਮੈਨੂੰ ਅੱਜ ਵੀ ਯਾਦ ਆ ਕਿ ਜਿਹੜੀ ਸੁਸਾਇਟੀ ਤੱਕ ਸੁਸਾਇਟੀ ਬਣ ਰਹੀ ਸੀ ਉਹਦੇ 'ਚ 12ਵਾਂ ਸੀਰੀਅਲ ਨੰਬਰ ਸੀ ਮੇਰਾ। ਤੇ ਉਸ ਤੋਂ ਬਾਅਦ ਤਾਂ ਬਸ ਐਂ ਕਹਿ ਲਓ ਕਿ ਇਹੋ ਜਿਹੀ ਕੋਈ ਗੱਲ
ਨਹੀਂ ਛੱਡੀ ਜਿਹਦਾ ਪ੍ਰੈਕਟੀਕਲ ਨਾ ਕੀਤਾ ਹੋਵੇ, ਚਾਹੇ ਉਹ ਜਾਦੂ ਦੀਆਂ ਆਈਟਮਾਂ ਹੋਣ, ਚਾਹੇ ਉਹ ਘਰਾਂ 'ਚ ਲੱਗਦੀਆਂ ਅੱਗਾਂ, ਖੂਨ ਦੇ ਛਿੱਟੇ ਆਉਂਦੇ, ਮਾਸ ਦੇ ਟੁਕੜੇ ਡਿੱਗਦੇ, ਕੁਛ ਵੀ ਦੰਦਲਾਂ ਦੌਰੇ ਪੈਂਦੇ। 84 'ਚ ਸੁਸਾਇਟੀ ਬਣਨ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਅਸੀਂ 5-4 ਮੈਂਬਰਾਂ ਦੀ ਮੁੱਢਲੀ ਟੀਮ ਸੀ ਜਿਨ੍ਹਾਂ ਨੇ ਪਬਲਿਕਲੀ ਵੱਡੇ ਜਾਦੂ ਸ਼ੋਅ ਵੀ ਕੀਤੇ। ਅੱਛਾ। ਲੋਕਾਂ ਨੇ ਜਿੱਥੋਂ ਵੀ ਸਮੱਸਿਆ ਆਉਂਦੀ ਸੀ ਕਿ ਉਹਨਾਂ ਦੇ ਘਰੇ ਕੋਈ ਘਟਨਾ ਵਾਪਰਦੀ ਆ, ਉਹਨਾਂ ਦਾ ਕੋਈ ਮੈਂਬਰ ਸਿਰ ਘਮਾਉਂਦਾ, ਜਿਹਨੂੰ ਖੇਡਦਾ ਲੋਕੀ ਕਹਿ ਲੈਂਦੇ, ਉਹ 'ਚ ਕੋਈ ਆਤਮਾ, ਬੁਰੀ ਆਤਮਾ ਆ ਗਈ ਹੈ। ਅੱਛਾ। ਫਿਰ ਬਸ ਐਂ ਕਹਿ ਲਓ ਜੀ, ਚੱਲ ਹੋਈ ਤੇ ਪ੍ਰੈਕਟੀਕਲ ਇੰਨਾ ਹੋਇਆ। ਸੋ ਤੁਸੀਂ ਬਾਹਰ ਆ ਕੇ ਐਕਸਪੈਰੀਮੈਂਟ ਕੀਤੇ, ਇਹ ਸਾਰੇ ਪ੍ਰੈਕਟੀਕਲੀ ਲੋਕਾਂ ਦੇ ਵਿੱਚ ਜਾ ਕੇ, ਕਿ ਜੇ ਕਿਸੇ ਦੇ ਘਰ ਅੱਗ ਲੱਗ ਜਾਂਦੀ ਹੈ, ਜੇ ਕਿਸੇ ਦੇ ਘਰ ਖੂਨ ਦੇ ਛਿੱਟੇ ਪੈ ਰਹੇ ਆ ਜਾਂ ਇੱਦਾਂ ਦੀਆਂ ਹੋਰ ਘਟਨਾਵਾਂ ਹੋ ਰਹੀਆਂ, ਤੇ ਤੁਸੀਂ ਫਿਜ਼ੀਕਲੀ ਉੱਥੇ ਜਾ ਕੇ ਪ੍ਰੈਜ਼ੈਂਟ ਹੋ ਕੇ ਇਹ ਕਰਕੇ ਦੱਸਿਆ ਉਹਨਾਂ ਨੂੰ ਕਿ ਇਹ ਕਿਵੇਂ ਹੋ ਰਿਹਾ। ਥੋੜਾ ਤੁਹਾਨੂੰ ਹੋਰ ਦੱਸਾਂ ਕਿ 1984 ਦੀ ਗੱਲ ਹੈ, ਸੁਸਾਇਟੀ ਬਣੀ ਤੇ ਉਦੋਂ ਇਹ ਤਾਂ ਨਹੀਂ ਸੀ ਪਤਾ ਕਿ ਇਹਦੇ ਪਿੱਛੇ ਕਿਹੋ ਜਿਹੇ ਕਾਰਨ ਹੁੰਦੇ ਆ, ਕੀ ਹੁੰਦੇ ਆ। ਇਹ ਸੀਗੇ, ਇਹ ਭੂਤਾਂ ਵਾਲੀ ਗੱਲ ਨਹੀਂ ਹੁੰਦੀ। ਮੈਂ ਲਹਿਰੇਗਾ ਕੇ ਸਾਈਡ ਤੇ ਹੁੰਦਾ ਮੇਰਾ ਹਾਈ ਸਕੂਲ ਜਲੂਰ, ਮੇਰੀ ਪੋਸਟਿੰਗ ਸੀ ਉੱਥੋਂ 5 ਕਿਲੋਮੀਟਰ ਇੱਕ ਰੋੜੇ ਵਾਲਾ ਪਿੰਡ ਸੀ। ਉੱਥੇ ਇੱਕ ਘਰੇ ਉਹਨਾਂ ਦੇ ਘਰ ਦੇ ਪਸ਼ੂ ਖੁੱਲ੍ਹ ਜਾਂਦੇ ਸੀ ਦੁਪਹਿਰ ਵੇਲੇ 1 ਵਜੇ। ਪਸ਼ੂ ਖੁੱਲ੍ਹ ਜਾਂਦੇ ਸੀ ਆਪਣੇ ਆਪ, ਤੇ ਉਹਨਾਂ ਦੇ ਦੱਸਣ ਅਨੁਸਾਰ, ਤੇ ਖੁੱਲ੍ਹ ਕੇ ਪਸ਼ੂ ਜਾਂਦੇ ਸੀ ਸਿਵਿਆਂ ਵੱਲ ਨੂੰ। ਅੱਛਾ। ਤੇ ਸਾਰੇ ਇਸ ਗੱਲ ਦੀ ਦਹਿਸ਼ਤ ਸੀ ਵੀ ਕੋਈ ਭੂਤ ਪ੍ਰੇਤ ਖੋਲ ਦਿੰਦਾ ਤੇ ਸਿਵਿਆਂ 'ਚ ਲੈ ਜਾਂਦਾ ਸਾਰੇ ਪਸ਼ੂ। ਅੱਛਾ। ਹੌਲੀ ਹੌਲੀ ਗੱਲ ਚਰਚਾ, ਕੋਈ ਫੋਨ ਕੁਛ ਨਹੀਂ ਸੀ 84 ਦੇ ਵਿੱਚ ਤਾਂ। ਤੇ ਉਹ ਸਾਡੇ ਕੋਲੇ ਸਕੂਲ 'ਚ ਉਸ ਪਿੰਡ ਦੇ ਬੱਚੇ ਪੜ੍ਹਦੇ ਸੀ, ਉਹਨਾਂ ਨੇ ਦੱਸਿਆ ਵੀ ਉੱਥੇ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਤੇ ਮੈਂ ਮੇਰੇ ਨਾਲ ਦੇ ਸਾਥੀ ਅਧਿਆਪਕਾਂ ਨੂੰ ਵੀ ਥੋੜ੍ਹਾ ਮੋਬਿਲਾਈਜ਼ ਕੀਤਾ। ਉਹ ਭਾਵੇਂ ਮੇਰੇ ਵਾਂਗੂ ਤਾਂ ਨਹੀਂ ਸੀ, ਪਰ ਮੇਰੀਆਂ ਗੱਲਾਂ ਤੋਂ ਪ੍ਰਭਾਵਿਤ ਜ਼ਰੂਰ ਸੀ। ਅਸੀਂ ਗਏ, ਸਾਨੂੰ ਉਹਨੇ ਦੱਸਤਾ ਵੀ 1 ਵਜੇ ਤੋਂ ਬਾਅਦ ਖੁੱਲ੍ਹਦੇ ਆ। ਅੱਛਾ। ਅਸੀਂ ਗਏ, ਅਸੀਂ 1 ਵਜੇ ਤੋਂ ਪਹਿਲਾਂ ਜਾ ਕੇ, ਮੈਨੂੰ ਅੱਜ ਵੀ ਯਾਦ ਆ ਵੀ ਗਰਮੀ ਦਾ ਮਹੀਨਾ ਸੀ, ਲੁੱਕ ਕੇ ਬੈਠ ਗਏ। ਕੋਈ ਇੱਧਰ ਬੈਠ ਗਿਆ, ਕੋਈ ਇੱਧਰ ਬੈਠ ਗਿਆ, ਤੂੜੀ ਵਾਲਾ ਕਮਰਾ ਇੱਧਰ, ਉਹ ਕਮਰਾ। ਕੀ ਦੇਖਦੇ ਹਾਂ ਅਸੀਂ ਕਿ ਪੂਰੇ 1:05 ਤੇ ਇੱਕ ਕੋਠੇ ਤੋਂ ਨੰਨਾ ਜਿਹਾ ਭੂਤ ਉਤਰਦਾ, ਉਤਰ ਕੇ ਉਹ ਪਸ਼ੂਆਂ ਦੇ ਸੰਗਲ ਖੋਲ ਦਿੰਦਾ, ਤੇ ਪਸ਼ੂ ਸਾਰੇ ਭੱਜ ਕੇ ਸਿਵਿਆਂ ਵੱਲ ਨੂੰ ਚਲੇ ਜਾਂਦੇ। 4-5 ਗਿਣਤੀ ਸੀ, ਛੋਟੇ ਵੱਡੇ ਕੱਟੀਆਂ ਬੱਛੀਆਂ ਰਲਾ ਕੇ ਪਸ਼ੂਆਂ ਦੀ। ਜਦੋਂ ਨੇ 4 ਖੋਲ ਤੇ ਲਾਸਟ ਖੋਲਣ ਲੱਗਿਆ ਤੇ ਅਸੀਂ ਉਹਨੂੰ ਭੂਤ ਨੂੰ ਬਾਂਹ ਤੋਂ ਪਕੜ ਲਿਆ। ਹੋ ਸਕਦਾ ਸਰੋਤਿਆਂ ਨੂੰ ਇਹ ਲੱਗਦਾ ਹੋਵੇ ਕਿ ਭੂਤ ਤਾਂ ਪਕੜਿਆ ਨਹੀਂ ਜਾਂਦਾ, ਪਰ ਅਸੀਂ ਪਕੜ ਲਿਆ। ਅੱਛਾ। ਤੇ ਭੂਤ ਡਿਸਕ੍ਰਾਈਬ ਕਰੋ ਪਹਿਲਾਂ ਤਾਂ। ਨੰਨਾ ਜਿਹਾ ਜਦੋਂ ਤੁਸੀਂ ਕਹਿੰਦੇ ਉਦੋਂ ਤਾਂ ਬੜਾ ਪਿਆਰ ਜਿਹਾ ਆ ਰਿਹਾ ਉਹਦੇ ਤੇ, ਜਦੋਂ ਤੁਸੀਂ ਨੰਨਾ ਜਿਹਾ ਕਹਿ ਰਿਹਾ ਹੈ ਨਾ, ਦੋ ਗੱਲਾਂ ਬਹੁਤ ਜ਼ਰੂਰੀ। ਇੱਦਾਂ ਲੱਗਦਾ ਕਿ ਕੋਈ ਮਾਸੂਮ ਜਿਹੀ ਕੋਈ ਜਿੰਦ ਹੋਏਗੀ। ਥੋੜਾ ਜਿਹਾ ਉਹਦੇ ਬਾਰੇ ਡਿਸਕ੍ਰਾਈਬ ਕਰੋ। ਆਤਮਾ, ਮਾਸੂਮ ਆਤਮਾ ਕੀਤਾ, ਸਾਰਾ ਕੁਝ ਹੋਇਆ, ਗੱਲ ਹੋਈ। ਪਸ਼ੂ ਸੀ ਜਿਹੜੇ ਖੋਲੇ ਸੀ, ਗੇਟ ਤੋਂ ਬਾਹਰ ਚਲੇ ਗਏ ਸੀ, ਉਹ ਮੋੜ ਕੇ ਲਿਆਂਦੇ, ਬੰਨੇ, ਸਾਰਾ ਕੁਝ ਕੀਤਾ। ਘਰਦਿਆਂ ਨੂੰ ਕੁਛ ਨਹੀਂ ਦੱਸਿਆ, ਸਾਰੇ ਘਰਦਿਆਂ ਨਾਲ ਗੱਲਬਾਤ ਜੀ ਕੀਤੀ। ਅਸੀਂ ਆਖਿਆ ਵੀ ਇਸ ਬੱਚੇ ਨਾਲ ਅਸੀਂ ਥੋੜ੍ਹਾ ਚਿਰ ਇਕੱਲੇ ਨਾਲ ਗੱਲ ਕਰਨੀ ਹੈ। ਰਿਲੈਕਸ ਕਰਕੇ ਉਹਨੂੰ ਪਾਣੀ ਪੂਣੀ ਪਿਆਇਆ, ਉਹਨੂੰ ਪਤਾ ਲੱਗ ਗਿਆ ਸੀ। ਸੋ ਬੱਚਾ ਸੀ ਕੋਈ? ਉਹ ਬੱਚਾ ਸੀ 10 ਸਾਲ ਦਾ। ਅੱਛਾ। 5ਵੀਂ ਕਲਾਸ 'ਚ ਪੜ੍ਹਦਾ ਸੀ। ਉਹਨੂੰ ਪਤਾ ਲੱਗ ਗਿਆ। ਨਹੀਂ, ਉਹ ਸੱਚ ਨਹੀਂ ਸੀ ਉਹਨੇ ਬੋਲਣਾ। ਅਸੀਂ ਉਹਨੂੰ ਪੁੱਛਿਆ ਕਿ ਵੀ ਇਹ ਤੂੰ ਹਰ ਰੋਜ਼ ਤੂੰ ਹੀ ਖੋਲਦਾ? ਉਹ ਕਹਿੰਦਾ ਮੈਂ ਹੀ ਖੋਲਦਾ। ਉਹਨੇ ਬੜੇ ਕੌਨਫੀਡੈਂਸ ਨਾਲ ਕਿਹਾ ਮੈਂ ਹੀ ਖੋਲਦਾ। ਕਿਉਂ ਖੋਲਦਾ? ਸਵਾਲ ਇਹ ਸੀ ਕਿ ਕਿਉਂ ਖੋਲਦਾ। ਉਹ ਕਹਿੰਦਾ ਜੀ ਇਹ ਇੱਕ ਪਸ਼ੂ ਇਹਨਾਂ 'ਚੋਂ ਦੁੱਧ ਦੇਣ ਵਾਲਾ ਹੈ, ਬਾਕੀ ਸਾਰੇ ਉਂਝ ਬੰਨੇ ਬੈਠੇ ਆ, ਤੇ ਸਾਰਾ ਕੰਮ ਮੈਨੂੰ ਕਰਨਾ ਪੈਂਦਾ ਪਸ਼ੂਆਂ ਦਾ। ਮੈਂ ਸਕੂਲ ਵੀ ਪੜ੍ਹਨ ਜਾਂਦਾ, ਮੈਂ ਆ ਕੇ ਹੁਣ ਮੈਂ ਇਸ ਤੋਂ ਬਾਅਦ ਮੈਂ ਹੁਣ ਕਹਿੰਦਾ ਚਾਹ ਪਾਣੀ ਪੀਆ, ਉਦੋਂ ਬਾਅਦ ਕੀ ਹੁੰਦਾ ਵੀ ਮੈਂ 2 ਵਜੇ ਫਿਰ ਇਹਨਾਂ ਨੂੰ ਛੱਪੜ 'ਤੇ ਲੈ ਜਾਂਦਾ। ਸਾਡਾ ਇੰਟਰਸਟ ਬਣ ਗਿਆ ਵੀ ਛੱਪੜ ਕਿੱਥੇ ਆ? ਛੱਪੜ ਸਿਵਿਆਂ ਕੋਲੇ ਆ ਜੀ। ਕਹਿੰਦਾ ਅੱਛਾ। ਪਸ਼ੂ ਇਸ ਕਰਕੇ ਖੋਲ੍ਹਣ ਤੋਂ ਬਾਅਦ ਆਪਣੇ ਆਪ ਸਿਵਿਆਂ 'ਚ ਨਹੀਂ ਸੀ ਜਾਂਦੇ, ਅਸਲ 'ਚ ਛੱਪੜ ਵੱਲ ਚਲੇ ਜਾਂਦੇ ਸੀ। ਤੇ ਉਹ ਕਹਿੰਦਾ ਮੈਂ ਬਹੁਤ ਵਾਰੀ ਕਿਹਾ ਘਰਦਿਆਂ ਨੂੰ ਕਿ ਤੁਸੀਂ ਆਹ ਜਿਹੜੇ ਵਾਧੂ ਪਸ਼ੂ ਆ ਘਟਾ ਦਿਓ। ਅੱਛਾ। ਤੇ ਇਹ ਕਹਿੰਦਾ ਸੁਣਦਾ ਹੀ ਕੋਈ ਨਹੀਂ, ਮੰਨਦਾ ਹੀ ਕੋਈ ਨਹੀਂ। ਸੋ ਇਸ ਗੱਲ ਦੇ ਜ਼ਰੀਏ ਅਸੀਂ ਇੱਕ ਗੱਲ ਹੋਰ ਜਿਹੜੀ ਸਾਫ਼ ਕਰਨੀ, ਜਿਹੜਾ ਤਜਰਬਾ ਸੀ ਫਿਰ 38 ਸਾਲ ਕੀਤਾ। ਪਰ ਰਜਿੰਦਰ ਜੀ, ਹੁਣ ਜਦੋਂ ਤੁਸੀਂ ਉੱਥੇ ਪਹੁੰਚੇ ਕਿ ਕਹਿੰਦੇ ਵੀ ਪਸ਼ੂ ਆਪਣੇ ਆਪ ਖੁੱਲ੍ਹ ਕੇ ਚਲੇ ਜਾਂਦੇ ਆ, ਉਹ ਬੱਚਾ ਕਿਸੇ ਨੇ ਦੇਖਿਆ ਕਿ ਉਹਨੇ ਨੋਟਿਸ ਕਿਉਂ ਨਹੀਂ ਕੀਤਾ? ਇਹ ਵੱਡੀ ਗੱਲ ਕਿ ਉਹ ਬੱਚਾ ਸੀ ਜਿਹੜਾ, ਉਹ ਕਦੇ ਵੀ ਜਿਹੜਾ ਉਹਨਾਂ ਦਾ ਗੇਟ ਸੀ ਉਧਰ ਦੀ ਐਂਟਰੀ ਨਹੀਂ ਸੀ ਲੈਂਦਾ। ਅੱਛਾ। ਮਤਲਬ ਗੇਟ ਤਾਂ ਭੇੜਿਆ ਹੋਇਆ ਕਹਿ ਲਓ। ਉਹ ਬੱਚਾ ਉਹ ਮੰਗਰ ਦੀ, ਜਿਵੇਂ ਪਿੰਡਾਂ 'ਚ ਛੋਟੇ ਛੋਟੇ ਘਰਾਂ ਦੇ ਮੰਗਰ ਦੀ ਕੰਧ ਤੇ ਚੜ੍ਹਿਆ, ਕੰਧ ਤੋਂ ਕੋਠੇ ਤੇ ਚੜ੍ਹਿਆ, ਕੋਠੇ ਤੇ ਚੜ੍ਹ ਕੇ ਪੌੜੀ ਡੰਡਿਆਂ ਵਾਲੀ ਪੌੜੀ ਸੀ, ਉਹਦੇ ਨਾਲ ਅੰਦਰ ਉਤਰ ਜਾਂਦਾ। ਪੂਰੀ ਸਕੀਮ 'ਚ ਜਾਂਦਾ ਸੀ। ਪੂਰੀ ਸਕੀਮ ਸੀ ਉਹਦੇ, ਜੋ ਉਹਦੇ ਮਨ 'ਚ ਬੱਚੇ ਦੇ ਆਈ। ਕਿਉਂਕਿ ਹਰ
ਵਿਅਕਤੀ, ਛੋਟਾ ਚਾਹੇ ਵੱਡਾ, ਜਦੋਂ ਉਹਨੂੰ ਕੋਈ ਪ੍ਰੋਬਲਮ ਆਉਂਦੀ ਹੈ ਉਹਦਾ ਸਬਕੌਂਸ਼ੀਅਸ ਮਾਈਂਡ ਉਹਦੇ ਹੱਲ ਸੋਚਦਾ ਉਹ ਹੱਲ ਗਲਤ ਵੀ ਹੋ ਸਕਦਾ ਜੀ, ਪਰ ਉਹ ਸੋਚਦਾ, ਜਿਵੇਂ ਉਹ ਸੋਚਦਾ ਉਹ ਐਕਟ ਕਰ ਦਿੰਦਾ। ਹਾਂ, ਇਹਦੇ 'ਚੋਂ ਜਿਹੜੀ ਗੱਲ ਹੋਰ ਸਾਫ਼ ਕਰਨੀ ਸੀ, 38 ਸਾਲਾਂ 'ਚ ਵੇਖੀ ਕਿ ਘਟਨਾਵਾਂ ਕਰਨ ਨਾਲ ਘਰ 'ਚ ਅੱਗ ਲੱਗਦੀ ਹੈ, ਘਰ 'ਚ ਖੂਨ ਦੇ ਛਿੱਟੇ ਆਉਂਦੇ ਆ, ਘਰ 'ਚ ਇੱਟਾਂ ਵੱਟੇ ਵੱਜਦੇ ਆ। ਤਰਕਸ਼ੀਲ ਸੁਸਾਇਟੀ ਨੇ ਦੇਖਿਆ ਕਿ 95% ਕੇਸਾਂ 'ਚ ਇਹ ਕੰਮ ਕਰਨ ਵਾਲਾ ਮੁੱਖ ਦੋਸ਼ੀ ਨਹੀਂ ਹੁੰਦਾ। ਅੱਛਾ, ਕਰਵਾਇਆ ਜਾਂਦਾ ਉਹਦੇ ਕੋਲੋਂ? ਨਹੀਂ ਕਰਵਾਇਆ ਜਾਂਦਾ। ਇਹ ਵਾਤਾਵਰਨ ਹੁੰਦਾ ਜਿਹੜਾ ਉਹਨੂੰ ਇੱਥੋਂ ਤੱਕ ਲੈ ਜਾਂਦਾ। ਉਹਨੂੰ ਲੱਗਦਾ, ਉਹਦੇ ਉਹ ਸਬਕੌਂਸ਼ੀਅਸ ਮਾਈਂਡ ਨੂੰ, ਅਰਧ ਚੇਤਨ ਮਨ ਨੂੰ ਲੱਗਦਾ ਕਿ ਮੇਰੀ ਸਮੱਸਿਆ ਦਾ ਹੱਲ ਇਹ ਹੋ ਸਕਦਾ। ਉਹ ਬੱਚੇ ਨੂੰ ਵੀ ਇਹੀ ਲੱਗਦਾ ਸੀ ਵੀ ਜਦੋਂ ਐਂ ਖੁੱਲ੍ਹਦੇ ਰਹੇ ਵੀ ਭੂਤ ਖੋਲ ਜਾਂਦੇ, ਸਾਰੀ ਵੇਚ ਦੇਣਗੇ, ਮੇਰਾ ਖਹਿੜਾ ਛੁੱਟ ਜੂਗਾ। ਅੱਛਾ, ਜਾਣੀ ਮੈਂ ਕਹਿਣਾ ਇਹ ਚਾਹੁੰਦਾ ਸੀ ਕਿ ਜਦੋਂ ਅਸੀਂ ਕਿਤੇ ਜਾਂਦੇ ਹਾਂ, ਸਾਨੂੰ ਕੇਸ ਮਿਲਦਾ ਵੀ ਇੱਥੇ ਅੱਗ ਲੱਗਦੀ ਹੈ, ਅਸੀਂ ਅੱਗ ਲਾਉਣ ਵਾਲਿਆਂ ਨੂੰ ਤਾਂ ਬੜੀ ਛੇਤੀ ਲੱਭ ਲੈਂਦੇ ਹਾਂ। ਅੱਛਾ, ਪਰ ਸਾਡਾ ਮਕਸਦ ਹੁੰਦਾ ਕਿ ਉਹਨੇ ਲਾਈ ਕਿਉਂ, ਆਪਦੇ ਘਰ ਨੂੰ ਅੱਗ ਕਿਉਂ ਲਾਈ, ਆਪਦੀ ਚੰਗੀ ਤੋਂ ਚੰਗੀ ਚੀਜ਼ ਨੂੰ ਅੱਗ ਕਿਉਂ ਲਾਈ ਹੈ। ਫਿਰ ਜਦੋਂ ਅਸੀਂ ਕਾਰਨ ਲੱਭਦੇ ਹਾਂ, 95% ਕੇਸਾਂ 'ਚ ਉਹਦਾ ਵਾਤਾਵਰਨ ਉਸ ਘਰ ਪਰਿਵਾਰ 'ਚ, ਸਾਡੇ ਇਸ ਸਮਾਜ 'ਚ ਪਿਆ। ਜਿਵੇਂ ਇਹਦੇ 'ਚ ਵੀ ਇਹ ਛੋਟਾ ਸੀ, ਸਾਡਾ ਵੀ ਉਦੋਂ ਤਜਰਬਾ ਨਹੀਂ ਸੀ। ਹੁਣ ਤਾਂ ਇੰਨਾ ਕੁ ਤਜਰਬਾ, ਜਦੋਂ ਫੋਨ ਆ ਕੇ ਅਸੀਂ ਪਰਿਵਾਰ ਦੀ ਹਿਸਟਰੀ ਲੈਂਦੇ ਹਾਂ, ਮੈਂਬਰਾਂ ਦੇ ਜੀਆਂ ਦੀ ਗਿਣਤੀ ਲੈਂਦੇ ਹਾਂ, ਸਾਰਾ ਪੁੱਛਦੇ ਹਾਂ ਵੀ ਕਿਹਦੀਆਂ ਕੀ ਜ਼ਿੰਮੇਵਾਰੀਆਂ ਘਰ 'ਚ, 90% ਕਲੀਅਰ ਹੋ ਜਾਂਦਾ ਕਿ ਕੀ ਹੋ ਰਿਹਾ ਹੈ। ਅੱਛਾ, ਇਹ ਕਲੀਅਰ ਹੋ ਜਾਂਦਾ ਅਗਲੇ ਦੇ ਘਰ ਜਾ ਕੇ ਕਿ ਕਿਉਂ ਹੋ ਰਿਹਾ। ਫਿਰ ਹੁਣ ਗੱਲ ਇਹ ਹੈ ਕਿ ਤੁਸੀਂ ਆਪ ਕਿਹਾ ਕਿ 95% 90% ਜਿਹੜੇ ਕੇਸਿਸ ਉਹਨਾਂ ਵਿੱਚ ਇਹ ਚੀਜ਼ ਸਪਸ਼ਟ ਹੋ ਜਾਂਦੀ ਹੈ ਜੀ। ਕੋਈ ਇੱਕਾ ਦੁੱਕਾ ਕੋਈ ਇਹੋ ਜਿਹੀਆਂ ਘਟਨਾਵਾਂ ਤਾਂ ਹੋਈਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਚੈਲੰਜ ਆਇਆ ਹੋਊਗਾ, ਕਦੇ ਕਦਾਈ ਤੁਸੀਂ ਵੀ ਅੰਦਰੋਂ ਡਰ ਜਾਂਦੇ ਹੋਗੇ ਕਿ ਵੀ ਆਹ ਚੀਜ਼ ਸਾਡੇ ਗੇੜ 'ਚ ਆਉਣ ਵਾਲੀ ਨਹੀਂ, ਇਹ ਸਾਡੇ ਵੱਸ 'ਚ ਨਹੀਂ ਆ ਰਹੀ ਜਾਂ ਔਖੀ ਆ ਰਹੀ ਹੈ ਜੀ, ਇਸ ਤਰ੍ਹਾਂ ਵੀ ਹੁੰਦਾ ਰਿਹਾ? ਨਵਜੋਤ ਜੀ, ਦੋ ਤਰ੍ਹਾਂ ਦੇ ਕੇਸ ਆ ਅਸਲ 'ਚ। ਇੱਕ ਕੇਸ ਜਿਹਨੂੰ ਘਟਨਾਵਾਂ ਵਾਲੇ ਕੇਸ ਕਹਿੰਦੇ ਆ, ਕਿਤੇ ਅੱਗ ਲੱਗੀ, ਖੂਨ ਦੇ ਛਿੱਟੇ ਆਏ, ਪੇਟੀ 'ਚ ਟਰੰਕ ਪਿਆ, ਟਰੰਕ ਨੂੰ ਜਿੰਦਾ ਲੱਗਿਆ, ਵਿੱਚ ਪਏ ਕੱਪੜੇ ਕੱਟੇ ਗਏ, ਜਲ ਗਏ, ਜਾਂ ਵਿੱਚੋਂ ਲਗਾਤਾਰ ਇਸ ਤਰ੍ਹਾਂ ਵੀ ਹੁੰਦਾ ਬਿਲਕੁਲ ਹੁੰਦਾ। ਜਾਂ ਲਗਾਤਾਰ ਕਿਸੇ ਘਰ ਦੇ ਲੋਕ ਦੇ ਅੰਦਰੋਂ ਪੈਸੇ ਗਾਇਬ ਹੋ ਜਾਂਦੇ, ਮਹੀਨੇ ਬਾਅਦ, 2 ਮਹੀਨੇ ਬਾਅਦ, 4 ਮਹੀਨੇ ਬਾਅਦ, ਜਦੋਂ ਲਗਾਤਾਰ ਘਟਨਾਵਾਂ ਵਾਪਰਦੀਆਂ। ਇੱਕ ਤਾਂ ਇਹ ਘਟਨਾਵਾਂ ਵਾਲੇ ਕੇਸ ਆ ਕਿ ਘਟਨਾ ਹੋਈ, ਘਰਦਿਆਂ ਨੂੰ ਨਹੀਂ ਪਤਾ ਲੱਗਿਆ ਕਿਵੇਂ ਹੋਈ, ਕਿਹਨੇ ਕੀਤੀ, ਪਰ ਘਟਨਾ ਹੋਣ ਤੋਂ ਬਾਅਦ ਜੇ ਮੰਨ ਲਓ ਘਰ ਦੇ ਵਿੱਚ ਖੂਨ ਦੇ ਛਿੱਟੇ ਆਏ, ਸਿੱਟਣ ਵਾਲੇ ਦਾ ਨਹੀਂ ਪਤਾ ਕਿਹਨੇ ਸਿੱਟੇ, ਕਦੋਂ ਸਿੱਟੇ, ਪਰ ਦਿਸਦੇ ਸਾਰਿਆਂ ਨੂੰ। ਅੱਗ ਲੱਗੀ ਦਿਸਦੀ ਸਾਰਿਆਂ ਨੂੰ, ਪਰ ਲਾਉਣ ਵਾਲੇ ਦਾ ਨਹੀਂ ਪਤਾ ਲੱਗਦਾ। ਓਕੇ, ਇੱਕ ਕੇਸ ਇਹ ਆ। ਦੂਸਰੇ ਕੇਸ ਕੀ ਹੈ, ਕਿਸੇ ਵਿਅਕਤੀ ਨੂੰ ਲੱਗਦਾ ਕਿ ਮੇਰੇ 'ਚ ਕਿਸੇ ਦੀ ਆਤਮਾ, ਬੁਰੀ ਆਤਮਾ, ਭੂਤ ਪ੍ਰੇਤ ਆ ਗਿਆ, ਉਹ ਮੈਨੂੰ ਤੰਗ ਕਰਦਾ, ਮੈਨੂੰ ਦੱਬ ਲੈਂਦਾ, ਮੇਰੇ ਤੋਂ ਬੋਲਿਆ ਨਹੀਂ ਜਾਂਦਾ, ਮੇਰੀ ਆਵਾਜ਼ ਨਹੀਂ ਨਿਕਲਦੀ। ਸੋ ਜਿਹਦੇ ਵਿੱਚ ਦਿਸ ਕੁਛ ਨਹੀਂ ਰਿਹਾ, ਘਟਨਾਵਾਂ ਦੇ ਕੇਸ ਦੇ ਵਿੱਚ ਦਿਸ ਫੀਲਿੰਗ ਹੈ। ਮੰਨ ਲਓ ਵੀ ਕਿਸੇ ਵਿਅਕਤੀ ਦਾ ਸਿਰ ਘੁੰਮ ਰਿਹਾ, ਉਹਦੇ 'ਚ ਕੋਈ ਮਰਿਆ ਹੋਇਆ ਵਿਅਕਤੀ ਬੋਲ ਰਿਹਾ, ਉਹ ਹੋ ਰਿਹਾ ਸਾਰਾ ਕੁਝ, ਪਰ ਦਿਸਦਾ ਕਿਸੇ ਨੂੰ ਕੁਝ ਨਹੀਂ, ਉਹਦੇ ਨਾਲ ਹੀ ਹੋ ਰਿਹਾ ਜੋ ਹੋ ਰਿਹਾ, ਉਹ ਐਕਸਪੀਰੀਅੰਸ ਕਰ ਰਿਹਾ। ਹਾਂ, ਉਹ ਹੁਣ ਕੀ ਹੈ, ਦੋਨਾਂ ਕੇਸਾਂ ਦੇ ਵਿੱਚ, ਘਟਨਾਵਾਂ ਵਾਲੇ ਕੇਸਾਂ ਦੀ ਤਾਂ ਗੱਲ ਇਹ ਆ ਕਿ ਅੱਜ ਤੱਕ ਕੋਈ ਪ੍ਰੋਬਲਮ ਆਈ ਨਹੀਂ ਹੈ ਕਿ ਜਿੱਥੇ ਗਏ ਹੋਈਏ ਤੇ ਪੜਤਾਲ 'ਚ ਇਹ ਲੱਭਿਆ ਨਾ ਹੋਵੇ ਕਿ ਕਿਉਂ ਹੋ ਰਿਹਾ ਹੈ, ਕਿਵੇਂ ਹੋ ਰਿਹਾ, ਕੌਣ ਕਰ ਰਿਹਾ। ਉਹ ਸੀ ਮੈਂ ਜਦੋਂ 2009 'ਚ ਕੈਨੇਡਾ ਆਇਆ, ਇੱਥੇ ਵੀ ਇਹੋ ਜਿਹੇ ਕੇਸ ਹੱਲ ਕਰੇ, ਕਿਉਂਕਿ ਪੰਜਾਬ ਵਾਲੇ ਭੂਤ ਨਾਲ ਆ ਜਾਂਦੇ ਆ, ਵੀਜ਼ਾ ਲੈ ਕੇ ਇੱਥੇ ਵੀ ਆ ਜਾਂਦੇ। ਸੋ ਜਿਹੜੇ ਹੁੰਦੇ ਆ ਇਸ ਤਰ੍ਹਾਂ ਦੇ ਕੇਸ, ਜਿਨ੍ਹਾਂ ਨੂੰ ਅਸੀਂ ਕਹਿੰਦੇ ਕਿ ਭੂਤਾਂ ਪ੍ਰੇਤਾਂ ਨਾਲ ਮਾਨਸਿਕ ਪ੍ਰਭਾਵ ਵਾਲੇ ਕੇਸ, ਉਹਦੇ 'ਚ ਕੀ ਹੁੰਦਾ ਕਿ ਬਹੁਤ ਵਾਰੀ ਕੇਸ ਜਦੋਂ ਪੁਰਾਣਾ ਹੋ ਜਾਂਦਾ ਤਾਂ ਉਹਦੀ ਸਥਿਤੀ ਇਹੋ ਜਿਹੀ ਬਣ ਜਾਂਦੀ ਹੈ ਕਿ ਉਹ ਫਿਰ ਸਾਈਕੈਟਰਿਸਟਾਂ ਕੋਲ ਉਹਨੂੰ ਫਿਰ ਕੁਛ ਦਵਾਈ ਦੀ ਲੋੜ ਵੀ ਪੈਂਦੀ ਹੈ। ਪਰ ਇਹ ਅਸੀਂ ਚੈਲੰਜ ਕਰਦੇ ਹਾਂ ਕਿ ਇਹ ਸਾਰੇ ਕੇਸ ਠੀਕ ਹੋਣ ਯੋਗ ਹੁੰਦੇ ਆ, ਬਸ਼ਰਤੇ ਕਿ ਕਿਸੇ ਦੇ ਸਿਰ ਦੀ ਕੋਈ ਵੱਡੀ ਸੱਟ ਲੱਗ ਕੇ ਕੋਈ ਨਰਵਸ ਸਿਸਟਮ ਪ੍ਰਭਾਵਿਤ ਨਾ ਹੋਇਆ ਹੋਵੇ, ਜਾਂ ਆਪਾਂ ਕਹਿ ਲਓ ਕਿ ਕੋਈ ਬ੍ਰੇਨ ਦੇ ਜਿਹੜੇ ਸਾਡੇ ਕੈਮੀਕਲ ਆ, ਕੋਈ ਲੰਬਾ ਸਮਾਂ ਕਿਸੇ ਵਾਤਾਵਰਨ 'ਚ ਰਹਿਣ ਕਰਕੇ ਕਿ ਉਹਨਾਂ ਦੇ ਵਿੱਚ ਕੋਈ ਵੱਡੇ ਵਿਗਾੜ ਨਾ ਪੈ ਗਏ। ਹੁਣ ਉਹਨਾਂ 'ਚ ਵੀ ਬਹੁਤ ਠੀਕ ਹੋਣ ਯੋਗ ਹੁੰਦੇ, ਆਪਾਂ ਅੱਗੇ ਸ਼ੇਅਰ ਵੀ ਕਰਾਂਗੇ, ਪਰ ਠੀਕ ਹੋਣ ਯੋਗ ਹੁੰਦੇ ਆ। ਲੋੜ ਇਸ ਗੱਲ ਦੀ ਹੁੰਦੀ ਆ ਕਿ ਜਿਹੜਾ ਕੋਈ ਇਸ ਗੱਲ ਤੋਂ ਪੀੜਤ ਹੈ ਵੀ ਉਹ ਸਹੀ ਥਾਂ 'ਤੇ ਜਾਵੇ। ਇਹ ਨਹੀਂ ਹੈ ਕਿ ਕੋਈ ਪ੍ਰੋਬਲਮ ਆਈ, ਅਸੀਂ ਕਿਸੇ ਬਾਬੇ ਦੇ ਡੇਰੇ ਚਲੇ ਗਏ, ਚੌਂਕੀਆਂ ਭਰਨ ਚਲੇ ਗਏ, ਕਿਸੇ ਤਵੀਤ ਪਾ ਲਿਆ, ਥੌਲਾ ਕਰਾ ਲਿਆ, ਸਾਰਾ ਕੁਛ ਇਹੋ ਜਿਹਾ ਕਰ ਲਿਆ। ਅਸੀਂ ਕਹਿਣਾ ਚਾਹੁੰਦੇ ਤਰਕਸ਼ੀਲ ਸੁਸਾਇਟੀ ਕੋਈ ਇਹ ਨਹੀਂ ਕਹਿੰਦੀ ਕਿ ਇਹ ਕੋਈ ਡਾਕਟਰ ਹੈ, ਇਹ ਕਾਉਂਸਲਰ ਹੈ, ਗਾਈਡ ਕਰਦੀ ਹੈ ਕਿ ਤੁਹਾਡਾ ਕੇਸ ਜੇ ਕਾਉਂਸਲਿੰਗ ਨਾਲ ਠੀਕ ਹੋਣ ਵਾਲਾ ਤਾਂ ਸੁਸਾਇਟੀ ਆਪ ਕਰਦੀ ਹੈ, ਤੇ ਜੇ ਕੋਈ ਡਾਕਟਰ ਵਾਲੀ ਸਾਈਡ 'ਤੇ ਭੇਜਣ ਵਾਲਾ ਤੇ ਉਹ ਕਰਦੀ ਹੈ। ਤੇ ਘਰਦਿਆਂ ਨੂੰ ਉਸ ਪਰ ਕੇਸ ਦੇ ਪੈਦਾ ਹੋਣ ਦੇ ਜਿਹੜੇ ਕਾਰਨ ਉਹ ਦੱਸੇ ਜਾਂਦੇ, ਉਹ 'ਚੋਂ ਕਈ ਵਾਰੀ ਕਾਰਨ ਹੀ ਇਹੋ ਜਿਹਾ ਹੁੰਦਾ ਕਿ ਹੱਲ ਹੋਣ ਯੋਗ ਨਹੀਂ ਹੈ। ਅੱਛਾ, ਹੁਣੇ ਤੁਸੀਂ ਜ਼ਿਕਰ ਕੀਤਾ ਕਿ ਕਈ ਜਿਹੜੇ ਲੋਕ ਨੇ ਉਹ ਕੋਈ ਹੱਥ ਹੌਲਾ ਕਰਾਉਣ ਜਾਂਦਾ, ਕੋਈ ਕਿਸੇ ਤਰ੍ਹਾਂ ਦਾ ਕੋਈ ਪਾਣੀ ਦਾ ਛਿੜਕਾਅ ਕਰਨਾ, ਕਿਸੇ ਨੇ ਕੋਈ ਦੁੱਧ ਦਾ ਛਿੜਕਾਅ ਕਰਨਾ, ਜਾਂ ਜਿਹੋ ਜਿਹੇ ਵੀ ਜਿਹੜੇ ਸਮਾਧਾਨ ਦੱਸੇ ਜਾਂਦੇ ਆ ਜਾਂ ਹੱਲ ਦੱਸੇ ਜਾਂਦੇ ਆ, ਹੱਲ ਸੁਝਾਏ ਜਾਂਦੇ ਆ, ਲੋਕ ਉਹ ਕਰਦੇ ਆ। ਤੇ ਕਈ ਲੋਕ ਫਿਰ ਇਸ ਚੀਜ਼ ਦਾ ਜਿਹੜਾ ਉਹ ਵੀ ਤਾਂ ਇੱਕ ਪ੍ਰੈਕਟੀਕਲ ਕੁਛ ਨਾ ਕੁਛ ਕਰਦੇ ਆ, ਜਦੋਂ ਫਿਰ ਉਹ ਕਿਸੇ ਦੂਜੇ ਨੂੰ ਇਹ ਦੱਸਦੇ ਆ ਕਿ ਭਾਈ ਮੈਂ ਇੱਥੋਂ ਠੀਕ ਹੋ ਗਿਆ ਜੀ,
ਮੈਂ ਵੀ ਆਪਣੇ ਐਕਸਪੈਰੀਮੈਂਟ ਦੇ ਬੇਸ ਤੇ ਹੀ ਦੱਸ ਰਿਹਾ ਹੈਗਾ ਜੀ, ਜੀ। ਤੇ ਕਿਸੇ ਹੋਰ ਨੂੰ ਦੱਸਿਆ ਉਹ ਵੀ ਠੀਕ ਹੋ ਗਿਆ, ਦੂਜਾ ਹੋ ਗਿਆ, ਤੀਜਾ ਹੋ ਗਿਆ ਠੀਕ। ਉਹਦੇ ਬਾਰੇ ਫਿਰ ਆਪਣੇ ਆਪ ਵਿਸ਼ਵਾਸ ਬਣ ਜਾਣਾ ਲਾਜ਼ਮੀ ਆ। ਜੀ ਜੀ, ਬਿਲਕੁਲ ਬਿਲਕੁਲ। ਹੁੰਦਾ ਕੀ ਹੈ, ਕਿਉਂਕਿ ਤਰਕ ਸੋਸਾਇਟੀ ਨੇ ਤਾਂ ਇੱਕ ਚੈਲੰਜ ਹੀ ਕੀਤਾ ਨਾ ਵੀ ਇਸ ਪੂਰੇ ਸੰਸਾਰ 'ਚ, ਧਰਤੀ ਤੇ ਜਿੱਥੇ ਵੀ ਮਨੁੱਖਤਾ ਵੱਸਦੀ ਹੈ, ਕਿਸੇ ਵਿਅਕਤੀ ਕੋਲ ਕਿਸੇ ਜਗ੍ਹਾ 'ਚ, ਥਾਂ 'ਚ ਅਜਿਹੀ ਕੋਈ ਸ਼ਕਤੀ ਨਹੀਂ ਹੈ ਕਿਸੇ ਦਾ ਕੁਝ ਸਵਾਰਨ ਦੀ ਜਾਂ ਵਿਗਾੜਨ ਦੀ। ਅੱਛਾ। ਹਾਂ, ਫਿਰ ਉੱਥੇ ਜਾ ਕੇ ਵੀ ਠੀਕ ਕਿਉਂ ਹੋ ਜਾਂਦੇ ਆ? ਹਾਂ, ਅਸਲ ਦੇ ਵਿੱਚ ਉੱਥੇ ਸ਼ਕਤੀ ਕੋਈ ਨਹੀਂ ਹੈ। ਜਿਹੜੇ ਵਿਅਕਤੀ ਨੂੰ ਕੋਈ ਪ੍ਰੋਬਲਮ ਹੈ, ਮੋਸਟਲੀ ਉੱਥੇ ਠੀਕ ਹੁੰਦੇ ਥੋੜ੍ਹੀਆਂ ਮਾਨਸਿਕ ਸਮੱਸਿਆਵਾਂ ਵਾਲੇ ਕੇਸ, ਉਸ ਵਿਅਕਤੀ ਨੂੰ ਜਿਹੜਾ ਵਿਅਕਤੀ ਉੱਥੇ ਲੈ ਕੇ ਜਾਂਦਾ ਹੈ, ਉਹਨੇ ਉਹਨੂੰ ਪ੍ਰੀ ਫੀਡ ਕੀ ਕੀਤਾ ਉਸ ਥਾਂ ਬਾਰੇ, ਉਸ ਵਿਅਕਤੀ ਬਾਰੇ, ਕਿ ਉਹ ਕਿੰਨੀ ਸ਼ਕਤੀਸ਼ਾਲੀ ਚੀਜ਼ ਆ, ਕਿੰਨੀ ਸ਼ਕਤੀਸ਼ਾਲੀ ਥਾਂ, ਕਿੰਨਾ ਸ਼ਕਤੀਸ਼ਾਲੀ ਵਿਅਕਤੀ ਆ ਜਿੱਥੇ ਤੈਨੂੰ ਲਿਜਾਇਆ ਜਾ ਰਿਹਾ। ਉਹ ਅਸਰ ਹੈ ਜਿਹੜਾ ਉਹਦੇ ਮਨ 'ਚ ਲਿਜਾਣਾ। ਹੁਣ ਜਿਵੇਂ ਹੁੰਦਾ ਕੀ ਹੈ ਵੀ ਉੱਥੇ ਤਾਂ ਵੱਡੇ ਵੱਡੇ ਭੂਤ ਕਾਬੂ ਆ ਜਾਂਦੇ, ਬਹੁਤ ਥਾਵਾਂ ਇਹੋ ਜਿਹੀਆਂ, ਕੋਈ ਡੇਰਾ ਵਡਭਾਗ ਦਾ ਨਾਂ ਲੈ ਸਕਦਾ, ਕੋਈ ਇਹੋ ਜਿਹੇ ਹੋਰ ਵੀ ਲੈ ਸਕਦਾ ਹੈ। ਉਹ ਜਦੋਂ ਵਿਅਕਤੀ ਨੂੰ ਲਿਜਾਇਆ ਜਾਂਦਾ ਜਿਹੜਾ ਸਿਰਫ ਮਾਨਸਿਕ ਰੋਗੀ ਹੈ, ਮਨ ਤੇ ਜਿਹਦੇ ਉਦਾਂ ਦਾ ਅਸਰ, ਆਪਾਂ ਅੱਗੇ ਇਹਨੂੰ ਹੋਰ ਡਿਫਰੈਂਸ਼ੀਏਟ ਕਰ ਲਾਂ, ਉਹ ਵਿਅਕਤੀ ਨੂੰ ਇੱਕ ਹੱਦ ਤੱਕ ਉੱਥੋਂ ਰਾਹਤ ਮਿਲਦੀ ਹੈ ਕਿ ਇੱਥੇ ਜਦੋਂ ਵੀ ਕੋਈ ਆਉਂਦਾ ਹੈ ਉਹ ਠੀਕ ਹੋ ਕੇ ਚਲਿਆ ਜਾਂਦਾ ਹੈ। ਪਰ ਉਹ ਵਕਤੀ ਹੁੰਦੀ ਹੈ, ਉਹ ਟੈਂਪਰੇਰੀ ਹੁੰਦੀ ਹੈ। ਕਿਉਂਕਿ ਜਿਹੜੇ ਹਾਲਾਤਾਂ 'ਚ ਉਹ ਮਰੀਜ਼ ਬਣਿਆ, ਉਹ ਹਾਲਾਤ ਤਾਂ ਕਿਸੇ ਨੇ ਨਹੀਂ ਨਾ ਬਦਲੇ, ਉਹ ਹਾਲਾਤ ਤਾਂ ਕਿਸੇ ਨੇ ਜਾਣੇ ਨਹੀਂ ਨਾ। ਜਦੋਂ ਜਾਣੇ ਨਹੀਂ ਫਿਰ ਬਦਲੇ ਵੀ ਨਹੀਂ ਜਾਣੇ, ਜਦੋਂ ਬਦਲੇ ਨਹੀਂ ਤਾਂ ਉਹ ਵਕਤੀ ਤੌਰ 'ਤੇ ਠੀਕ ਹੋ ਜਾਂਦਾ। ਅਸੀਂ ਬਹੁਤ ਵਾਰੀ ਇਹ ਕਰਕੇ ਵੇਖਿਆ, ਸਰੋਤਿਆਂ ਨੂੰ ਵੀ ਕਹਾਂਗੇ ਵੀ ਤੁਸੀਂ ਵੀ ਜ਼ਰੂਰ ਕਰਕੇ ਦੇਖੋ। ਅਗਰ ਕਿਸੇ ਵੀ ਵੱਡੇ ਤੋਂ ਵੱਡੀ ਜਗ੍ਹਾ ਕਹਿ ਲਓ, ਬਾਬਾ ਕਹਿ ਲਓ, ਡੇਰਾ ਕਹਿ ਲਓ, ਉਹਦੇ ਦਿੱਤੇ ਹੋਏ ਤਵੀਤ ਨਾਲ ਕੋਈ ਮਰੀਜ਼ ਠੀਕ ਹੋਇਆ ਤੇ ਉਹ ਤਵੀਤ ਸਾਡੇ ਅਕਸਰ ਝੂਠੇ ਝਾਠੇ ਪੈ ਜਾਂਦੇ। ਕੋਈ ਮਰਗਰ ਵਾਲੇ ਘਰੇ ਚਲਿਆ ਗਿਆ, ਕੋਈ ਹੋਰ ਹੋ ਗਿਆ, ਪ੍ਰੋਬਲਮ ਦੁਬਾਰੇ ਆ ਗਈ, ਫਿਰ ਦੁਬਾਰੇ ਪ੍ਰੋਬਲਮ ਆਈ ਤਾਂ ਕੀ ਹੁੰਦਾ ਵੀ ਦੁਬਾਰੇ ਤਵੀਤ ਲਿਓ। ਤਾਂ ਕੋਈ ਵੀ ਵਿਅਕਤੀ ਜਿਹੜਾ ਥੋੜ੍ਹਾ ਜਿਹਾ ਸਾਇੰਟੀਫਿਕ ਸੋਚ ਰੱਖਦਾ, ਤਰਕਸ਼ੀਲ ਸੋਚ ਰੱਖਦਾ, ਉਹ ਆਪਣੇ ਸਿਰ ਜ਼ਿੰਮੇਵਾਰੀ ਲੈ ਲੇ ਕਿ ਮੈਂ ਇਹ ਤਵੀਤ ਲਿਆ ਦੇਣਾ। ਅੱਛਾ। ਬਾਬੇ ਕੋਲ ਜਾਓ, ਬਾਬੇ ਤੋਂ ਤਵੀਤ ਲੈ ਲਓ। ਤਵੀਤ ਲੈਣ ਤੋਂ ਜੋ ਉਹਨੇ ਦਿੱਤਾ ਤੁਸੀਂ ਉਹਨੂੰ ਬਦਲ ਲਓ, ਉਹਨੂੰ ਸਿੱਟ ਦਿਓ, ਉਹਦੇ ਵਰਗਾ ਤੁਸੀਂ ਆਪਦਾ ਬਣਾ ਲਓ। ਅੱਛਾ। ਲਿਆ ਕੇ ਮਰੀਜ਼ ਦੇ ਪਾ ਦਿਓ, ਉਹਦਾ ਵੀ 100% ਅਸਰ ਹੋਊ ਜਿੰਨਾ ਬਾਬੇ ਵਾਲਾ। ਪਰ ਮਰੀਜ਼ ਨੂੰ ਨਹੀਂ ਦੱਸਣਾ ਕੀ ਬਦਲਿਆ ਹੋਇਆ। ਜੇ ਦੱਸ ਤਾਂ ਬਦਲਿਆ ਹੋਇਆ, ਫਿਰ ਉਹਦਾ ਰਿਜ਼ਲਟ 0 ਤੇ ਆ, ਕਿਉਂਕਿ ਉਹ ਰਿਸੈਪਟਿਵ ਹੋ ਗਿਆ, ਉਹ ਪਹਿਲਾਂ ਹੀ ਤਿਆਰ ਹੋ ਗਿਆ। ਜਾਣੀ ਉਹਨੂੰ ਜੋ ਪ੍ਰੀ ਫੀਡ ਕੀਤਾ, ਚਾਹੇ ਉਹ ਬਾਬੇ ਦੇ ਏਜੰਟ ਨੇ ਕੀਤਾ, ਚਾਹੇ ਜਿਹੜਾ ਉੱਥੋਂ ਕੋਈ ਪਹਿਲਾਂ ਠੀਕ ਰਾਹਤ ਮਹਿਸੂਸ ਕਰਕੇ ਆਇਆ ਵੀ ਮੈਂ ਉੱਥੋਂ ਠੀਕ ਹੋ ਗਿਆ ਸੀ, ਤੂੰ ਵੀ ਉੱਥੇ ਜਾ ਵੜਾ। ਉਹ ਇਸ ਕਰਕੇ ਹੁੰਦਾ, ਜਿਹੜੀ ਉੱਥੇ ਕੋਈ ਸ਼ਕਤੀ ਨਹੀਂ ਹੁੰਦੀ ਜਿਹੜੀ ਉਹਨੂੰ ਠੀਕ ਕਰਦੀ। ਪਰ ਇਹ ਜਿਹੜੀ ਇਹਦੇ ਜ਼ਿਆਦਾ ਸਾਈਕੋਲੋਜੀ ਜਾਂ ਸਾਈਕੈਟਰਿਸਟ ਜਿਹੜੇ ਹੈਗੇ ਆ, ਉਹ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਜ਼ਿਆਦਾ ਡੀਲ ਕਰਦੇ ਹੋਣਗੇ। ਪਰ ਜਿਹੜੀਆਂ ਤੁਸੀਂ ਘਟਨਾਵਾਂ ਦੀ ਗੱਲ ਕੀਤੀ ਹੈ ਜੀ, ਘਟਨਾਵਾਂ ਬਹੁਤ ਕਈ ਵਾਰ ਇੰਟਰਸਟਿੰਗ ਹੁੰਦੀਆਂ। ਮੈਨੂੰ ਯਾਦ ਆ ਕਿ ਮੈਂ ਵੀ ਜਦੋਂ ਛੋਟੀ ਹੁੰਦੀ ਸੀ, ਸਾਡੇ ਪਿੰਡ ਦੇ ਵਿੱਚ ਵੀ ਇਹ ਅਸੀਂ ਰੋਜ਼ ਇੱਕ ਘਰ 'ਚੋਂ ਖਬਰ ਆਉਂਦੀ ਹੁੰਦੀ ਸੀ ਕਿ ਉਹਨਾਂ ਦਾ ਕੋਈ ਮੁੰਡਾ ਆ ਜਿਹਦੇ ਸਾਰੇ ਸਰੀਰ ਦੇ ਉੱਤੇ ਜ਼ਖਮ ਹੋ ਜਾਂਦੇ ਆ, ਜਿੱਦਾਂ ਕੋਈ ਸ਼ੀਸ਼ੇ ਦੇ ਨਾਲ ਚੀਰ ਗਿਆ ਜਾਂ ਚਾਕੂ ਦੇ ਨਾਲ ਜ਼ਖਮ ਕਰ ਗਿਆ। ਤੇ ਲੋਕ ਦੇਖਣ ਜਾਂਦੇ ਹੁੰਦੇ ਸੀ, ਅਸੀਂ ਵੀ ਛੋਟੇ ਛੋਟੇ ਹੁੰਦੇ ਦੇਖਣ ਜਾਂਦੇ ਸੀ, ਜਿਵੇਂ ਕੋਈ ਤਮਾਸ਼ਾ ਹੁੰਦਾ ਨਾ ਵੀ। ਅੱਛਾ, ਫਿਰ ਭੀੜ ਇਕੱਠੀ ਹੋ ਜਾਂਦੀ ਸੀ, ਉੱਥੇ ਖੂਨ ਦੇ ਛਿੱਟੇ ਇੱਧਰ ਉੱਧਰ ਹੁੰਦੇ ਸੀ ਤੇ ਲੋਕ ਮੰਨ ਕੇ ਆ ਜਾਂਦੇ ਸੀ ਔਰ ਡਰਨਾ ਸ਼ੁਰੂ ਕਰ ਦਿੱਤਾ ਸੀ ਕਿ ਇਹਨਾਂ ਦੇ ਘਰ ਦੇ ਵਿੱਚ ਕੋਈ ਭੂਤ ਪ੍ਰੇਤ ਵਰਗੀ ਚੀਜ਼ ਹੈ। ਉਹ ਕਿਵੇਂ ਠੀਕ ਹੋਇਆ, ਆਈ ਹੈਵ ਨੋ ਆਈਡੀਆ ਅਬਾਊਟ ਦੈਟ। ਪਰ ਮੇਰੀ ਹੁਣ ਹੌਲੀ ਹੌਲੀ ਉਹ ਚੀਜ਼ ਯਾਦ ਆ ਰਹੀ ਹੈ ਕਿ ਇਸ ਤਰ੍ਹਾਂ ਹੁੰਦਾ ਸੀਗਾ। ਉਹ ਕਿਵੇਂ ਹੁੰਦਾ ਹੁਣ? ਇਹ ਉਹਦਾ ਇੱਕ ਮਹਿਜ਼ ਅਹਿਸਾਸ ਨਹੀਂ ਹੈ ਜੀ, ਇਹ ਦਿਸ ਰਿਹਾ, ਆਪਾਂ ਨੂੰ ਵੀ ਦਿਸ ਰਿਹਾ। ਬਿਲਕੁਲ ਸੇਮ ਜੀ। ਇਹ ਇੱਕ ਅਜਿਹੀ ਮਾਨਸਿਕ ਅਵਸਥਾ ਜਿਹਦੇ 'ਚ ਵਿਅਕਤੀ, ਆਪਾਂ ਇਹ ਕਹਿ ਸਕਦੇ ਵੀ ਆਪਦੇ ਹੀ ਬਲੇਡ ਕਿਉਂ ਮਾਰ ਲੂਗਾ ਸ਼ੀਸ਼ੇ ਨਾਲ ਜਾਂ ਕਿਸੇ ਵੀ ਚੀਜ਼ ਨਾਲ ਕੱਟ ਕੇ। ਇੱਕ ਵਿਸ਼ੇਸ਼ ਅਵਸਥਾ ਹੁੰਦੀ ਹੈ ਜਿਹਦੇ 'ਚ ਉਹਨੂੰ ਉਸ 'ਚੋਂ ਰਾਹਤ ਮਹਿਸੂਸ ਹੁੰਦੀ ਹੈ। ਉਹ ਰਾਹਤ ਹੋ ਸਕਦਾ ਉਹਨੂੰ ਇਸ ਤਰ੍ਹਾਂ ਕਰਨ ਨਾਲ ਹਮਦਰਦੀ ਮਿਲਦੀ ਹੋਵੇ, ਹੋ ਸਕਦਾ ਇਸ ਤਰ੍ਹਾਂ ਹੋਣ ਨਾਲ ਉਹਦੀ ਕੋਈ ਹੋਰ ਡਿਮਾਂਡ ਪੂਰੀ ਹੁੰਦੀ ਹੋਵੇ। ਉਹ ਜਦੋਂ ਹੁੰਦੀ ਹੈ ਤਾਂ ਉਹਦਾ ਜਿਹੜਾ ਸਭ ਕੁਛ ਮਾਈਂਡ ਆ ਉਹ ਹੋਰ ਐਕਟਿਵ ਹੋ ਜਾਂਦਾ ਵੀ ਤੂੰ ਹੋਰ ਕਰ, ਹੋਰ ਕਰ। ਮਸਲਨ ਇੱਕ ਪਰਿਵਾਰ ਦੇ ਵਿੱਚ ਇੱਕ ਕੇਸ ਆਇਆ ਕਿ ਨੂੰਹ ਰਾਣੀ ਨੂੰ ਅੱਗੇ ਪਤਾ ਹੁੰਦਾ ਕੀ ਹੈ ਕਿ ਉਹਨੂੰ ਦੌਰਾ ਪੈਂਦਾ। ਜਦੋਂ ਦੌਰਾ ਪੈਂਦਾ ਤੇ ਉਹਦੇ 'ਚ ਕਾਲੀ ਮਾਈ ਆ ਜਾਂਦੀ ਹੈ ਤੇ ਕਾਲੀ ਮਾਈ ਆ ਜਾਂਦੀ ਹੈ ਤੇ ਫਿਰ ਉਹ ਬਹੁਤ ਘਰਦਿਆਂ ਨੂੰ ਹੋਰ ਅਵਾ ਤਵਾ ਵੀ ਬੋਲਦੀ ਤੇ ਸਾਰਾ ਪਰਿਵਾਰ ਹੱਥ ਜੋੜ ਕੇ ਉਹਦੇ ਮੂਹਰੇ ਖੜ ਜਾਂਦਾ। ਅੱਛਾ। ਉਹਦੀ ਮਿਹਨਤ ਤਰਲਾ ਕਰਦਾ, ਤੂੰ ਪੁੱਛਦੇ ਆ ਵੀ ਤੁਸੀਂ ਕੀ ਕਰੀਏ, ਤੈਨੂੰ ਕਿਹਦੇ ਨਾਲ ਸ਼ਾਂਤੀ ਮਿਲੂ, ਹੋਰ ਹੋਊ। ਫਿਰ ਉਹ 2-4 ਗੱਲਾਂ ਦੱਸ ਦਿੰਦੀ ਹੈ ਵੀ ਤੁਸੀਂ ਆਹ ਨਹੀਂ ਕੀਤਾ, ਤੁਸੀਂ ਆਹ ਨਹੀਂ ਕੀਤਾ, ਤੁਸੀਂ ਆਹ ਕਰੋ। ਉਹ ਫਿਰ ਕਰਦੇ ਆ। ਹੁਣ ਹੁੰਦਾ ਕੀ ਹੈ, ਉਸ ਤੋਂ ਬਾਅਦ ਉਹ ਸ਼ਾਂਤ ਹੋ ਜਾਂਦੀ ਹੈ ਕਿਉਂਕਿ ਜੋ ਉਹਨੇ ਡਿਮਾਂਡ ਕੀਤੀ ਉਹ ਪੂਰੀ ਕਰਤੀ। ਹੌਲੀ ਹੌਲੀ ਕੀ ਹੈ, ਸਬਕੌਂਸ਼ੀਅਸ ਮਾਈਂਡ ਹੈ ਜਿਹੜਾ ਉਹਦਾ ਇਸ ਗੱਲ ਦਾ ਹੈਬਚੁਅਲ ਹੋ ਜਾਂਦਾ ਵੀ ਜਿਹੜੀ ਗੱਲ ਇਹ ਸਿੱਧੇ ਰੂਪ 'ਚ ਨਹੀਂ ਨਾ ਮੰਨਦੇ, ਉਹ ਇਸ ਤਰ੍ਹਾਂ ਹੋਣ ਨਾਲ ਬਹੁਤ ਛੇਤੀ ਮੰਨ ਜਾਂਦੇ।
ਅੱਛਾ, ਆਪਾਂ ਹੁਣ ਜ਼ਿਆਦਾਤਰ ਜਿਹੜੀਆਂ ਗੱਲਾਂ ਆ, ਕਿਉਂਕਿ ਤੁਸੀਂ ਉੱਥੇ ਤਜਰਬੇ ਕਰਦੇ ਆਏ ਹੋ, ਪੰਜਾਬ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ, ਉੱਥੇ ਇਸ ਤਰ੍ਹਾਂ ਅਕਸਰ ਆਪਾਂ ਇਹ ਗੱਲਾਂ ਸੁਣਦੇ ਹਾਂ। ਹੁਣ ਜਿਸ ਮੁਲਕ ਦੇ ਵਿੱਚ ਇੱਥੇ ਆਪਾਂ ਬੈਠੇ ਹਾਂ, ਜੀ, ਇੱਥੇ ਬੇਸ਼ੱਕ ਇਹ ਜਿਹੜੀਆਂ ਗੱਲਾਂ ਆਮ ਤੌਰ 'ਤੇ ਅਸੀਂ ਨਹੀਂ ਐਕਸਪੀਰੀਅੰਸ ਕਰਦੇ, ਜਾਂ ਕਿਤੇ ਇੱਕਾ ਦੁੱਕਾ ਹੁੰਦੀਆਂ ਹੋਣਗੀਆਂ, ਬਹੁਤਾ ਜ਼ਿਆਦਾ ਐਕਸਪੀਰੀਅੰਸ ਕੀਤਾ ਨਹੀਂ, ਨਾ ਕਿਤੇ ਬਹੁਤਾ ਸੁਣਨ ਦੇ ਵਿੱਚ ਆਉਂਦਾ। ਪਰ ਜੇ ਆਪਾਂ ਆਪਣੀ ਕਮਿਊਨਿਟੀ ਤੋਂ ਇਲਾਵਾ ਹੋਰਨਾਂ ਕਮਿਊਨਿਟੀਜ਼ ਦੀ ਵੀ ਗੱਲ ਕਰਦੇ ਹਾਂ, ਤੁਹਾਨੂੰ ਪਤਾ ਕਿ ਹੈਲੋਵੀਨ ਦਾ ਤਿਉਹਾਰ ਆਉਂਦਾ ਸਾਡੇ ਅਕਤੂਬਰ ਦੇ ਵਿੱਚ। ਸਾਰੇ ਲੋਕ ਭੂਤ ਪ੍ਰੇਤ ਦੇ ਜਿਹੜੇ ਆਪਣੇ ਵੱਲੋਂ ਡਰੈਸਅਪ ਹੁੰਦੇ ਆ, ਉਸ ਤਰੀਕੇ ਦੇ ਨਾਲ ਡਰੈਸਅਪ ਹੋ ਕੇ ਘੁੰਮਦੇ ਫਿਰਦੇ ਆ, ਜਿਹਦਾ ਕਹਿਣ ਦੇ ਪਰਪਜ਼ ਇਹ ਵੀ ਹੈ ਕਿ ਲੋਕ ਜਿਹੜੇ ਆ, ਬੱਚੇ ਸਾਡੇ ਇਸ ਚੀਜ਼ ਤੋਂ ਡਰਨ ਨਾ। ਪਰ ਇਹ ਹੈ ਕਿ ਉਹਦੀ ਐਗਜ਼ਿਸਟੈਂਸ ਤਾਂ ਦੈਟ ਮੀਨਸ ਅਸੀਂ ਮੰਨ ਕੇ ਚੱਲ ਰਹੇ ਹਾਂ, ਨਾ ਸਿਰਫ ਆਪਣੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ, ਬਾਹਰ ਜਿੱਥੇ ਦੁਨੀਆ ਪੱਧਰ ਦੇ ਉੱਤੇ ਐਡਾ ਇਹ ਤਿਉਹਾਰ ਸੈਲੀਬ੍ਰੇਟ ਕੀਤਾ ਜਾਂਦਾ, ਭੂਤਾਂ ਪ੍ਰੇਤਾਂ ਦੀ ਐਗਜ਼ਿਸਟੈਂਸ ਦਾ ਜ਼ਿਕਰ ਕੀਤਾ ਜਾਂਦਾ। ਇਹ ਜਦੋਂ ਸੈਲੀਬ੍ਰੇਟ ਕੋਈ ਚੀਜ਼ ਕਰ ਰਹੇ ਹਾਂ, ਚਾਹੇ ਉਹਦੇ ਵਿੱਚੋਂ ਡਰ ਕੱਢਣ ਦੀ ਅਸੀਂ ਗੱਲ ਕਰ ਰਹੇ ਹਾਂ ਜਾਂ ਅਸੀਂ ਡਰਾਉਣ ਦੀ ਗੱਲ ਕਰ ਰਹੇ ਹਾਂ, ਪਰ ਇਹ ਪੁਆਇੰਟ ਤਾਂ ਹੈ ਕਿ ਦੈਟ ਮੀਨਸ ਉਹ ਚੀਜ਼ਾਂ ਐਗਜ਼ਿਸਟ ਕਰਦੀਆਂ ਕਿਤੇ ਨਾ ਕਿਤੇ। ਹੁਣ ਉਹਦੇ ਬਾਰੇ ਕੀ ਖਿਆਲ ਹੈ ਤੁਹਾਡਾ? ਅਸਲ ਦੇ ਵਿੱਚ ਕੀ ਹੈ ਵੀ ਜਦੋਂ ਅਸੀਂ ਕੁਝ ਪੁਰਾਣੇ ਚੱਲਦੇ ਰੀਤੀ ਰਿਵਾਜ ਜਾਂ ਤਿਉਹਾਰ ਕਹਿ ਲਓ ਚੱਲਦੇ ਆਉਂਦੇ ਆ, ਸਾਨੂੰ ਇਹ ਲੱਗਦਾ ਕਿ ਉਸ ਵੇਲੇ ਦੇ ਹਾਲਾਤਾਂ ਦੇ ਵਿੱਚੋਂ, ਗਿਆਨ ਦੀ ਕਮੀ ਦੇ ਵਿੱਚੋਂ ਅਜਿਹੀਆਂ ਗੱਲਾਂ ਜਿਹੜੀਆਂ ਪੈਦਾ ਹੋ ਜਾਂਦੀਆਂ, ਅਤੇ ਫਿਰ ਉਹ ਅੱਗੇ ਪੀੜ੍ਹੀ ਦਰ ਪੀੜ੍ਹੀ ਕਿ ਇਹ ਐਂ ਕਰਨਾ, ਉਹਦੇ 'ਤੇ ਕੁਐਸਚਨ ਨਹੀਂ ਹੁੰਦਾ। ਜਿਵੇਂ ਆਪਾਂ ਨੂੰ ਪਤਾ ਅਕਸਰ ਹੀ ਹੁਣ ਵੀ ਪੰਜਾਬ 'ਚ ਵੀ ਹੋਰਨਾਂ ਥਾਵਾਂ 'ਤੇ ਵੀ ਚੱਲਦਾ ਕਿ ਜਦੋਂ ਗਰਮੀ ਦੇ ਵਿੱਚ ਝੋਨਾ ਲੱਗਦਾ, ਪਾਣੀ ਦੀ ਲੋੜ ਹੁੰਦੀ ਆ, ਬਾਰਿਸ਼ ਦੀ ਲੋੜ ਹੁੰਦੀ ਆ, ਤਾਂ ਲੋਕੀ ਚੌਲਾਂ ਦੇ ਜੱਗ ਕਰਨੇ ਸ਼ੁਰੂ ਕਰ ਦਿੰਦੇ ਆ। ਉਹਨਾਂ ਦਾ ਕਨਸੈਪਟ ਕੀ ਆ, ਉਹ ਪੀੜ੍ਹੀ ਦਰ ਪੀੜ੍ਹੀ ਚੱਲਿਆ ਆਉਂਦਾ ਕਿ ਇੰਦਰ ਦੇਵਤਾ ਜਿਹੜਾ ਉਹਨੂੰ ਜੇ ਖੁਸ਼ ਕਰਾਂਗੇ ਤਾਂ ਫਿਰ ਉਹ ਮੀਂਹ ਪਾਊਗਾ। ਹੁਣ ਜਦੋਂ ਕਿ ਇਹ 5ਵੀਂ ਕਲਾਸ ਦੇ ਸਿਲੇਬਸ 'ਚ ਵੀ ਆ ਗਿਆ, ਵਿਗਿਆਨ ਨੇ ਦੱਸਤਾ ਕਿ ਮੀਂਹ ਪੈਣ ਦਾ ਤਰੀਕਾ ਕੀ ਹੈ, ਅਸਲ ਗੱਲ ਕੀ ਹੈ। ਹੁਣ ਦੋ ਹੀ ਗੱਲਾਂ ਨੇ, ਇੱਕ ਤਾਂ ਇਹ ਵੀ ਜਦੋਂ ਇਹ ਗੱਲਾਂ 10 ਸਾਲ ਦੇ ਬੱਚੇ ਨੂੰ ਪਤਾ ਲੱਗ ਗਈਆਂ, ਤੇ ਬਾਕੀ ਸਾਰਿਆਂ ਨੂੰ ਉਹਨੂੰ ਮੰਨ ਕੇ ਉਵੇਂ ਚੱਲਦੇ ਹੋਏ, ਤੇ ਉਹ ਬੰਦ ਕਰ ਦੇਣਾ ਚਾਹੀਦਾ। ਚੌਲਾਂ ਦੇ ਕੜਾਹੇ ਕੱਢਣੇ, ਜੋ ਦਾਨ ਪੁੰਨ, ਇੰਦਰ ਦੇਵਤਾ ਨੂੰ ਖੁਸ਼, ਗੁੱਡੀ ਫੂਕਣੀ, ਬਿਲਕੁਲ। ਅੱਛਾ, ਉਹ ਕੀਤੇ ਨਹੀਂ ਜਾਂਦੇ, ਉਹ ਚੱਲਦੇ ਰਹਿੰਦੇ ਆ, ਕਿਉਂਕਿ ਕਿਸੇ ਗੱਲ ਨੂੰ ਠੀਕ ਸਮਝ ਲੈਣਾ ਤੇ ਉਹਨੂੰ ਆਪਦੇ ਸੰਸਕਾਰਾਂ 'ਚੋਂ ਕੱਢ ਦੇਣਾ, ਇਹਦੇ 'ਚ ਗੈਪ ਬੜਾ ਹੈ। ਬਿਲਕੁਲ, ਉਹ ਗੈਪ ਕਰਕੇ ਇਹ ਜਿਹੜੇ ਇਸ ਤਰ੍ਹਾਂ ਦੇ ਹੈਲੋਵੀਨ ਵਰਗੇ ਤਿਉਹਾਰ ਆ, ਇਹ ਵੀ ਬਰਾਬਰ ਚੱਲਦੇ ਰਹਿੰਦੇ ਆ। ਕੁਛ ਸਾਡੀ, ਮੈਂ ਤਾਂ ਇਹ ਕਹੂੰਗਾ, ਜੇ ਪੰਜਾਬ ਦੀ ਗੱਲ ਕਰਨੀ ਹੋਵੇ, ਇੰਡੀਆ ਦੀ ਐਜੂਕੇਸ਼ਨ ਦੀ ਵੀ ਕਮੀ ਹੈ ਕਿ ਉਹ ਸਾਨੂੰ ਨੌਕਰੀ ਲਈ ਤਿਆਰ ਤਾਂ ਕਰਦੀ ਹੈ। ਸੱਚ ਕੀ ਹੈ, ਝੂਠ ਕੀ ਹੈ, ਤੁਸੀਂ ਉਹਦਾ ਵਿਸ਼ਲੇਸ਼ਣ ਕਿਵੇਂ ਕਰਨਾ, ਇਹ ਸਿਖਾਉਣ ਵੱਲ ਨੂੰ ਸੇਧਤ ਨਹੀਂ ਹੈ। ਜਿੱਦਾਂ ਹੈਲੋਵੀਨ ਦੀ ਮੈਂ ਗੱਲ ਕਰ ਰਹੀ ਹਾਂ, ਮੈਂ ਆਪਣੇ ਲੈਵਲ 'ਤੇ ਇਹ ਮਹਿਸੂਸ ਕਰਦੀ ਹਾਂ, ਸਾਡੇ ਸੁਣਨ ਵਾਲੇ ਹੋ ਸਕਦਾ ਇਸ ਚੀਜ਼ ਨਾਲ ਸਹਿਮਤ ਹੋਣ ਜਾਂ ਨਾ ਸਹਿਮਤ ਹੋਣ, ਜਦੋਂ ਕੁਝ ਇਸ ਤਰ੍ਹਾਂ ਦੇ ਪ੍ਰਚਲਿਤ ਜਿਹੜੇ ਤਿਉਹਾਰ ਆ, ਜਿਨ੍ਹਾਂ ਨੂੰ ਅਸੀਂ ਅਗਾਂਹ ਤੋਰ ਰਹੇ ਹੈਗੇ ਹਾਂ, ਅੱਜ ਕੱਲ੍ਹ ਤਾਂ ਵੱਡੇ ਲੈਵਲ ਦੇ ਉੱਤੇ ਦੇਖੋ, ਉਹਨਾਂ ਦਿਨਾਂ ਦੇ ਵਿੱਚ ਉਹ ਕਾਸਟਿਊਮ ਵੀ ਵਿਕਣੇ ਹੈਗੇ ਆ, ਉਹਨਾਂ ਦਿਨਾਂ ਦੇ ਵਿੱਚ ਉਹ ਕੈਂਡੀਜ਼ ਵੀ ਵਿਕਣੀਆਂ, ਚਾਕਲੇਟਸ ਵੀ ਵਿਕਣੀਆਂ। ਇਹ ਦੇਖਿਆ ਜਾਵੇ ਤਾਂ ਇਹੋ ਜਿਹੀ ਚੀਜ਼ ਨੂੰ ਇੰਟਰਸਟਿੰਗ ਬਣਾਉਣ ਦੇ ਲਈ ਨਾਲ ਕੁਝ ਨਾ ਕੁਝ ਇੱਦਾਂ ਦੀ ਚੀਜ਼ ਵੀ ਜੋੜ ਦਿੱਤੀ ਜਾਂਦੀ ਆ ਜਿਹੜੀ ਕਿ ਸਾਨੂੰ ਚੰਗੀ ਲੱਗਦੀ ਆ। ਜਿੱਦਾਂ ਹੁਣ ਸਾਡੇ ਘਰਾਂ ਦੇ ਵਿੱਚ ਬੱਚੇ ਨੇ, ਜੇ ਅਸੀਂ ਕਹੀਏ ਕਿ ਚਲੋ ਜੀ ਅਸੀਂ ਭੂਤਾਂ ਪ੍ਰੇਤਾਂ ਦੀ ਐਗਜ਼ਿਸਟੈਂਸ ਦੇ ਵਿੱਚ ਯਕੀਨ ਨਹੀਂ ਰੱਖਦੇ, ਕਿਹੜੇ ਕੰਮਾਂ ਦੇ ਵਿੱਚ ਕੰਮ ਆ, ਪਰ ਅਸੀਂ ਬੱਚਿਆਂ ਨੂੰ ਨਾਲ ਲੈ ਕੇ ਇਸ ਕਰਕੇ ਤੁਰਾਂਗੇ ਕਿਉਂਕਿ ਉਹਦੇ ਨਾਲ ਕੈਂਡੀਆਂ ਵੀ ਜੁੜੀਆਂ ਹੋਈਆਂ, ਕੈਂਡੀਆਂ ਨੇ, ਚਾਕਲੇਟਸ ਨੇ, ਇਹ ਚੀਜ਼ ਆ। ਜਾਂ ਬੱਚਿਆਂ ਦਾ ਗੈਟ ਟੂਗੈਦਰ ਆ, ਜਾਂ ਵੱਖਰੇ ਵੱਖਰੇ ਤਰੀਕੇ ਦੀ ਜਿਹੜੀ ਡਰੈਸਅਪ ਆ, ਉਹ ਵੀ ਐਕਸਾਈਟਿੰਗ ਲੱਗਦੀ ਹੈ ਉਹਨਾਂ ਨੂੰ, ਹੈ ਨਾ। ਕੁਝ ਚੀਜ਼ਾਂ ਇਹ ਵੀ ਹੈਗੀਆਂ, ਪਰ ਉਹੀ ਗੱਲ ਹੈ, ਅਸੀਂ ਕਈ ਵਾਰੀ ਅਵੇਅਰ ਹੋਣਾ ਨਹੀਂ ਚਾਹੁੰਦੇ ਹੁੰਦੇ। ਕੁਝ ਜਿਹੜੀ ਪ੍ਰਚਲਿਤ ਚੀਜ਼ਾਂ ਉਹਨਾਂ ਨੂੰ ਚੈਲੰਜ ਕਰਨਾ ਔਖਾ ਲੱਗਦਾ। ਆਪਾਂ ਕਹਿੰਦੇ ਕਿ ਇੱਕ ਦਿਨ ਆ, ਔਖੇ ਸੌਖੇ ਚਲੋ ਕੱਢ ਲਓ। ਇਹਦੇ ਨਾਲ ਇੱਕ ਹੋਰ ਗੱਲ ਮੈਂ ਐਡ ਕਰ ਦਿਆਂ ਕਿ ਮੰਡੀ ਦੀ ਇਹ ਲੋੜ ਆ ਕਿ ਬਾਜ਼ਾਰ ਦੇ ਵਿੱਚ ਉਹਦੇ ਤਿਉਹਾਰ ਨਾਲ ਸੰਬੰਧਿਤ ਚੀਜ਼ਾਂ, ਗਿਫਟ, ਸਵੀਟਸ ਸਜਣ ਤੇ ਉਹਦੀ ਫਿਰ ਖਰੀਦੋ ਫਰੋਖਤ ਹੋਵੇ। ਹਾਂਜੀ, ਉਹ ਵੀ ਇਹਨਾਂ ਨੂੰ ਉਤਸ਼ਾਹਿਤ ਕਰਦੀ ਹੈ ਇਹਨਾਂ ਗੱਲਾਂ। ਜਾਂ ਇੱਕ ਹੋਰ ਗੱਲ ਜਿਹੜੀ ਮੈਂ ਤੁਹਾਨੂੰ ਦੱਸਾਂ, ਮੈਨੂੰ ਲੱਗਦਾ ਹੁੰਦਾ ਕਈ ਵਾਰੀ, ਹੁਣ ਮੰਨ ਲਓ ਤੁਸੀਂ ਦੱਸਿਆ ਵੀ ਉਹ ਹੈ ਤਾਂ ਬੱਚਿਆਂ 'ਚੋਂ ਇਹ ਗੱਲਾਂ ਕੱਢਣ ਦੇ ਲਈ, ਪਰ ਮੈਨੂੰ ਲੱਗਦਾ ਕਿ ਮੋੜਵੇਂ ਰੂਹ 'ਚ ਮੈਨੂੰ ਯਾਦ ਆ ਜਦੋਂ ਛੋਟੇ ਹੁੰਦੇ ਨਾ, ਹੁਣ ਬਹੁਤ ਘੱਟ ਗਿਆ ਉਹ, ਜਦੋਂ ਕਿਸੇ ਦੀ ਡੈਥ ਹੋ ਜਾਂਦੀ ਤਾਂ ਜਦੋਂ ਜਿੱਥੇ ਉਹਨੂੰ ਨਿਭਾਉਂਦੇ ਉੱਥੇ ਨਾ ਬਾਅਦ 'ਚ ਸਵਾਦ ਆ ਇਸ ਤਰ੍ਹਾਂ ਛਿੜਕ ਕੇ ਜੇ ਤੇ ਉੱਤਰ ਬੱਠਲ ਜਾਂ ਤਸਲਾ ਮੂਧਾ ਮਾਰ ਦਿੰਦੇ ਕਿ ਇਹਦੇ ਨਾਲ ਉਹ ਮਰਨ ਵਾਲਾ ਜਿਹੜੀ ਜੂਨ 'ਚ ਗਿਆ ਉਹਦੀ ਪੈੜ ਆ ਜਾਂਦੀ ਆ, ਪਤਾ ਲੱਗ ਜਾਂਦਾ ਵੀ ਇਹ ਕਿਹੜੀ ਜੂਨ 'ਚ ਪੈ ਗਿਆ, ਕਿਉਂਕਿ ਕਨਸੈਪਟ ਬਣਿਆ ਹੋਇਆ। ਅੱਛਾ, ਹੁਣ ਇਹ ਗੱਲ ਸਮਾਜ ਦੇ ਵਿੱਚ ਜਿਹੜਾ ਉਹ ਦੁਖੀ ਪਰਿਵਾਰ ਆ ਜਿਹਦਾ ਜੀਅ ਵਿਛੜ ਗਿਆ ਸਾਡੇ ਕੋਲੋਂ, ਉਹਨੂੰ ਹੌਸਲਾ ਦੇਣ ਲਈ ਤਾਂ ਠੀਕ ਹੈ ਕਿ ਬਈ ਤੁਸੀਂ ਕਿਉਂ ਰੋਈ ਕਰਲਾਈ ਜਾਂਦੇ ਹੋ,
ਆਪਣਾ ਤਾਂ ਜਿਹੜਾ ਮਰਨ ਵਾਲਾ ਸੀ ਉਹ ਤਾਂ ਸਿੱਧਾ ਬੱਚੇ ਦੀ ਜੂਨੇ ਪੈ ਗਿਆ, ਉਹ ਤਾਂ 84 ਲੱਖ ਦੇ ਗੇੜ 'ਚ ਨਹੀਂ ਪਿਆ। ਹੁਣ ਤੁਸੀਂ ਰੋਣਾ ਕਰਵਾਉਣਾ ਬੰਦ ਕਰੋ ਭਾਈ। ਗੱਲ ਤਾਂ ਚੰਗੀ ਹੈ, ਪਰ ਨਾਲ ਉਹ ਕੀ ਹੈ, ਬਾਕੀ ਬੱਚਿਆਂ ਦੇ ਕਹਿ ਲਓ, ਸਮਾਜ ਦੇ ਕਹਿ ਲਓ, ਮਨਾਂ 'ਚ ਇਹ ਗੱਲ ਪੱਕੀ ਵੀ ਕਰ ਦਿੰਦੇ ਆ ਵੀ ਉਹਦਾ 84 ਲੱਖ ਜੂਨਾਂ 'ਚ ਗੇੜੇ ਦੇਣੇ ਹੀ ਪੈਣਗੇ। ਮਤਲਬ ਕਹਿਣ ਦਾ ਮਤਲਬ ਉਹ ਫਿਰ ਇਹਨਾਂ ਗੱਲਾਂ ਕਰਕੇ ਕਈ ਵਾਰੀ ਕੁਛ ਗੱਲਾਂ ਪਰ ਚੱਲੀ ਜਾਂਦੀਆਂ ਅੱਗੇ ਦੀ ਅੱਗੇ। ਪਤਾ ਕੀ ਇਹ ਬੜੀ ਇੰਟਰਸਟਿੰਗ ਚੀਜ਼ ਹੈ ਆਪਣੀਆਂ। ਅੱਜ ਜਦੋਂ ਆਪਾਂ ਗੱਲਾਂ ਕਰ ਰਹੇ ਹਾਂ, ਸ਼ਾਇਦ ਸਾਡੇ ਸੁਣਨ ਵਾਲੇ ਵੀ ਇਸ ਚੀਜ਼ ਨੂੰ ਕੋਰਿਲੇਟ ਕਰ ਸਕਣ ਕਿ ਅਸੀਂ ਉਹ ਜਿਹੜੇ ਫਾਊਂਡੇਸ਼ਨਲ ਈਅਰਸ ਆ, ਨੀਂਹ ਰੱਖਣ ਵਾਲੇ ਸਾਲ ਆ ਬੱਚੇ ਦੇ, ਉਹਨਾਂ ਦਿਨਾਂ ਦੇ ਵਿੱਚ ਬੱਚੇ ਨੂੰ ਕਿਹੋ ਜਿਹੇ ਸੁਨੇਹੇ ਦੇ ਰਹੇ ਹਾਂ, ਕਿਉਂਕਿ ਬੱਚੇ ਨੂੰ ਉਹ ਚੰਗਾ ਲੱਗੂਗਾ ਸੁਣਨਾ। ਹੁਣ ਸਾਡੇ ਬੱਚਿਆਂ ਦੇ ਦੰਦ ਟੁੱਟਦੇ ਆ ਜੀ, ਅਸੀਂ ਕਹਿੰਦੇ ਹਾਂ ਕਿ ਟੂਥ ਫੈਰੀ ਆਊਗੀ, ਤੇਰੇ ਸਿਰਹਾਣੇ ਥੱਲੇ ਪੈਸੇ ਰੱਖ ਕੇ ਚਲੇ ਜਾਊਗੀ ਜੀ। ਦੰਦ ਟੁੱਟਦਾ ਬੱਚੇ ਦਾ ਅਤੇ ਉਹ ਬੜੇ ਚਾਅ ਦੇ ਨਾਲ ਸਾਡੇ ਕੋਲ ਆਉਂਦਾ ਕਿ ਅੱਜ ਟੂਥ ਫੈਰੀ ਨੇ ਆਉਣਾ। ਅਸੀਂ ਵੀ ਉਹਦਾ ਦਿਲ ਰੱਖਣ ਦੇ ਲਈ ਕਹਿੰਦੇ ਹਾਂ ਕਿ ਕੱਲ੍ਹ ਨੂੰ $5 ਇਹਦੇ ਸਿਰਹਾਣੇ ਰੱਖ ਦਾਂਗੇ। ਸਵੇਰੇ ਆ ਕੇ ਬੱਚੇ ਬੜੇ ਖੁਸ਼ ਹੁੰਦੇ ਆ ਕਿ ਕੱਲ੍ਹ ਟੂਥ ਫੈਰੀ ਆਈ ਸੀ। ਕਈ ਵਾਰੀ ਅਸੀਂ ਭੁੱਲ ਵੀ ਜਾਂਦੇ ਹਾਂ ਅਤੇ ਫਿਰ ਉਹ ਸਾਨੂੰ ਪੁੱਛਦੇ ਆ ਇਸ ਕਿ ਟੂਥ ਫੈਰੀ ਕੱਲ੍ਹ ਨਹੀਂ ਆਈ ਸੀ। ਹੌਲੀ ਵੱਡੇ ਹੁੰਦੇ ਉਹ ਦੰਦ ਟੁੱਟਣ ਵਾਲੀ ਏਜ ਦੇ ਵਿੱਚੋਂ ਜਦੋਂ ਨਿਕਲ ਗਏ ਅਤੇ ਉਦੋਂ ਉਹਨਾਂ ਨੂੰ ਇਹ ਗੱਲ ਸਮਝ ਆ ਜਾਂਦੀ ਕਿ ਟੂਥ ਫੈਰੀ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਸੀ। ਪਰ ਕਿਉਂਕਿ ਉਦੋਂ ਉਹਨੂੰ ਚੰਗਾ ਲੱਗ ਰਿਹਾ ਹੁੰਦਾ ਅਤੇ ਅਸੀਂ ਉਸ ਬੱਚੇ ਨੂੰ ਨਾ ਨਹੀਂ ਕਰਦੇ, ਅਸੀਂ ਮਨਾ ਨਹੀਂ ਕਰਦੇ, ਪਰ ਵਿਸ਼ਵਾਸ ਤਾਂ ਪੱਕਾ ਕਰੀ ਜਾ ਰਹੇ ਹੈਗੇ ਹਾਂ। ਬਿਲਕੁਲ ਸੇਮ ਤਰੀਕੇ ਦੇ ਨਾਲ ਬਹੁਤ ਸਾਰੀਆਂ ਹੋਰ ਇੱਦਾਂ ਦੀਆਂ ਛੋਟੀਆਂ ਪ੍ਰੈਕਟਿਸਿਸ ਆ ਜਿਹੜੀਆਂ ਅਸੀਂ ਕਰਦੇ ਹੀ ਜਾਂਦੇ ਹਾਂ, ਪਰ ਅਸੀਂ ਭੁੱਲ ਜਾਂਦੇ ਹਾਂ ਕਿ ਨਾਲ ਅਸੀਂ ਬੱਚੇ ਨੂੰ ਕੋਈ ਨਾ ਕੋਈ ਸੰਸਕਾਰ ਵੀ ਦੇ ਰਹੇ ਹਾਂ। ਗਲਤ ਸੰਸਕਾਰ ਕਹਿ ਲਈ, ਸੰਸਕਾਰ ਤਾਂ ਦੇਣੇ ਚਾਹੀਦੇ ਆ ਨਾ, ਕਿ ਅਸੀਂ ਠੀਕ ਨਹੀਂ ਦੇ ਰਹੇ ਉਹਨੂੰ, ਜੋ ਅੱਜ 21ਵੀਂ ਸਦੀ 'ਚ ਮਿਲਣਾ ਚਾਹੀਦਾ ਉਹ ਤੋਂ ਅਸੀਂ ਥੋੜ੍ਹਾ ਪਾਸੇ ਹੋ ਰਹੇ ਹਾਂ। ਇਸੇ ਤਰ੍ਹਾਂ ਕ੍ਰਿਸਮਸ 'ਤੇ ਹੁੰਦਾ, ਜਦੋਂ ਕਹਿੰਦੇ ਕਿ ਸੈਂਟਾ ਕਲੌਜ਼ ਆਊਗਾ, ਤੁਸੀਂ ਆਪਣੀ ਲਿਸਟ ਰੱਖ ਦਿਓ। ਬੱਚਿਆਂ ਨੂੰ ਅਸੀਂ ਕਹਿੰਦੇ ਗਿਫਟ ਕਿਹੜੇ ਚਾਹੀਦੇ ਆ, ਲਿਸਟ ਰੱਖ ਦਿਓ ਤੁਸੀਂ, ਅਤੇ ਸੈਂਟਾ ਕਲੌਜ਼ ਆਊਗਾ। ਰਾਤ ਨੂੰ ਦੁੱਧ ਰੱਖ ਦਿਓ, ਕੁਕੀਜ਼ ਰੱਖ ਦਿਓ, ਅਤੇ ਉਹਨੇ ਖਾ ਪੀ ਕੇ ਚਲਾ ਜਾਣਾ। ਅਤੇ ਤੁਹਾਡੀ ਇਹ ਤਾਂ ਸਾਨੂੰ ਵੀ ਸਾਰਿਆਂ ਨੂੰ ਪਤਾ ਕਿ ਗਿਫਟ ਅਸੀਂ ਬੱਚਿਆਂ ਦੇ ਲਈ ਕਰ ਰਹੇ ਹਾਂ। ਬੱਚੇ ਵੀ ਹੌਲੀ ਇਸ ਚੀਜ਼ ਨੂੰ ਸਮਝਣ ਲੱਗ ਜਾਂਦੇ ਆ, ਪਰ ਉਹ ਇੱਕ ਓਲਾ ਜਿਹਾ ਅਸੀਂ ਰੱਖਦੇ ਹਾਂ ਕਿ ਹਾਂ ਸੈਂਟਾ ਕਲੌਜ਼ ਆਊਗਾ, ਉਹ ਸਮਾਨ ਦੇ ਕੇ ਜਾਊਗਾ ਤੁਹਾਨੂੰ ਮੈਂ ਹੋਰ ਕਮਾਲ ਦੀ ਗੱਲ ਦੱਸਾਂ, ਸ਼ਾਇਦ ਤੁਸੀਂ ਵੀ ਜਦੋਂ ਪੜ੍ਹੇ ਉਦੋਂ ਵੀ ਉਹ ਇੱਕ ਸਟੋਰੀ ਕਹਿ ਲਓ ਸਕੂਲ ਸਿਲੇਬਸ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹੁੰਦੀ ਸੀ। ਜਦੋਂ ਮੈਂ ਪੜ੍ਹਦਾ ਸੀ ਉਹ ਜ਼ਰੂਰ ਪੜ੍ਹੀ ਸੀ, ਸ਼ਾਇਦ 7th ਕਲਾਸ ਦੀ ਗੱਲ ਸੀ। ਅੱਛਾ। ਕਿ ਇੱਕ ਗਰੀਬਣੀ ਜੀ ਔਰਤ ਸੀ ਅਤੇ ਉਹਦੇ ਘਰ ਦੇ ਅੱਗੇ ਇੱਕ ਮੰਗਤਾ ਆਇਆ, ਅਤੇ ਉਹਨੇ ਦੇਖਿਆ ਵੀ, ਉਹਨੇ ਕਿਹਾ ਮੈਨੂੰ ਰੋਟੀ ਛਕਾ ਦਿਓ। ਉਹਨੇ ਕਿਹਾ ਵੀ ਛਕ ਲਓ ਭਾਈ। ਗੱਲਾਂ ਬਾਤਾਂ ਮਾਰੀਆਂ, ਕਵੇਲਾ ਹੋਇਆ ਸੀ, ਉੱਥੇ ਹੀ ਰੁਕ ਗਿਆ, ਉਹਦੇ ਕੋਲ ਹੀ ਰਹਿ ਪਿਆ। ਉਹਨੇ ਦੇਖਿਆ ਵੀ ਇਹਦੇ ਕੱਪੜੇ ਬੜੇ ਫਟੇ ਪੁਰਾਣੇ ਆ। ਅੱਛਾ। ਘਰੇ ਖੱਦਰ ਜਿਹਾ ਪਿਆ, ਪੁਰਾਣੇ ਹਿਸਾਬ ਨਾਲ ਜਿਵੇਂ ਸੁਣਾਉਂਦੇ ਹੁੰਦੇ ਸੀ ਵੀ ਖੱਦਰ ਵੀ ਘਰੇ ਹੀ ਹੁੰਦਾ ਸੀ, ਘਰੇ ਹੀ ਸਿਉਂ ਦਿੰਦੇ ਹੁੰਦੇ ਹੱਥਾਂ ਨਾਲ ਹੀ। ਖੱਦਰ ਜਿਹਾ ਪਿਆ ਵੀ ਮੈਂ ਇਹਦੇ ਕੱਪੜੇ ਨਾ ਨਵੇਂ ਬਣਾ ਦਾਂ। ਉਹਨੇ ਘਰੋਂ ਖੱਦਰ ਚੱਕਿਆ, ਰਾਤੋਂ ਰਾਤ ਸਾਰੀ ਰਾਤ ਬੈਠੀ ਨੇ ਉਹਨੇ ਉਹਦਾ ਕੁੜਤਾ ਪਜਾਮਾ ਬਣਾਤਾ। ਸਵੇਰੇ ਉਹਨੂੰ ਕਿਹਾ ਵੀ ਤੂੰ ਆ ਪੁਰਾਣੇ ਕੱਪੜੇ ਤੇਰੇ ਫਟੇ ਬਦਲ ਕੇ ਆ ਪਾ ਲਾ। ਅੱਛਾ। ਕਹਿੰਦੇ ਉਹ ਜਾਂਦਾ ਹੋਇਆ ਉਹਨੂੰ ਕਹਿ ਗਿਆ ਵੀ ਤੂੰ ਨਾ ਵਰ ਦੇ ਗਿਆ ਵੀ ਤੂੰ ਜਿਹੜਾ ਕੰਮ ਸਵੇਰੇ ਕਰਨ ਲੱਗੇਗੀ ਸਾਰਾ ਦਿਨ ਉਹੀ ਕੰਮ ਕਰੀ ਜਾਏਗੀ। ਹੋਇਆ ਕੀ, ਉਹਨੇ ਸੋਚਿਆ ਫਿਰ ਤਾਂ ਮੈਂ ਹੋਰ ਕੰਮਾਂ 'ਚ ਲੱਗ ਜਾਣਾ, ਮੈਂ ਦੇਖ ਲਾਂ ਕੱਪੜਾ ਕਿੰਨਾ ਕੁ ਰਹਿ ਗਿਆ, ਕਿਸੇ ਨੂੰ ਫਿਰ ਕੱਲ੍ਹ ਨੂੰ ਹੋਰ ਚੀਜ਼ ਬਣਾਉਣੀ ਪੈ ਜਾਂਦੀ ਹੈ। ਅਤੇ ਉਹ ਕੱਪੜਾ ਮਿਲਣ ਲੱਗੀ, ਸਾਰਾ ਦਿਨ ਕੱਪੜਾ ਮਿਣੀ ਗਈ, ਸਾਰਾ ਕੱਪੜੇ ਨਾਲ ਘਰ ਉਹਦਾ ਸੀ ਜਿਹੜਾ ਉਹ ਭਰ ਗਿਆ, ਕੱਪੜਾ ਹੀ ਕੱਪੜਾ ਹੋ ਗਿਆ ਉਹਦੇ ਘਰ। ਅੱਛਾ। ਗੁਆਂਢਣ ਨੂੰ ਈਰਖਾ ਹੋਈ। ਉਹਨੇ ਸੋਚਿਆ ਵੀ ਜੇ ਮੇਰੇ ਘਰੇ ਕੋਈ ਆਵੇ ਨਾ ਇਹ ਜਾ ਦੇਵਤਾ, ਮੈਂ ਦੁੱਗਣੀ ਸੇਵਾ ਕਰਾਂ। ਉਹ ਕਹਿੰਦੇ ਜੀ ਥੋੜ੍ਹਾ ਸਮਾਂ ਪਾ ਕੇ ਉਹਦੇ ਘਰੇ ਵੀ ਆ ਗਿਆ। ਅੱਛਾ। ਉਹੀ ਹਾਲਾਤ, ਉਹੀ ਸਾਰਾ ਕੁਝ, ਉਹਨੇ ਵੀ ਸੇਵਾ ਕੀਤੀ, ਉਹਨੇ ਵੀ ਉਹਦਾ ਕੁੜਤਾ ਪਜਾਮਾ ਬਣਾਤਾ, ਉਹਨੇ ਵੀ ਵਰ ਦੇ ਦਿੱਤਾ। ਹਾਂ, ਉਹਨੇ ਵੀ ਦੇ ਗਿਆ ਵਰ ਵੀ ਜਿਹੜਾ ਕੰਮ ਕਰਨ ਤੋਂ ਲੱਗੇਗੀ ਸਵੇਰੇ ਤੂੰ ਉਹੀ ਕਰੀ ਜਾਏਂਗੀ। ਅੱਛਾ। ਉਹ ਗਿਆ, ਉਹਨੇ ਸੋਚਿਆ ਵੀ ਫਿਰ ਜੇ ਮੈਂ ਕੱਪੜਾ ਮਿਲਣ ਲੱਗ ਗਈ, ਫਿਰ ਸ਼ਾਮ ਹੋ ਜਾਊਗਾ, ਸੂਰ ਨੂੰ ਪਾਣੀ ਪਿਆ ਦਿਆਂ, ਇਹ ਫਿਰ ਧਿਆਇਆ ਮਰ ਜੂ। ਉਹਨੇ ਚੱਕਿਆ ਬੱਠਲ, ਬਾਲਟੀ ਪਾਣੀ ਦੀ ਪਾ ਕੇ ਅਤੇ ਉਹਦੇ ਮੂਹਰੇ ਰੱਖਿਆ, ਉੱਤੋਂ ਪਾਣੀ ਦੀ ਧਾਰ ਪਾਉਣ ਲੱਗ ਗਈ, ਅਤੇ ਉਹ ਤਾਂ ਪਾਣੀ ਬਾਲਟੀ 'ਚੋਂ ਮੁੱਕੇ ਨਾ, ਅਤੇ ਸਾਰਾ ਦਿਨ ਪਾਣੀ ਬਾਲਟੀ 'ਚੋਂ ਚੱਲੀ ਗਿਆ, ਘਰ ਵੀ ਭਰ ਗਿਆ, ਗਲੀ ਗੁਆਂਢ ਵੀ ਪਾਣੀ ਦਾ ਭਰਤਾ। ਹੁਣ ਇਹ ਗੱਲ ਸਿੱਖਿਆ ਦੇਣ ਵਾਸਤੇ ਤਾਂ ਠੀਕ ਹੈ ਕਿ ਈਰਖਾ ਨਹੀਂ ਕਰਨੀ ਚਾਹੀਦੀ, ਪਰ ਜੇ ਇਹ ਗੱਲ ਦਿਮਾਗ 'ਚ ਭਰਤੀ ਬੱਚੇ ਦੇ ਵੀ ਕੁਛ ਇਹੋ ਜਿਹੀਆਂ ਸ਼ਖਸੀਅਤਾਂ ਹੁੰਦੀਆਂ ਜਿਹੜੇ ਵਰ ਜਾਂ ਸਰਾਪ ਵੀ ਦੇ ਜਾਂਦੇ ਆ, ਜਿਨ੍ਹਾਂ ਕੋਲ ਕੋਈ ਇਹੋ ਜਿਹੀ ਸਿੱਖਿਆ ਵਿਦਿਆ ਕੁਛ ਵੀ ਹੁੰਦਾ, ਗੈਬੀ ਸ਼ਕਤੀਆਂ, ਦੈਵੀ ਸ਼ਕਤੀਆਂ, ਇਹ ਉਨੀ ਮਾੜੀ ਹੈ, ਉਦੋਂ ਵੀ ਕਿਤੇ ਮਾੜੀ ਹੈ। ਰਜਿੰਦਰ ਜੀ, ਅਗਲੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਛੇੜਨਾ ਚਾਹੁੰਦੀ ਹਾਂ, ਤੁਸੀਂ ਵੀ ਇਸ ਗੱਲ 'ਤੇ ਹੈਰਾਨ ਹੋਗੇ, ਹੱਸੋਗੇ ਵੀ ਕਿ 1 ਘੰਟਾ ਜਿਹੜੀ ਕਹਾਣੀ ਪਾਈ ਹੈ ਉਸ ਤੋਂ ਬਾਅਦ ਵੀ ਇਹ ਸਵਾਲ ਉੱਥੇ ਦਾ ਉੱਥੇ ਹੀ ਖੜ੍ਹਾ ਜੀ, ਕਿ ਭੂਤ ਕਿਤੇ ਐਗਜ਼ਿਸਟ ਕਰਦੇ ਆ ਸੱਚੀ ਮੁੱਚੀ? ਜੀ, ਜਿੱਥੋਂ ਤੱਕ ਐਗਜ਼ਿਸਟ ਕਰਦੇ ਆ, ਇਹਦਾ ਜੀ ਹਾਂ ਨਾ 'ਚ ਜਵਾਬ ਦੇਣਾ ਹੋਵੇ ਤਾਂ ਨਹੀਂ ਕਰਦੇ। ਅੱਛਾ। ਸਮਾਜ ਲਈ ਕਰਦੇ ਆ, ਕਿਉਂਕਿ ਸਮਾਜ ਨੂੰ ਚੁੰਬੜ ਜਾਂਦੇ ਆ।
ਚੁੰਬੜਦੇ ਵੀ ਐਗਜ਼ਿਸਟ ਵੀ ਕਰਦੇ ਸਮਾਜ ਲਈ, ਸਮਾਜ ਨੂੰ ਚੁੰਬੜਦੇ ਆ, ਸਮਾਜ ਲਈ, ਕਿਉਂਕਿ ਜਦੋਂ ਉਹਨੂੰ ਚੁੰਬੜਦੇ ਆ ਤੇ ਉਹਨਾਂ ਨੂੰ ਇਹ ਲੱਗਦਾ ਕਿ ਐਗਜ਼ਿਸਟ ਕਰਦੇ ਆ। ਪਰ ਆਪਾਂ ਸਮਾਜ ਦਾ ਹਿੱਸਾ ਹੀ ਆ ਨਾ। ਹਾਂ, ਆਪਾਂ ਸਮਾਜ ਦਾ ਹਿੱਸਾ। ਜਦੋਂ ਸਾਡੀ ਸੋਚ ਵਿਗਿਆਨਕ ਬਣਦੀ ਹੈ, ਸਾਡਾ ਨਜ਼ਰੀਆ ਤਰਕਸ਼ੀਲ ਬਣਦਾ, ਤਾਂ ਅਸੀਂ ਹਰ ਗੱਲ ਦੀ ਚੀਰ-ਫਾੜ ਕਰਾਂਗੇ, ਉਹਦੀ ਪੜਤਾਲ ਕਰਾਂਗੇ ਕਿ ਕਿਉਂ ਹੁੰਦਾ। ਤਰਕਸ਼ੀਲ ਸੁਸਾਇਟੀ ਨੇ ਇਹੀ ਕੰਮ ਕੀਤਾ ਕਿ ਇਹ ਕਿਉਂ ਹੁੰਦਾ। ਜੇ ਕਿਉਂ ਦਾ ਜਵਾਬ ਨਹੀਂ ਮਿਲਦਾ ਤਾਂ ਤਰਕਸ਼ੀਲ ਸੁਸਾਇਟੀ ਦਾ ਜਿਹੜਾ ਕੰਮ ਆ ਉਹਦੀ ਸਾਰਥਕਤਾ ਕੋਈ ਨਹੀਂ ਹੈ। ਅਸਲ ਦੇ ਵਿੱਚ ਇਹਦਾ ਮੁੱਢ ਪਿਆ ਸਾਡੇ ਉਸ ਸਾਰੇ ਜੋ ਪਿਛੋਕੜ ਦੇ ਵਿੱਚ ਕਿ ਅਸੀਂ ਹਾਂ ਕੀ, ਅਸੀਂ ਬਣੇ ਕਿਵੇਂ, ਮਰਨ ਤੋਂ ਬਾਅਦ ਸਾਡਾ ਕੀ ਬਣਦਾ ਹੈ। ਮੋਟੀ ਜੀ ਗੱਲ ਤਾਂ ਜੇ ਭੂਤਾਂ ਪ੍ਰੇਤਾਂ ਦੀ ਹੋਂਦ ਆ, ਉਹ ਇੰਨਾ ਕੀ ਹੁੰਦਾ ਕਿ ਕੋਈ ਅਸੀਂ ਸਾਰੀ ਜ਼ਿੰਦਗੀ ਜਿਉਂਦੇ ਆ, ਜਿਉਣ ਤੋਂ ਬਾਅਦ ਸਾਡੀ ਮੌਤ ਹੁੰਦੀ ਹੈ, ਅਤੇ ਮੌਤ ਤੋਂ ਬਾਅਦ ਕੀ ਹੈ ਕਿ ਕਿਰਿਆ ਕਰਮ ਹੁੰਦੇ ਆ, ਅਤੇ ਜੇ ਕਿਸੇ ਦੇ ਕਿਰਿਆ ਕਰਮ 'ਚ ਵਿਘਨ ਰਹਿ ਜੇ, ਉਹਦੀ ਮੁਕਤੀ ਨਾ ਹੋਵੇ, ਉਹਦੀ ਆਤਮਾ ਭਟਕਦੀ ਰਹਿੰਦੀ ਹੈ। ਉਹ ਕਦੇ ਘਰਦਿਆਂ ਨੂੰ ਤੰਗ ਕਰਦੀ ਹੈ, ਘਰਦਿਆਂ ਨੇ ਓੜ ਪੋੜ ਕਰਾ ਲਿਆ, ਗੁਆਂਢੀਆਂ ਦੇ ਚਲੀ ਜਾਂਦੀ ਹੈ, ਗੁਆਂਢੀਆਂ ਨੂੰ ਤੰਗ ਕਰਦੀ ਹੈ, ਉਹਨਾਂ ਨੇ ਸਾਹ ਸੱਦ ਲਿਆ, ਕਿਸੇ ਹੋਰ ਦੇ ਚਲੀ ਗਈ। ਉਹ ਇਹ ਧਾਰਨਾਵਾਂ ਸਮਾਜ ਦੇ ਅੰਦਰ ਹੌਲੀ ਹੌਲੀ ਕਰਕੇ ਇੰਨੀਆਂ ਪਰਪੱਕ ਕਰਤੀਆਂ ਕਿ ਬੁਰੀਆਂ ਆਤਮਾਵਾਂ ਹੁੰਦੀਆਂ ਜਾਂ ਜਿਨ੍ਹਾਂ ਦੀ ਗਤੀ ਨਹੀਂ ਹੁੰਦੀ, ਉਹਦੇ 'ਚ ਵੀ ਬਹੁਤੇ ਕੇਸ ਉਹ ਮੰਨੇ ਜਾਂਦੇ ਆ ਜਿਨ੍ਹਾਂ ਦੀ ਐਕਸੀਡੈਂਟਲ ਮੌਤ ਹੁੰਦੀ ਹੈ। ਅਣਆਈ ਮੌਤ, ਅਣਆਈ ਮੌਤ। ਖਾਸ ਕਰਕੇ ਜਿਵੇਂ ਹੁੰਦਾ ਕਿ ਇੱਕ ਕਚੀਲ ਸ਼ਬਦ ਵਰਤਿਆ ਜਾਂਦਾ ਕਿ ਇਹਦਾ ਭੂਤ ਜਾਂ ਇਹਦੀ ਜਿਹੜੀ ਹੈ ਨਾ ਪਕੜ, ਉਹ ਸਾਰਿਆਂ ਨਾਲੋਂ ਬਹੁਤ ਮਾਰੂ ਹੁੰਦੀ ਹੈ। ਅੱਛਾ। ਤੇ ਕਚੀਲ ਕਹਿੰਦੇ ਕਿ ਇਹਨੂੰ ਉਸ ਔਰਤ ਨੂੰ ਜਿਹੜੀ ਡਿਲੀਵਰੀ ਦੌਰਾਨ, ਜਾਪੇ ਦੌਰਾਨ ਕਿਸੇ ਇਲਾਜ ਦੀ ਘਾਟ ਕਾਰਨ ਜਿਹਦੀ ਮੌਤ ਹੋ ਜਾਏ, ਉਹਨੂੰ ਸਾਡੇ ਸਮਾਜ ਕਚੀਲ ਕਹਿੰਦੇ ਕਿ ਉਹ ਕਚੀਲ ਬਣ ਜਾਂਦੀ ਹੈ। ਅੱਛਾ। ਜਿਹੜੀ ਕਹਿਣ ਦਾ ਮਤਲਬ ਉਹ ਸਮਾਜ ਨੇ ਆਪਣੇ ਢੰਗ ਨਾਲ ਉਹਨਾਂ ਨੂੰ ਸਾਰਿਆਂ ਨੂੰ ਬਣਾ ਰੱਖਿਆ। ਅਤੇ ਉਹ ਫਿਰ ਜਦੋਂ ਇਸ ਗੱਲ ਦਾ ਪਤਾ ਨਹੀਂ ਹੁੰਦਾ, ਹੁਣ ਇਸ ਗੱਲ ਦਾ ਵੀ ਕੋਈ ਸਬੂਤ ਨਹੀਂ ਹੁੰਦਾ ਵੀ ਕਿਹਦੀ ਗਤੀ ਹੁੰਦੀ ਹੈ, ਕਿਹਦੀ ਨਹੀਂ ਹੁੰਦੀ। ਧਾਰਨਾਵਾਂ ਨੇ ਕੁਛ, ਜੇ ਉਹ ਧਾਰਨਾਵਾਂ ਦੀ ਕਲੈਰਿਟੀ ਸਾਡੇ ਸਮਾਜ ਨੂੰ ਹੋ ਜੇ। ਹੁਣ ਤਾਂ ਇੱਕ ਗੱਲ ਬੜੀ ਸਾਫ਼ ਹੈ ਕਿ ਜੇ ਅਸੀਂ ਗੂਗਲ 'ਤੇ ਵੀ ਸਰਚ ਮਾਰੀਏ ਕਿ ਧਰਤੀ ਕਿਵੇਂ ਬਣੀ, ਇਹ 'ਤੇ ਜੀਵ ਜੰਤ ਕਿਵੇਂ ਬਣੇ, ਜੀਵਾਂ ਦਾ ਵਿਕਾਸ ਕਿਵੇਂ ਹੋਇਆ, ਧਰਤੀ ਅੱਗ ਦਾ ਗੋਲਾ ਸੀ, ਠੰਡੀ ਹੋ ਗਈ, ਪਾਣੀ ਆ ਗਿਆ, ਪਹਿਲਾਂ ਇੱਕ ਸੈਲੇ ਜੀਵ ਅਮੀਬਾ ਪੈਰਾਮੀਸ਼ੀਅਮ ਆ ਗਏ, ਫਿਰ ਬਹੁਤ ਸੈਲੇ ਹੋ ਗਏ, ਪਹਿਲਾਂ ਰੀੜਧਾਰੀ ਸੀ, ਫਿਰ ਰੀੜਧਾਰੀ ਹੋ ਗਏ, ਚੌਪ ਆਏ, ਥਣਧਾਰੀ ਹੋ ਗਏ, ਮਤਲਬ ਹੌਲੀ ਹੌਲੀ ਬਾਂਦਰ, ਚਪਾਂਜੀ, ਗੁਰੀਲਾ, ਮਨੁੱਖ ਤੱਕ ਵਿਕਾਸ ਹੋ ਗਿਆ ਜੀ। ਇਹ ਠੀਕ ਹੈ ਇਹ ਗੱਲ। ਇਹ ਵਿਕਾਸ ਦਾ ਅਗਲਾ ਪੜਾਅ ਹੁੰਦਾ ਕੀ ਹੈ ਕਿ ਹਰ ਜਿਉਂਦੀ ਚੀਜ਼, ਭਾਵੇਂ ਉਹ ਬਨਸਪਤੀ ਹੈ, ਜੀਵ ਜੰਤੂ ਆ, ਪੰਛੀ ਹੈ, ਮਨੁੱਖ ਹੈ, ਉਹਦਾ ਇੱਕ ਜੀਵਨ ਕਾਲ ਨਿਸ਼ਚਿਤ ਆਪਾਂ ਜਾਣਦੇ ਹਾਂ। ਜਦੋਂ ਆਪਾਂ ਦੇਖਦੇ ਹਾਂ ਵੀ ਇੱਕ ਕੁੱਤਾ ਵੀ 12-13 ਤੋਂ 15 ਕੁ ਸਾਲ ਤੱਕ ਦੀ ਇਹਦੀ ਉਮਰ ਹੁੰਦੀ ਹੈ। ਜਦੋਂ ਅਸੀਂ ਦਰਖਤਾਂ ਦੀ ਗੱਲ ਕਰਦੇ ਹਾਂ, ਇੱਕ ਮੱਕੀ ਦਾ ਪੌਦਾ ਹੈਗਾ, ਉਹ ਲਗਭਗ 2.5 ਕੁ ਮਹੀਨੇ 'ਚ ਛੋਟੇ ਤੋਂ ਹੋ ਕੇ ਪੱਕ ਕੇ ਤੇ ਸੁੱਕ ਜਾਂਦਾ ਹੈਗਾ। ਇੱਕ ਬੋਹੜ ਦਾ ਦਰਖਤ, ਉਹਦੇ ਬਾਰੇ ਚੱਲਦਾ ਕਿ ਇਹ 150 ਸਾਲ 'ਚ, ਇਹ ਇੱਕ ਸਾਡਾ ਜੀਵਨ ਕਾਲ ਹੁੰਦਾ ਹੈਗਾ। ਅੱਛਾ, ਜੀਵਨ ਕਾਲ ਤੋਂ ਬਾਅਦ ਅਸੀਂ ਫਿਰ ਇਸੇ ਬ੍ਰਹਿਮੰਡ ਦੇ ਵਿੱਚ, ਇਸੇ ਵਾਤਾਵਰਨ ਦੇ ਵਿੱਚ ਵੱਖ-ਵੱਖ ਰੂਪਾਂ ਤੋਂ, ਜਿਹਦੇ 'ਚੋਂ ਇੱਕ ਮਨੁੱਖ ਬਣਦਾ ਜਾਂ ਬਨਸਪਤੀ ਬਣਦੀ ਹੈ, ਜੀਵ ਜੰਤੂ ਬਣਦਾ, ਉਸ ਤੋਂ ਬਾਅਦ ਮੌਤ ਉਪਰੰਤ ਅਸੀਂ ਉਹ ਗੈਸਾਂ ਦੇ ਰੂਪ 'ਚ, ਪਦਾਰਥਾਂ ਦੇ ਸਲਫਰ ਫਾਸਫੋਰਸ ਦੇ ਰੂਪ 'ਚ ਅਸੀਂ ਇਸੇ ਧਰਤੀ ਦੇ ਵਿੱਚ ਫੇਰ ਸਮਾ ਜਾਂਦੇ। ਸੱਚ ਇਹ ਆ, ਵਿਗਿਆਨਕ ਸੱਚ ਇਹ ਆ। ਹੁਣ ਜਦੋਂ ਕਿਸੇ ਵੇਲੇ ਆਪਾਂ ਕਹਿ ਲਓ ਵੀ ਇਸ ਗੱਲ ਦਾ ਗਿਆਨ ਦੀ ਘਾਟ ਸੀ, ਨਹੀਂ ਸੀ ਪਤਾ ਵੀ ਇਹਦੇ, ਹੁਣ ਤਾਂ ਇਹ ਹੁੰਦਾ ਵੀ ਯਾਰ ਬੰਦੇ ਦੇ ਅੰਦਰ ਕੀ ਬੋਲਦਾ। ਅਤੇ ਆਪਾਂ ਨੂੰ ਇਹ ਵੀ ਪਤਾ ਵੀ ਜੇ ਇੱਕ 20-30 ਰੁਪਏ ਦਾ ਟੀਕਾ ਲਾ ਕੇ ਬੰਦੇ ਨੂੰ ਸੁੰਨ ਕਰ ਦਿਓ, ਬੇਹੋਸ਼ ਕਰ ਦਿਓ, ਅਤੇ ਉਹ 20-30 ਰੁਪਏ ਦਾ ਟੀਕਾ ਹੀ ਸਾਡੀ ਆਤਮਾ ਨੂੰ ਚੁੱਪ ਕਰਾ ਦਿੰਦਾ 24-24 ਘੰਟੇ ਨਹੀਂ ਹੁੰਦਾ। ਫਿਰ ਇਹ ਵੀ ਸਵਾਲ ਆ ਜੂ ਵੀ 20 ਰੁਪਈਆਂ ਦਾ ਟੀਕਾ ਤਾਕਤਵਰ ਆ ਕਿ ਆਤਮਾ ਜਾਂ ਰੂਹ ਤਾਕਤਵਰ ਹੈ। ਹੁਣ ਉਹ ਜਿਹੜੇ ਸਾਨੂੰ ਸ਼ੁਰੂ ਤੋਂ ਲੈ ਕੇ ਸੰਸਕਾਰ ਦਿੱਤੇ ਜਾਂਦੇ ਆ ਕਿ ਉਹਦੀ ਗਤੀ ਨਹੀਂ ਹੋਈ ਅਤੇ ਉਹ ਇਸ ਤਰ੍ਹਾਂ ਹੋਇਆ। ਹੁੰਦਾ ਕੀ ਅਸੀਂ ਜੋ ਦੇਖਿਆ, ਜਦ ਆਪਾਂ ਗੱਲ ਕਰ ਰਹੇ ਸੀ ਕਿ ਸਮਾਜ ਨੂੰ ਕਿਉਂ ਲੱਗਦਾ ਕਿ ਸੱਚ ਆ, ਭੂਤਾਂ ਤਾਂ ਹੈਗੀਆਂ। ਇੱਥੇ ਥੋੜ੍ਹੀ ਜਿਹੀ ਗੱਲ ਜਿਹੜਾ ਤੁਸੀਂ ਉਹ ਜ਼ਿਕਰ ਕੀਤਾ ਕਿ ਅਸੀਂ ਅਖੀਰ 'ਚ ਮਿੱਟੀ 'ਚ ਹੀ ਸਮਾ ਜਾਣਾ, ਹਰ ਕਿਸੇ ਦਾ ਇੱਕ ਜੀਵਨ ਕਾਲ ਹੈਗਾ ਜੀ। ਜਿਹੜਾ ਸਰੀਰ ਆ ਜੀ, ਉਹ ਤਾਂ ਉੱਥੇ ਦਾ ਉੱਥੇ ਹੀ ਰਹਿੰਦਾ ਜੀ, ਪਰ ਉਹਦੇ ਵਿੱਚੋਂ ਫਿਰ ਨਿਕਲਦਾ ਕੀ ਹੈ? ਹਾਂ, ਇਹੀ ਹੈ। ਜੇ ਇਹਨੂੰ ਆਪਾਂ ਇਨ ਸ਼ਾਰਟ ਕਰੀਏ ਜਿੰਨਾ ਕੁ ਟਾਈਮ ਆ, ਕਿ ਇਹ ਸਰੀਰ ਇੱਕ ਬਿਲਕੁਲ ਇੰਜਣ ਦੀ ਤਰ੍ਹਾਂ ਚੱਲਦਾ ਪਿਆ। ਜੋ ਅਸੀਂ ਖੁਰਾਕ ਖਾਂਦੇ ਹਾਂ, ਉਹਦੇ ਤੋਂ ਉਹਦੀ ਊਰਜਾ ਕਹਿ ਲਓ, ਇਹਦੀ ਗੈਸ ਬਣਦੀ ਹੈ, ਜਿਹਦੇ ਨਾਲ ਅੱਗੇ ਸਾਰੇ ਦਾ ਸਾਰਾ ਚੱਲਦਾ ਹੈ। ਇਸ ਮਸ਼ੀਨ ਦੇ ਅੰਦਰ ਜਿਹੜੇ ਊਰਜਾ ਨੂੰ ਕਨਵਰਟ ਕਰਨ ਵਾਲੇ ਮੇਨ ਔਰਗਨ ਹੈ, ਜਿਹਦੇ 'ਚ ਆਪਾਂ ਕਹਿ ਸਕਦੇ ਹਾਂ ਸਾਡਾ ਨੱਕ ਤੋਂ ਫੇਫੜੇ, ਸਾਹ ਪ੍ਰਣਾਲੀ, ਉਦੋਂ ਅੱਗੇ ਲਹੂ ਗੇੜ ਪ੍ਰਣਾਲੀ, ਜਿਹ 'ਚ ਹਾਰਟ ਅਤੇ ਹੋਰ ਉਹ ਸਾਰਾ ਕੁਛ ਆ ਗਿਆ। ਉਦੋਂ ਬਾਅਦ ਉਸ ਖੂਨ ਨੂੰ ਸਾਫ਼ ਕਰਨ ਵਾਲਾ ਆਪਣਾ ਕਿਡਨੀ ਵਾਲਾ ਸਾਰਾ ਸਿਸਟਮ ਆ ਗਿਆ। ਉਸ ਤੋਂ ਅੱਗੇ ਇਹਨਾਂ ਨੂੰ ਸਾਰੇ ਕਾਸੇ ਨੂੰ, ਜਿਵੇਂ ਆਪਾਂ ਇੰਜਣ ਦੇ ਵਿੱਚ, ਆਪਾਂ ਮੈਂ ਛੋਟੀ ਜਿਹੀ ਉਦਾਹਰਨ ਦਿੰਦਾ ਹੁੰਦਾ ਕਿ ਪਿੰਡਾਂ ਦੇ ਵਿੱਚ, ਪੰਜਾਬ ਦੇ ਵਿੱਚ ਸਾਰੇ ਸਾਡੇ ਪੰਜਾਬੀ ਆਏ ਆ, ਪੀਟਰ ਇੰਜਣ ਹੁੰਦਾ ਸੀ ਛੋਟਾ, ਗੱਡੀ 'ਚ ਵੀ ਸੇਮ ਫੰਕਸ਼ਨਿੰਗ ਹੈ ਇੰਜਣ ਦੀ। ਉਹਦਾ ਇੱਕ ਹੈੱਡ ਹੁੰਦਾ ਹੈ,
ਜੀ ਉਹ ਹੈਡ ਦੇ ਵਿੱਚ ਜੇ ਬਾਲ ਜਿੰਨੀ ਵੀ ਲੀਕੇਜ ਹੋ ਜੇ ਤੇ ਇੰਜਣ ਕੰਮ ਨਹੀਂ ਕਰਦਾ। ਬਿਲਕੁਲ ਉਹੀ ਕੰਮ ਸਾਡਾ ਹੈਡ ਹੈ, ਜਿਹੜਾ ਸਿਰ ਹੈ, ਇਹਦੇ ਅੰਦਰ ਦਿਮਾਗ ਆ, ਇਹ ਕਰਦਾ। ਇਹਨਾਂ ਜਦੋਂ ਮੇਨ ਆਰਗਨ 'ਚ ਕੋਈ ਇਫੈਕਟ ਪੈਂਦਾ ਤਾਂ ਜਿਹੜੀਆਂ ਇਹਦੇ 'ਚ ਕਿਰਿਆਵਾਂ ਹੁੰਦੀਆਂ, ਊਰਜਾ ਪੈਦਾ ਕਰਦੀਆਂ, ਊਰਜਾ ਨਾਲ ਇਹਨੂੰ ਗਰਮੀ ਮਿਲਦੀ ਹੈ, ਗਰਮੀ ਨਾਲ ਇਹ ਸਾਰਾ ਕੁਝ ਸਿਸਟਮ ਚੱਲਦਾ ਹੈ। ਜੇ ਆਪਾਂ ਐਂ ਕਹਿ ਲਈਏ ਵੀ ਕਾਰ ਦੀ ਗੈਸ ਖਤਮ ਹੋ ਜੇ ਤੇ ਉਹਨੇ ਬੰਦ ਹੋ ਜਾਣਾ, ਬਿਲਕੁਲ ਸੇਮ। ਹਾਂ, ਫਰਕ ਇੰਨਾ ਕੀ ਹੁੰਦਾ ਕਿ ਜਿਹੜੀਆਂ ਚੀਜ਼ਾਂ ਮੈਟਲ ਦੀਆਂ ਜਾਂ ਹੋਰ ਬਣੀਆਂ ਹੋਈਆਂ ਨੇਗੀਆਂ, ਉਹਨਾਂ 'ਚ ਜਦੋਂ ਅਸੀਂ ਦੁਬਾਰੇ ਫਿਊਲ ਪਾਉਂਦੇ ਹਾਂ ਤੇ ਉਹ ਚੱਲ ਪੈਂਦਾ। ਪਰ ਸਾਡੇ ਸਰੀਰ ਦੇ ਜਿਹੜੇ ਸੈੱਲ ਨੇ, ਲਿਵਿੰਗ ਸੈੱਲ ਨੇ, ਇਹਨਾਂ ਦੇ ਵਿੱਚ ਜਦੋਂ ਇਹ ਰਸਾਇਣਕ ਕਿਰਿਆ ਹੋ ਜਾਂਦੀ ਹੈ, ਇਹ ਮਰ ਜਾਂਦੇ ਆ ਕਹਿ ਲਈਏ, ਤਾਂ ਇਹਨੂੰ ਜਿਹੜਾ ਦੁਬਾਰਾ ਉਹ ਜਿਉਂਦਾ ਨਹੀਂ ਕੀਤਾ ਜਾ ਸਕਦਾ। ਸੋ ਇਹ ਇੰਨੀ ਕੁ ਗੱਲ ਹੈ। ਹੋਰ ਇਹਦੇ ਵਿੱਚੋਂ ਨਿਕਲ ਕੇ ਜਾਣ ਲਈ, ਕਿਉਂਕਿ ਉਹ ਜਦੋਂ ਨਿਕਲ ਕੇ ਜਾਣ ਵਾਲੀ ਗੱਲ ਆ, ਫਿਰ ਤਾਂ ਉਹਦੇ ਤੇ ਵੀ ਬੜੇ ਕੁਐਸਚਨ ਆ ਵੀ ਨਿਕਲ ਕੇ ਕਿੱਥੇ ਜਾਂਦੀ ਹੈ। ਇੱਕ ਤਾਂ ਇਹ ਕਿ ਧਰਮਰਾਜ ਦੇ ਜਮਦੂਤ ਜਿਹੜੇ ਸਾਡੇ ਮੋਢਿਆਂ 'ਤੇ ਬਿਠਾਏ ਹੋਏ ਆ, ਉਹ ਸਾਡੀ ਆਤਮਾ ਨੂੰ, ਰੂਹ ਨੂੰ ਲੈ ਜਾਂਦੇ ਆ ਬੰਨ ਕੇ। ਜਾਣ ਨੂੰ ਜੀ ਤਾਂ ਕਿਸੇ ਦਾ ਨਹੀਂ ਕਰਦਾ, ਘੜੀਸ ਜਿਵੇਂ ਕਹਿੰਦੇ ਆ ਵੀ ਧਰਮਰਾਜ ਕੋਲੇ ਲੈ ਜਾਂਦੇ ਆ। ਹੁਣ ਇੱਕ ਤਾਂ ਇਹ ਆ ਵੀ ਉਹ ਉੱਥੇ ਹਿਸਾਬ ਕਿਤਾਬ ਕਰਦਾ, ਚੰਗਾ ਹੋਵੇ ਸੁਰਗਾਂ 'ਚ ਛੱਡ ਦਿੰਦਾ ਵੀ ਤੂੰ ਇੱਥੇ ਰਹਿ ਮੌਜਾਂ ਕਰ, ਮਾੜਾ ਹੋਵੇ ਨਰਕਾਂ 'ਚ ਛੱਡ ਦਿੰਦਾ। ਇੱਕ ਤਾਂ ਇਹ ਚੱਲਦਾ। ਇੱਕ ਕੰਸੈਪਟ ਇਹ ਵੀ ਚੱਲਦਾ ਵੀ ਇਹ ਰੂਹ ਆ ਜਿਹੜੀ, ਇਹ ਜਾਮਾਂ ਛੱਡ ਜਾਂਦੀ ਆ, ਫਿਰ ਇਹ 84 ਲੱਖ ਜੂਨਾਂ 'ਚ ਪੈ ਜਾਂਦੀ ਆ, ਗੇੜੇ ਗੂੜੇ ਦੇਈ ਜਾਂਦੀ ਆ। ਜਦੋਂ ਉਹ ਪੂਰੀਆਂ ਹੋ ਜਾਂਦੀਆਂ 83,99,999, ਫਿਰ ਆ ਕੇ ਇਹ ਮਨੁੱਖੀ ਜਾਮੇ 'ਚ ਆ ਜਾਂਦੀ। ਇੱਕ ਉਹ ਸਿਲਸਿਲਾ ਚੱਲਦਾ। ਜਾਣੀ ਜੇ ਸਾਡੇ ਮਨ 'ਚ ਸਵਾਲ ਆ ਜੀ, ਤਰਕਸ਼ੀ ਸੁਸਾਇਟੀ ਦਾ ਇਹ ਕਹਿਣਾ ਹੈ ਵੀ ਕੀ ਹੁੰਦਾ, ਕਿਵੇਂ ਹੁੰਦਾ, ਇਹਦੇ ਨਾਲ ਫਿਰ ਨਰਕਾਂ ਸੁਰ ਬਹੁਤ ਅੱਗੇ ਵਿਆਖਿਆ ਬੜੀ ਹੈ। ਜਾਣੀ ਇਹਨਾਂ ਗੱਲਾਂ ਦੇ ਜਦੋਂ ਅਸੀਂ ਜਵਾਬ ਖੋਜਣ ਲੱਗਾਂਗੇ ਤਾਂ ਅਸੀਂ ਇਸ ਸਿੱਟੇ 'ਤੇ ਪਹੁੰਚ ਜਾਵਾਂਗੇ ਕਿ ਇਸ ਬ੍ਰਹਿਮੰਡ ਦੀਆਂ ਭੌਤਿਕ, ਰਸਾਇਣਕ, ਜੈਵਿਕ ਕਿਰਿਆਵਾਂ 'ਚੋਂ ਹੀ ਸਾਰਾ ਬ੍ਰਹਿਮੰਡ ਸਿਰਜਿਆ। ਇਹਦੇ 'ਚ ਹੀ ਕਿਸੇ ਵੇਲੇ ਮਲੀਆ ਮੇਟ ਹੋ ਕੇ ਐਟ ਦੀ ਐਂਡ ਇਹਦੇ 'ਚ ਹੀ ਸਮਾ ਜਾਣਾ। ਹੋਰ ਇਸ ਤੋਂ ਬਿਨਾਂ ਕੋਈ ਇੱਦਾਂ ਦੀ ਗੱਲ ਨਹੀਂ ਹੈ। ਜਿਵੇਂ ਆਪਾਂ ਕਹੀਏ ਵੀ ਭਾਈ ਇਹਦੇ ਸਵਾਸਾਂ ਦੀ ਗਿਣਤੀ ਹੈ ਇੰਨੀ ਹੋ ਗਈ ਹੈ, ਇਹਦੀ ਕਿਸਮਤ ਲਿਖੀ ਹੈ, ਜੋ ਲਿਖਿਆ ਉਹਦੇ ਅਨੁਸਾਰ ਹੀ ਜਿਉਣਾ, ਉਦੋਂ ਬਿਨਾਂ ਬੰਦਾ ਹੱਥ ਨਹੀਂ ਹਿਲਾ ਸਕਦਾ, ਸਾਹ ਨਹੀਂ ਵੱਧ ਘੱਟ ਲੈ ਸਕਦਾ। ਇਹ ਗੱਲਾਂ ਠੀਕ ਹੈ, ਕਿਸੇ ਬੰਦੇ ਨੂੰ ਦੁੱਖ 'ਚ ਉਠਾਉਣ ਵਾਸਤੇ ਤਾਂ ਹੁੰਦੀਆਂ ਵੀ ਯਾਰ ਸਵਾਸ ਪੂਰੇ ਹੋ ਗਏ, ਹੁਣ ਆਪਾਂ ਕੀ ਕਰ ਸਕਦੇ। ਪਰ ਮੈਂ ਤਾਂ ਇਹ ਵੀ ਕਹਿਣਾ ਚਾਹੁੰਦਾ ਕਿ ਪੰਜਾਬ 'ਚ ਹੁਣ ਜਿਹੋ ਜਿਹਾ ਵਾਤਾਵਰਨ ਹੋ ਗਿਆ, ਬਿਮਾਰੀਆਂ ਦੀ ਬਹੁਤਾਤ ਹੈ, ਸਵਾਸਾਂ ਦੀ ਗਿਣਤੀ ਘਟਦੀ ਬਹੁਤ ਜਾਂਦੀ ਹੈ। ਜੇ ਮਨੁੱਖ ਨੇ ਸੱਚ ਨੂੰ ਨਾ ਜਾਣਿਆ, ਇਸ ਵਾਤਾਵਰਨ ਨੂੰ ਸ਼ੁੱਧ ਨਾ ਕੀਤਾ, ਦਰਖਤ ਨਾ ਲਾਏ, ਪੌਣ ਪਾਣੀ ਨੂੰ ਸ਼ੁੱਧ ਨਾ ਕੀਤਾ, ਤੇ ਫਿਰ ਇਹ ਸਾਡੇ ਸਵਾਸਾਂ ਦੀ ਪੂੰਜੀ ਆਉਣ ਵਾਲੇ ਸਮੇਂ 'ਚ ਘਟਦੀ ਪਤਾ ਨਹੀਂ ਥੱਲੇ ਨੂੰ ਕਿੱਥੇ ਜਾ। ਜੀ ਸਾਡੇ ਕੁਝ ਲਿਸਨਰਸ ਨੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ, ਅਤੇ ਕਾਲਸ ਅਸੀਂ ਲੈ ਸਕਦੇ ਹਾਂ 6042040600 'ਤੇ ਕਾਲ ਕਰਕੇ। ਜੇ ਤੁਸੀਂ ਕੋਸ਼ਿਸ਼ ਕਰਿਓ ਕਿ ਆਪਣਾ ਸਵਾਲ ਜਿਹੜਾ ਰੱਖਣਾ ਉਹ ਬਰੀਫ ਰੱਖਿਓ ਤਾਂ ਕਿ ਇਹਨਾਂ ਕੋਲੋਂ ਆਪਾਂ ਕੁਝ ਚੀਜ਼ਾਂ ਪੁੱਛ ਸਕੀਏ। ਹੋਰ ਬਹੁਤ ਸਾਰੇ ਸਵਾਲ ਹੈਗੇ ਮੇਰੇ ਮਨ ਦੇ ਵਿੱਚ ਵੀ, ਜਿਹੜੇ ਮੈਂ ਆਪਣੇ ਸੁਣਨ ਵਾਲਿਆਂ ਦੇ ਬਿਹਾਫ 'ਤੇ ਕਰਨੇ ਆ। ਕੋਈ ਕਾਲੇ ਜਾਦੂ ਦੀ ਗੱਲ ਕਰਦਾ, ਕੋਈ ਵਸ਼ੀਕਰਨ ਦੀ ਗੱਲ ਕਰਦਾ, ਅਤੇ ਕੋਈ ਤਵੀਤਾਂ ਦੀ, ਧਾਗਿਆਂ ਦੀ ਗੱਲ ਕਰਦਾ। ਕੀ ਸਿਰਫ ਅਤੇ ਸਿਰਫ ਇਹ ਨਿਰਾ ਸਾਡੇ ਮਨ ਦੀਆਂ ਘਾੜਤਾਂ ਹੀ ਹੈਗੀਆਂ ਜਾਂ ਕੋਈ ਹੋਰ ਗੱਲਬਾਤ ਹੈਗੀ ਆ? ਅੱਜ ਇਹ ਗੱਲ ਦਾ ਜਿਹੜਾ ਨਿਬੇੜਾ ਮੈਂ ਚਾਹੁੰਦੀ ਹਾਂ ਕਿ ਹੋ ਜਾਣਾ ਚਾਹੀਦਾ। ਪਹਿਲੇ ਸਾਡੇ ਲਿਸਨਰ ਨੇ ਬਲਵੰਤ ਕੌਰ ਜੀ। ਹਾਂ, ਬਗਾਉਣੀ ਵੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅੱਜ ਟੌਪਿਕ ਬਹੁਤ ਵਧੀਆ ਆ, ਬਹੁਤ ਡੰਗਾਈ ਟੌਪਿਕ 'ਚ ਆਇਆ ਅੱਜ। ਜੀ ਹਾਂਜੀ, ਕਿ ਪੁੱਛਣਾ ਤੁਸੀਂ ਕੁਝ? ਹਾਂਜੀ, ਮੈਂ ਤਾਂ ਆਈ ਕਹਿੰਦੀ ਵੀ ਇਹ ਕਿਹੜਾ ਵਿਚਾਰ ਚੱਲ ਰਿਹਾ ਆਪਣਾ ਅੱਜ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਜਿੰਨੀ ਕੁ ਨੌਲੇਜ ਆ ਜੀ ਓਨਾ ਕੁ ਵਾਲੀ ਤਾਂ ਨਹੀਂ ਮੈਨੂੰ ਹੈਗੀ। ਤੇ ਜਿਵੇਂ ਬਲਵੰਤ ਕੌਰ ਜੀ, ਆਵਾਜ਼ ਇੱਕ ਤਾਂ ਤੁਹਾਨੂੰ ਆਪਣੇ ਰੇਡੀਓ ਦੀ ਘੱਟ ਕਰਨੀ ਪੈਣੀ ਹੈ। ਦੂਸਰਾ ਇਹ ਕਿ ਜੇ ਕੋਈ ਸਵਾਲ ਹੈਗਾ ਤਾਂ ਪਲੀਜ਼ ਤੁਰੰਤ ਕਰ ਸਕਦੇ ਹੋ। ਪਰੇ ਜਾ ਜਾਂਦੀ ਪਰੇ। ਹਾਂਜੀ, ਥੋੜੀ ਪਰੇ ਜਾਂਦੀ ਆ। ਹਾਂਜੀ, ਮੈਂ ਉਸੇ ਵਿਚਾਰ ਤੇ ਗੱਲ ਕਰਨੀ ਆ ਤੁਹਾਡੇ ਨਾਲ ਥੋੜੀ। ਹਾਂਜੀ, ਕਰੋ ਜੀ, ਕਰੋ। ਹਾਂਜੀ, ਉਹ ਜੀ ਆਇਆ ਤੇ ਕਹਿੰਦੇ ਵੀ ਬੰਦੇ ਵਿੱਚੋਂ ਕੀ ਜਾਂਦਾ ਜਾਂ ਕੀ ਨਿਕਲਦਾ ਤਾਂ ਪਤਾ ਨਹੀਂ ਲੱਗਦਾ। ਇਹ ਜੀ ਆਇਆ ਜਾਣੀ ਆਪਣਾ ਤਾਂ ਦੱਸਦੇ ਨੇ, ਜਿਵੇਂ ਆਪਾਂ ਤੋਂ ਬਾਣੀ 'ਚ ਸੁਣਦੇ ਹਾਂ ਵੀ ਇੱਕ ਸੂਖਮ ਸਰੀਰ ਆ ਆਪਣਾ, ਜਿਹੜਾ ਇੱਥੇ ਆਹ ਸਰੀਰ ਛੱਡ ਦਿੰਦੇ ਆਪਾਂ। ਉਹ ਕਹਿੰਦੇ ਵੀ ਜਿਹੜਾ ਸੂਖਮ ਸਰੀਰ ਆ ਉਹ ਕਹਾਂ ਜਾਂਦਾ, ਉਹਨੂੰ ਲੈ ਕੇ ਜਾਂਦੇ ਨੇ। ਉਹ ਹੁੰਦੇ ਨੇ ਆਪਾਂ ਦੇਖੋ ਜੀ ਕਰਮਾਂ ਦੇ ਨਵੇੜੇ। ਜੇ ਹੁਣ ਮੈਂ ਕਿਸੇ ਨੂੰ ਠੱਗੀਆਂ ਮਾਰੀਆਂ, ਕਿਸੇ ਨੂੰ ਮਾਰਿਆ ਹੋਊਗਾ, ਕਿਸੇ ਦੇ ਗਲ ਘੁੱਟੇ ਹੋਣਗੇ, ਤਾਂ ਜੀ ਫਿਰ ਲੇਖਾ ਜੋਖਾ ਉਹ ਲੈ ਕੇ ਜਾਂਦੇ ਨੇ ਜਿਹੜੇ। ਉਹ ਫਿਰ ਉਹੋ ਜਿਹਾ ਆਪਣੇ ਸਰੀਰ ਨਾਲ ਹੁੰਦਾ, ਉਹ ਕਸ਼ਟ ਸਾਰੇ ਉਹਨੂੰ ਆਉਂਦੇ ਨੇ। ਥੈਂਕ ਯੂ। ਅੱਛਾ, ਮੈਂ ਆਪਣੇ ਸੁਣਨ ਵਾਲਿਆਂ ਨੂੰ ਨਾ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ, ਕਿਉਂਕਿ ਆਪਣੇ ਨਾਲ ਅੱਜ ਗੈਸਟ ਹੈਗੇ ਆ। ਜਦੋਂ ਆਪਾਂ ਬਿਨਾਂ ਗੈਸਟ ਤੋਂ ਕਿਸੇ ਟੌਪਿਕ 'ਤੇ ਗੱਲਬਾਤ ਕਰਦੇ ਹਾਂ, ਆਪਣੇ ਕੋਲ ਖੁੱਲ੍ਹਾ ਸਮਾਂ ਹੁੰਦਾ। ਅੱਜ ਆਪਾਂ ਇਹਨਾਂ ਦੇ ਟਾਈਮ ਦਾ ਜਿਹੜਾ ਉਹ ਫਾਇਦਾ ਲੈਣ ਦੀ ਕੋਸ਼ਿਸ਼ ਕਰਨੀ ਹੈ। ਸੋ ਆਪਣੇ ਵੱਲੋਂ ਆਪਾਂ ਅੱਜ ਥੋੜ੍ਹੀ ਜਿਹੜੀ ਸਟੇਟਮੈਂਟਸ ਆ ਉਹ ਘੱਟ ਦਈਏ। ਅੱਜ ਸਵਾਲ ਕਰਨ ਦੀ ਕੋਸ਼ਿਸ਼ ਕਰੀਏ। ਕੁਲਵੰਤ ਸਿੰਘ ਜੀ, ਤੁਸੀਂ ਔਨ ਏਅਰ ਹੋ? ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੇਰਾ ਇੱਕ ਸਵਾਲ ਹੈ ਤੇ ਇੱਕ ਸਟੇਟਮੈਂਟ ਹੈ। ਹਾਂਜੀ, ਸਵਾਲ ਇਹ ਹੈ ਕਿ
ਇਹ ਕਹਿੰਦੇ ਆ ਵੀ ਜਦੋਂ ਬੰਦਾ ਮਰਦਾ ਹੈ ਤੇ ਆਤਮਾ ਜਿਹੜੀ ਆ ਉਹ ਨਿਕਲਦੀ ਆ। ਹੁਣ ਮੈਂ ਇਹ ਪੁੱਛਣਾ ਚਾਹੁੰਦਾ ਕਿ ਜੇ ਆਤਮਾ ਨਿਕਲਦੀ ਆ ਤੇ ਆਤਮਾ ਬੋਡੀ 'ਚ ਆਂਦੀ ਕਿਹੜੇ ਵੇਲੇ ਆ? ਇਹ ਮੇਰਾ ਸਵਾਲ ਹੈ, ਨੰਬਰ 1। ਨੰਬਰ 2 ਤੇ ਜਿਹੜੀ ਤੁਸੀਂ ਗੱਲ ਕਰਦੇ ਪਏ ਸੀ ਭੂਤਾਂ ਪ੍ਰੇਤਾਂ ਦੀ, ਉਹਦੇ ਬਾਰੇ ਮੈਂ ਕਹਿਣਾ ਦੁਨੀਆ ਉੱਤੇ ਕੋਈ ਭੂਤ ਪ੍ਰੇਤ ਨਹੀਂ ਹੈਗਾ। ਮੈਂ ਰਿਟਰਨ 'ਚ ਦੇ ਦਿੰਦਾ। ਇਹ ਇੱਕ ਬਿਮਾਰੀ ਹੁੰਦੀ ਆ, ਉਹ ਬਿਮਾਰੀ ਤੁਸੀਂ ਗੂਗਲ 'ਚ ਸਰਚ ਕਰ ਸਕਦੇ ਹੋ। ਔਰ ਉਸ ਬਿਮਾਰੀ ਦੇ ਵਿੱਚ ਕੀ ਹੁੰਦਾ ਕਿ ਤੁਹਾਡੀ ਜਿਹੜੀ ਵਿਜ਼ਨ ਹੈ ਉਹ ਖਰਾਬ ਹੋ ਜਾਂਦੀ ਆ, ਔਰ ਉਹਦੇ ਨਾਲ ਜਿਹੜਾ ਤੁਹਾਨੂੰ ਏਦਾਂ ਦੀਆਂ ਸ਼ਕਲਾਂ ਜਿਹੜੀਆਂ ਦਿਖਾਈ ਦਿੰਦੀਆਂ ਨੇ। ਔਰ ਫਿਰ ਇਹ ਬਿਮਾਰੀ ਜਿਹੜੀ ਆ ਦੂਰ ਹੋ ਸਕਦੀ ਆ, ਸਿਰਫ ਇੱਕ ਇੰਜੈਕਸ਼ਨ ਲਗਾਉਣ ਦੀ ਲੋੜ ਪੈਂਦੀ ਆ, ਉਸ ਬਿਮਾਰੀ ਜਿਹੜੀ ਆ ਖਤਮ ਹੋ ਜਾਂਦੀ ਆ। ਦੂਜਾ ਤਰੀਕਾ ਜਿੱਦਾਂ ਹੁਣ ਅਸੀਂ ਅਪਣਾਉਂਦੇ ਆ, ਜਿਹੜੇ ਕੈਮੀਕਲਸ ਹੁੰਦੇ ਆ ਸਾਡੇ ਮਾਈਂਡ ਦੇ, ਉਹ ਜਿਹੜੇ ਨੇ ਦਿਮਾਗ ਦੇ ਜਿਹੜੇ ਕੈਮੀਕਲਸ ਨੇ ਉਹ ਡਿਸਆਰਡਰ ਹੋ ਜਾਂਦੇ ਆ, ਜਿਹਦੇ ਕਾਰਨ ਇਹ ਵਿਜ਼ਨ ਖਰਾਬ ਹੁੰਦੀ ਆ। ਹੁਣ ਉਹ ਜਿਹੜਾ ਵਡਭਾਗ ਸਿੰਘ ਦੇ ਕੋਲ ਡੇਰੇ ਕੋਲ ਜਾਂਦੇ ਆ, ਉੱਥੇ ਸਿਰ ਘੁਮਾਉਂਦੇ ਆ, ਉੱਥੇ ਵੀ ਇਹੀ ਕੰਮ ਕਰਦੇ ਆ ਕਿ ਵੀ ਤੁਸੀਂ ਸਿਰ ਘੁਮਾਉਂਦੇ ਹੋ ਤੇ ਜਿਹੜੇ ਤੁਹਾਡੇ ਕੈਮੀਕਲਸ ਨੇ ਉਹ ਖਰਾਬ ਹੋਏ ਨੇ, ਉਹ ਡਿਸਆਰਡਰ ਦੇ ਅੰਦਰ ਲਿਆਉਣ ਵਾਸਤੇ ਕਰਦੇ ਆ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ ਕੁਲਵੰਤ ਸਿੰਘ ਜੀ। ਹਾਂਜੀ, ਤੁਹਾਡੀ ਕੀ ਟਿੱਪਣੀ ਹੈ? ਮੈਂ ਬਹੁਤ ਧੰਨਵਾਦੀ ਹਾਂ ਕੁਲਵੰਤ ਸਿੰਘ ਜੀ ਦਾ। ਆਪਣੀ ਗੱਲ ਥੋੜ੍ਹੀ ਜਿਹੀ ਇਸ ਟਾਈਪ ਚੱਲ ਸੀ ਕਿ ਲੋਕੀ ਜੋ ਮੰਨਦੇ ਨੇ ਕਿ ਇਹਦੇ 'ਚੋਂ ਆਤਮਾ ਨਿਕਲਦੀ ਹੈ, ਉਹਨਾਂ ਨੇ ਕੁਲਵੰਤ ਸਿੰਘ ਜੀ ਨੇ ਮੇਰੇ ਵਾਲੀ ਗੱਲ ਨੂੰ ਤਾਇਦ ਕੀਤੀ ਹੈ ਕਿ ਤਰਕਸ਼ੀਲ ਸੁਸਾਇਟੀ ਕਿਸੇ ਵੀ ਆਤਮਾ ਦੀ ਹੋਂਦ ਨੂੰ ਨਹੀਂ ਮੰਨਦੀ। ਮੈਂ ਵੀ ਇਹ ਕਿਹਾ ਸੀ ਕਿ ਜੋ ਕੁਛ ਹੁੰਦਾ ਸਰੀਰ ਦੀਆਂ ਕਿਰਿਆਵਾਂ ਚੱਲਦੀਆਂ ਨੇ, ਜਦੋਂ ਇਹਨਾਂ 'ਚੋਂ ਕੋਈ ਮੇਨ ਔਰਗਨ ਅਫੈਕਟਡ ਹੁੰਦਾ ਤੇ ਉਹ ਕਿਰਿਆ ਬੰਦ ਹੋ ਜਾਂਦੀ ਹੈ। ਕਿਰਿਆ ਬੰਦ ਹੋਣ ਦਾ ਮਤਲਬ ਕਿ ਬੋਡੀ ਸਾਡੀ ਠੰਡੀ ਹੋ ਜਾਂਦੀ ਹੈ, ਇਹਦੇ 'ਚੋਂ ਕੁਛ ਵੀ ਨਿਕਲਦਾ ਨਹੀਂ ਹੈ। ਸੋ ਜਿਹੜੀ ਉਹ ਐਨਰਜੀ ਆ ਉਹ ਬਣਨੀ ਬੰਦ ਹੋ ਜਾਂਦੀ ਹੈ। ਸੇਮ ਤਰੀਕੇ ਦੇ ਨਾਲ ਜੇ ਇੱਕ ਇੰਜਣ ਆ ਉਹ ਚੱਲ ਰਿਹਾ ਸੀ, ਉਹਦਾ ਫਿਊਲ ਵੀ ਜਾ ਰਿਹਾ ਸੀ, ਉਹਦੇ ਵਿੱਚ ਕੋਈ ਨੁਕਸ ਪੈ ਗਿਆ ਤੇ ਉਹਨੇ ਕੰਮ ਕਰਨਾ ਬੰਦ ਕਰ ਦਿੱਤਾ। ਤੇ ਜਿਹੜਾ ਸਾਡਾ ਸਰੀਰ ਹੈ, ਤੁਸੀਂ ਉਹਨੂੰ ਇੰਜਣ ਦੇ ਨਾਲ ਕੰਪੇਅਰ ਕਰ ਰਹੇ ਹੋ ਕਿ ਉਸ ਵੇਲੇ ਉਹਦੀ ਐਨਰਜੀ ਦੀ ਪ੍ਰੋਡਕਸ਼ਨ ਬੰਦ ਹੋ ਗਈ ਹੈ। ਬੇਸ਼ੱਕ ਜਿਹੜਾ ਅਸੀਂ ਉਹਨੂੰ ਫੂਡ ਵੀ ਪ੍ਰੋਵਾਈਡ ਕਰ ਰਹੇ ਹਾਂ ਜਾਂ ਅਸੀਂ ਉਹਨੂੰ ਦਵਾਈਆਂ ਪ੍ਰੋਵਾਈਡ ਕਰ ਰਹੇ ਹਾਂ, ਉਹ ਸਾਰੀ ਜਦੋਂ ਉਹ ਕੋਈ ਚੀਜ਼ ਕੰਮ ਨਹੀਂ ਕਰ ਰਹੀ ਉਹਦੇ 'ਤੇ, ਜਿਵੇਂ ਇੰਜਣ ਦੀ ਗੱਲ ਸੀ ਨਾ, ਉਹਦੇ 'ਚ ਕੁਝ ਹੋਰ ਪਾਰਟ ਵੀ ਹੁੰਦੇ ਆ, ਉਹਦੇ ਫਿਲਟਰ ਵੀ ਹੁੰਦੇ ਆ, ਜਿਹੜੇ ਸਾਡੀ ਕਿਡਨੀ ਵਾਲਾ ਰੂਪ ਆ। ਅਗਰ ਫਿਲਟਰ ਬੰਦ ਹੋ ਗਿਆ, ਫਿਊਲ ਹੈ ਉਹਦੇ 'ਚ, ਫਿਰ ਵੀ ਬੰਦ ਹੋ ਜਾਊ। ਅਗਰ ਉਹਦੇ ਇੱਕ ਸਾਹ ਲੈਣ ਵਾਲਾ ਕੀ ਕਹ ਲਓ ਉਹ ਫਿਲਟਰ ਹੀ ਹੁੰਦਾ, ਜਿੱਥੋਂ ਦੀ ਇੰਜਣ ਸਾਹ ਆਕਸੀਜਨ ਲੈ ਕੇ ਮਿਕਸਡ ਹੁੰਦਾ, ਤਾਂ ਅਗਰ ਉਹਨੂੰ ਵੀ ਆਪਾਂ ਬੰਦ ਕਰ ਦਈਏ ਹੱਥ ਰੱਖ ਕੇ, ਤੇ ਉਹ ਫਿਰ ਵੀ ਇੰਜਣ ਬੰਦੇ ਦਾ ਨੱਕ ਮੂੰਹ ਬੰਦ, ਸਾਹ ਬੰਦ ਕਰਦੀ ਹੈ, ਬੋਡੀ ਫਿਰ ਵੀ ਰੁਕ ਜਾਂਦੀ, ਕਿਉਂਕਿ ਉਹ ਚੀਜ਼ ਤਾਂ ਉੱਥੇ ਪਈ ਹੈ ਨਾ। ਸਰੀਰ ਤਾਂ ਉੱਥੇ ਐਗਜ਼ਿਸਟ ਕਰ ਰਿਹਾ, ਸਰੀਰ ਉਸ ਵੇਲੇ ਉੱਥੇ ਐਗਜ਼ਿਸਟ ਕਰ ਰਿਹਾ ਹੈਗਾ ਜੀ। ਅਗਲੇ ਸਾਡੇ ਲਿਸਨਰ ਨੇ ਪਰਮਿੰਦਰ ਢਿੱਲੋਂ ਜੀ। ਹਾਂਜੀ ਪਰਮਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਇਹਨਾਂ ਨੂੰ ਕੁਐਸਚਨ ਇਹ ਆ, ਉਹ ਤੇ ਚਲੋ ਭੂਤਾਂ ਪ੍ਰੇਤਾਂ ਦਾ ਆਪਾਂ ਵੀ ਨਹੀਂ ਮੰਨਦੇ, ਕਿ ਇਹ ਧਰਮ ਤੇ ਆਪਣਾ ਕੀ ਪੱਖ ਦੇਣਾ ਚਾਹੁੰਦੇ, ਧਰਮ ਨੂੰ ਮੰਨਦੇ ਆ ਇਹ? ਓਕੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਵੈਸੇ ਮੈਂ ਸੱਚੀ ਗੱਲ ਦੱਸਾਂ, ਕਿਉਂਕਿ ਮੈਂ ਫੋਕਸ ਇਸ ਪਾਸੇ ਕਰਨਾ ਚਾਹੁੰਦੀ ਹਾਂ। ਧਰਮ ਦੀ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ। ਧਰਮ ਦਾ ਜਿਹੜਾ ਮੁੱਦਾ ਹੈ ਉਹ ਬਹੁਤ, ਜੇ ਆਪਾਂ ਉਹਨੂੰ ਸ਼ੁਰੂ ਕਰ ਦਿੱਤਾ, ਉਹ ਸਮੇਟਿਆ ਨਹੀਂ ਜਾਣਾ ਸਾਡੇ ਕੋਲੋਂ ਇੰਨੇ ਥੋੜ੍ਹੇ ਸਮੇਂ ਦੇ ਵਿੱਚ। ਫਿਰ ਵੀ ਜੇ ਤੁਸੀਂ ਕੋਈ ਇੱਕ ਦੋ ਗੱਲਾਂ ਕਹਿਣੀਆਂ ਚਾਹੁੰਦੇ, ਜ਼ਰੂਰ ਕਹਿ ਸਕਦੇ ਹੋ। ਹਾਂ, ਧਰਮ ਬਾਰੇ ਇੰਨਾ ਕਿ ਸਮੇਂ ਦੇ ਅੰਦਰ, ਇਤਿਹਾਸ ਦੇ ਅੰਦਰ, ਜਦੋਂ ਕੁਛ ਇਸ ਤਰ੍ਹਾਂ ਦੀਆਂ ਆਪਾਂ ਕਹਿ ਲਓ ਕੁਰੀਤੀਆਂ ਜਾਂ ਸਮਾਜ ਲਈ ਕੁਝ ਗੱਲਾਂ ਚੰਗੀਆਂ ਨਹੀਂ ਹੁੰਦੀਆਂ, ਤਾਂ ਉਹਨਾਂ ਦਾ ਸੁਧਾਰ ਕਰਨ ਦੇ ਲਈ ਲਹਿਰਾਂ ਉੱਠਦੀਆਂ ਨੇ, ਉਹ ਸਮਾਜ ਦਾ ਸੁਧਾਰ ਕਰਦੀਆਂ ਨੇ। ਪਰ ਜਦੋਂ ਲਹਿਰਾਂ ਪੂਜਣਯੋਗ ਹੋ ਜਾਣ, ਉਹਨਾਂ 'ਤੇ ਚਾਹੀਦਾ ਤਾਂ ਇਹ ਹੁੰਦਾ ਵੀ ਕਿਸੇ ਲਹਿਰ ਦੇ ਵਿੱਚ ਕੋਈ ਕਮੀ ਪੇਸ਼ੀ ਹੈ, ਉਹਨੂੰ ਇੰਪਰੂਵ ਕਰਕੇ ਲਹਿਰ ਨੂੰ ਹੋਰ ਅੱਗੇ ਵਧਾਇਆ ਜਾਵੇ। ਪਰ ਜਦੋਂ ਉਹਨਾਂ ਨੂੰ ਪੂਜਣ ਦਾ ਦਰਜਾ ਮਿਲ ਜਾਂਦਾ ਹੈ, ਤਾਂ ਫਿਰ ਉਹ ਧਰਮ ਦਾ ਦਰਜਾ ਅਖਤਿਆਰ ਕਰ ਜਾਂਦੇ, ਜਿਹਦਾ ਫਿਰ ਐਂ ਕਹਿ ਲਓ ਕਿ ਫਿਰ ਉਹ ਸਮੂਹਕ ਤੌਰ 'ਤੇ ਸਮਾਜ ਦਾ ਕੋਈ ਫਾਇਦਾ ਨਹੀਂ ਕਰਦਾ ਜਦੋਂ ਕਿਸੇ ਚੀਜ਼ ਨੂੰ ਅਸੀਂ ਪੂਜਣਾ ਸ਼ੁਰੂ ਕਰ ਦਈਏ। ਸੋ ਤੁਹਾਡੀ ਨਜ਼ਰ 'ਚ ਧਰਮ ਹੈ ਕੀ ਆ? ਜਿਵੇਂ ਇਹ ਕਹਿ ਰਹੇ ਸੀ ਕਿ ਤੁਸੀਂ ਮੰਨਦੇ ਹੋ, ਹੈ ਕੀ ਹੈ? ਦੇਖੋ, ਉਹ ਹੁਣ ਮੈਨੂੰ ਨਹੀਂ ਪਤਾ ਉਹਨਾਂ ਦੀ ਨਜ਼ਰ 'ਚ ਧਰਮ ਕੀ ਹੈ। ਤੁਹਾਡੀ ਨਜ਼ਰ? ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਸਮਾਜ ਦੇ ਅੰਦਰ ਜੋ ਕੁਛ ਗਲਤ ਹੋ ਰਿਹਾ, ਉਹਨੂੰ ਠੀਕ ਕਰਨਾ ਆਪਣੀ ਜ਼ਿੰਦਗੀ 'ਚ ਤੁਹਾਡਾ ਧਰਮ ਹੋਣਾ ਚਾਹੀਦਾ। ਵੇ ਆਫ ਲਾਈਫ ਇੰਪਰੂਵ ਕਰਨਾ। ਬਿਲਕੁਲ। ਰਜਿੰਦਰ ਜੀ, ਮੇਰਾ ਸਵਾਲ ਤੁਹਾਡੇ ਲਈ ਇਹ ਹੈ ਕਿ ਬਹੁਤ ਵੱਡੀ ਗਿਣਤੀ ਹੈ, ਥੋੜ੍ਹੀ ਗਿਣਤੀ ਨਹੀਂ ਹੈ, ਜਿਨ੍ਹਾਂ ਲੋਕਾਂ ਦੇ ਲਈ ਇਹਨਾਂ ਚੀਜ਼ਾਂ ਦੀ, ਭੂਤ ਪ੍ਰੇਤਾਂ, ਚੁੜੇਲਾਂ, ਭੂਤਨੀਆਂ ਜਾਂ ਜਿਹੜੇ ਵੀ ਸ਼ਬਦ ਇਸਤੇਮਾਲ ਕੀਤੇ ਜਾਂਦੇ ਆ, ਤਾਂ ਹੀ ਇਹ ਸ਼ਬਦ ਵੀ ਇਸਤੇਮਾਲ ਦੇ ਵਿੱਚ ਆਏ ਹੋਣਗੇ, ਕਿਉਂਕਿ ਉਹਨਾਂ ਲੋਕਾਂ ਦੇ ਲਈ ਹੋਂਦ ਉਹਨਾਂ ਦੀ ਹੈਗੀ ਹੈ। ਤੁਸੀਂ ਥੋੜ੍ਹੀ ਜਿਹੀ ਇਹ ਗੱਲ ਕਹੀ ਆ, ਕਹਿੰਦੇ ਕਿ ਅਸੀਂ ਦੂਸਰਿਆਂ ਦੇ ਦਿੱਤੇ ਵਿਸ਼ਵਾਸ ਜਿਹੜੇ ਆ ਉਹਨਾਂ ਨੂੰ ਲੈ ਕੇ ਅਗਾਂਹ ਵੱਧਦੇ ਜਾਂਦੇ ਹਾਂ। ਸਾਨੂੰ ਜਿਸ ਤਰ੍ਹਾਂ ਦਿਖਾਇਆ ਜਾਂਦਾ ਅਸੀਂ ਜਾਂ ਸੁਣਾਇਆ ਜਾਂਦਾ, ਉੱਦਾਂ ਅਸੀਂ ਮੰਨਣਾ ਸ਼ੁਰੂ ਕਰ ਦਿੰਦੇ ਹਾਂ। ਮੈਂ ਇਸ ਵੇਲੇ ਜਿਹੜੇ ਕਾਲਰਸ ਆ ਉਹਨਾਂ ਨੂੰ ਸ਼ਾਮਿਲ ਨਹੀਂ ਕਰ ਰਹੀ, ਪਰ ਮੈਂ ਉਹਨਾਂ ਨੂੰ ਰਿਪਰੈਜ਼ੈਂਟ ਕਰਕੇ ਇਹ ਸਵਾਲ ਤੁਹਾਨੂੰ ਪੁੱਛਣ ਲੱਗੀ ਹਾਂ।
ਇਰਰਿਸਪੈਕਟਿਵ ਆਫ ਦਾ ਫੈਕਟ ਕਿ ਕੀ ਤੁਹਾਡਾ ਏਜ ਗਰੁੱਪ ਆ, ਤੁਸੀਂ ਜਵਾਨ ਹੋ, ਤੁਸੀਂ ਬਜ਼ੁਰਗ ਹੋ, ਤੁਸੀਂ ਔਰਤ ਹੋ, ਤੁਸੀਂ ਆਦਮੀ ਹੋ, ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਚੀਜ਼ ਮੰਨਦੇ ਆ। ਕਹਿੰਦੇ ਕਿ ਜਿਹੜੀਆਂ ਚੀਜ਼ ਸ਼ਰੇਆਮ ਨਜ਼ਰ ਆ ਰਹੀ ਹੈ, ਸਾਹਮਣੇ ਨਜ਼ਰ ਆ ਰਹੀ ਹੈ ਕਿ ਆਹ ਘਟਨਾ ਵਾਪਰ ਗਈ ਹੈ, ਅਸੀਂ ਕਿੱਦਾਂ ਡਿਨਾਈ ਕਰ ਸਕਦੇ ਹਾਂ। ਪਰ ਕੀ ਇਹ ਗੱਲ ਤੁਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਹਰ ਇੱਕ ਚੀਜ਼ ਨੂੰ ਹੀ ਤੁਸੀਂ ਚੈਲੰਜ ਕਰ ਰਹੇ ਹੋ, ਹਰ ਇੱਕ ਚੀਜ਼ ਨੂੰ ਕਿ ਵੀ ਕਿਸੇ ਦੀ ਘਟਨਾ ਵਾਪਰੀ ਹੈ, ਜਿਵੇਂ ਆਪਣੇ ਕੋਲ ਹੁਣੇ ਸਟੂਡੀਓ ਦੇ ਵਿੱਚ ਲੜਕੀ ਆਈ ਸੀ, ਕਹਿ ਰਹੀ ਸੀ ਕਿ ਕਿਸੇ ਦੇ ਉੱਤੇ ਗਰਮ ਤੇਲ ਪੈਣਾ ਸ਼ੁਰੂ ਹੋ ਗਿਆ, ਜਾਂ ਕਿਸੇ ਨੇ ਕੋਈ ਕਾਲਾ ਜਾਦੂ ਕਰ ਦਿੱਤਾ, ਜਾਂ ਸਾਡੇ ਉੱਤੇ ਦਬਾਅ ਪੈਂਦਾ, ਜਿਹਨੂੰ ਆਪਾਂ ਪੰਜਾਬੀ 'ਚ ਦਬਾਅ ਕਹਿੰਦੇ ਆ, ਕਿਸੇ ਤਰ੍ਹਾਂ ਦਾ ਪ੍ਰੈਸ਼ਰ ਮਹਿਸੂਸ ਕਰਦੇ ਹਾਂ, ਸੁੱਤੇ ਪਏ ਜਿਵੇਂ ਕਿਸੇ ਨੇ ਕਿਸੇ ਨੂੰ ਦੱਬ ਲਿਆ। ਕਹਿੰਦੇ ਇਹ ਚੀਜ਼ਾਂ ਸਾਡੀਆਂ ਐਕਸਪੀਰੀਅੰਸ ਕੀਤੀਆਂ ਹੋਈਆਂ, ਅਸੀਂ ਵੀ ਐਕਸਪੀਰੀਅੰਸ ਦੇ ਬੇਸ 'ਤੇ ਹੀ ਬੋਲ ਰਹੇ ਹਾਂ। ਬੇਸ਼ੱਕ ਤੁਸੀਂ ਸ਼ੁਰੂ 'ਚ ਇਹ ਗੱਲ ਕਹੀ ਸੀ ਕਿ ਦੋ ਤਰ੍ਹਾਂ ਦੀਆਂ ਗੱਲਾਂ, ਇੱਕ ਤਾਂ ਕੋਈ ਤੁਹਾਨੂੰ ਐਗਜ਼ਿਸਟ ਕਰ ਰਹੀ ਚੀਜ਼ ਸਾਹਮਣੇ ਨਜ਼ਰ ਆ ਰਹੀ ਹੈ, ਦੂਜਾ ਸਿਰਫ ਤੁਹਾਡੀ ਆਪਣੀ ਸੋਚ ਹੈ। ਉਹ ਨਹੀਂ ਮੰਨਦੇ ਕਿ ਇਹ ਸਾਡੀ ਸੋਚ ਦੇ ਵਿੱਚੋਂ ਹੀ ਪੈਦਾ ਹੋਈਆਂ ਇਹ ਚੀਜ਼ਾਂ ਹੈਗੀਆਂ। ਉਹ ਕਹਿੰਦੇ ਕਿ ਨਹੀਂ, ਤੁਸੀਂ ਨਹੀਂ ਇਸ ਗੱਲ ਨੂੰ ਸਮਝ ਰਹੇ, ਇਹ ਸਾਡਾ ਐਕਸਪੀਰੀਅੰਸ ਹੈ, ਇਹ ਸਾਡਾ ਤਜਰਬਾ ਆ ਜਿਹ 'ਤੇ ਤੁਸੀਂ ਵਿਸ਼ਵਾਸ ਨਹੀਂ ਕਰਦੇ। ਜੀ, ਅਸਲ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਬਿਲਕੁਲ ਨਹੀਂ ਮਿਲਦੀ। ਤਰਕਸ਼ੀਲ ਸੁਸਾਇਟੀ ਨੇ 1984 ਤੋਂ ਹੀ ਇੱਕ ਇਨਾਮ ਰੱਖਿਆ ਕਿ ਅਗਰ ਕਿਸੇ ਕੋਲੇ ਵੀ ਅਜਿਹੀ ਸ਼ਕਤੀ ਹੈ ਜਿਹਦੇ ਨਾਲ ਕੋਈ ਭੂਤ ਪ੍ਰੇਤ ਦਿਖਾ ਦੇ, ਸਾਡੇ ਤੇ ਛੱਡ ਦੇ, ਕੁਛ ਵੀ ਉਹਦੇ ਤੋਂ ਕੁਛ ਵੀ ਕਰਵਾ ਦੇ, ਜਿਹਦੇ ਨਾਲ ਉਹਦੀ ਹੋਂਦ ਆ ਜਿਹੜੀ ਉਹ ਮਹਿਸੂਸ ਹੋ ਸਕਦੀ ਹੋਵੇ। ਅਸੀਂ ਤਾਂ ਇੱਥੋਂ ਤੱਕ ਵੀ ਕਿਹਾ ਵੀ ਇਕੱਲੀ ਉਹਦੀ ਫੋਟੋ ਖਿੱਚੀ ਜਾ ਸਕਦੀ ਹੋਵੇ, ਫੋਟੋ ਖਿੱਚਣ ਤੋਂ ਬਾਅਦ ਉਹ ਅਲੋਪ ਹੋ ਜੇ, ਉਹਦੇ ਲਈ ਵੀ ਅੱਜ ਅਸੀਂ 5 ਲੱਖ ਰੁਪਏ ਦਾ ਨਗਦ ਇਨਾਮ ਦੇਣ ਲਈ ਤਿਆਰ ਹਾਂ। ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਲੋਕੀ ਕਹਿੰਦੇ ਕਿ ਉਹਨਾਂ ਨੇ ਸਾਰਾ ਕੁਛ ਵੇਖਿਆ, ਪਰ ਅਸੀਂ ਜਦੋਂ ਪੜਤਾਲ ਕਰਦੇ ਹਾਂ ਤਾਂ ਸਾਨੂੰ ਇਹ ਮਿਲਿਆ, ਪੜਤਾਲ ਕਰਦੇ ਜਾਵਾਂਗੇ ਤਾਂ ਨਹੀਂ, ਮੈਂ ਨਹੀਂ ਵੇਖਿਆ, ਮੈਨੂੰ ਉਹਨੇ ਦੱਸਿਆ। ਅਸੀਂ ਉਹਦੇ ਕੋਲ ਵੀ ਚਲੇ ਜਾਂਦੇ ਹਾਂ, ਸਾਡਾ ਇਹੀ ਫਰਕ ਹੈ। ਉਹ ਜਿੱਦ ਕਹਿੰਦੇ ਨੇ ਕਿ ਮੈਨੂੰ ਉਹਨੇ ਦੱਸਿਆ, ਅਸੀਂ ਉਹਦੇ ਕੋਲੇ, ਉਹ ਨਹੀਂ ਕਹਿੰਦਾ ਮੈਂ ਵੇਖਿਆ, ਉਹ ਮੈਨੂੰ ਅੱਗੇ ਕਿਸੇ ਨੇ ਦੱਸਿਆ। ਸੋ ਇਹ ਗੱਲਾਂ ਦੱਸੇ ਵਾਲੀਆਂ ਚੱਲਦੀਆਂ। ਅਜੇ ਤੱਕ ਦੇਖਣ ਵਾਲਾ ਕੋਈ ਨਹੀਂ। ਇਹੋ ਜਿਹੇ ਤਾਂ ਮਿਲੇ ਆ ਕਿ ਮੈਨੂੰ ਜੀ ਭੂਤ ਪ੍ਰੇਤ ਦਿਸਦਾ, ਮੈਨੂੰ ਦਬਦਾ, ਹੋਰ ਕਰਦਾ। ਉਹਨਾਂ ਕੇਸਾਂ ਨੂੰ ਵੀ ਅਸੀਂ ਦੋ ਤਰੀਕਿਆਂ ਨਾਲ ਹੈਂਡਲ ਕਰਦੇ ਆ। ਅਗਰ ਕੋਈ ਕਹਿੰਦਾ ਜੀ ਇਸ ਤਰ੍ਹਾਂ ਦਾ ਹੁੰਦਾ, ਸਾਨੂੰ ਲੱਗਦਾ ਕਿ ਲੌਜੀਕਲੀ ਦਲੀਲ ਨਾਲ ਗੱਲ ਸਮਝ ਸਕਦਾ, ਉਹਨੂੰ ਉਵੇਂ ਕਰੀਦਾ। ਜੇ ਸਾਨੂੰ ਲੱਗੇ ਕਿ ਅਨਪੜ੍ਹ ਆ, ਇਹਨੂੰ ਲੱਗਦਾ ਕਿ ਮੇਰਾ ਤਾਂ ਭੂਤ ਗਲ ਘੁੱਟਦਾ, ਇਹ ਕਹਿੰਦੇ ਭੂਤ ਨਹੀਂ ਹੁੰਦੇ, ਉਹਨੂੰ ਫਿਰ ਸਾਡਾ ਦੂਸਰਾ ਤਰੀਕਾ। ਤੁਸੀਂ ਵਿਸ਼ਵਾਸ ਜਿਹੜੇ ਇਸ ਤਰ੍ਹਾਂ ਦੇ ਬਣੇ ਹੋ ਵਿਸ਼ਵਾਸ ਹੋਣਗੇ ਲੋਕਾਂ ਦੇ, ਉਹ ਤੋੜੇ ਕਿਸੇ ਦੇ? ਬਹੁਤ। ਅੱਛਾ। ਉਹਨੂੰ ਫਿਰ ਅਸੀਂ ਕੀ ਕਰਦੇ ਹਾਂ, ਉਹਨੂੰ ਪੁੱਛਦੇ ਹਾਂ ਕਿ ਤੇਰਾ ਭੂਤ ਕਿਹੋ ਜਿਹਾ। ਉਹ ਦੱਸਦਾ ਜੀ ਵੱਡੇ ਵੱਡੇ ਦੰਦ ਆ ਜੀ, ਉਹਦੇ ਕਾਲੇ ਕੱਪੜੇ ਆ, ਉਹਦੇ ਵਾਲ ਖੁੱਲੇ ਆ ਜੀ। ਫਿਰ ਉਹਨੂੰ ਸਮੋਨ ਕਿਰਿਆ ਦੁਆਰਾ, ਜਿਹਨੂੰ ਅਸੀਂ ਹਿਪਨੋਟਾਈਜ਼ ਕਰਦੇ ਹਾਂ, ਹਿਪਨੋਟਾਈਜ਼ ਕਰਕੇ ਉਹਦੇ ਸਬਕੌਂਸ਼ੀਅਸ ਮਾਈਂਡ 'ਚ ਜੀ ਜੋ ਗੱਲਾਂ ਪਈਆਂ ਉਹਦੇ 'ਚ ਉਹਦਾ ਭੂਤ ਆ ਜਿਹੜਾ ਉਹਨੂੰ ਦੁਬਾਰੇ ਦਿਖਾਈਦਾ, ਉਹਨੂੰ ਨਜ਼ਰ ਆਉਂਦਾ। ਕਿਸੇ ਨੂੰ ਕੁਛ ਨਹੀਂ ਆਉਂਦਾ, ਸਾਨੂੰ ਨਹੀਂ ਦਿਖਦਾ, ਕੋਲੇ ਬੈਠਾ ਉਹ ਕੁਛ ਨਹੀਂ, ਉਹ ਕਹੂਗਾ ਕਿ ਮੇਰਾ ਭੂਤ ਮੇਰੇ ਸਾਹਮਣੇ ਖੜਾ। ਅੱਛਾ। ਫਿਰ ਉਹਦਾ ਭੂਤ ਅਸੀਂ ਅਗਲਾ ਸੁਝਾਅ ਦੇ ਕੇ ਉਹਨੂੰ ਮਾਰ ਦਿੰਦੇ ਹਾਂ, ਖਤਮ ਕਰ ਦਿੰਦੇ ਹਾਂ, ਅੱਗ ਨਾਲ ਜਲਾ ਦਿੰਦੇ ਹਾਂ। ਉਹਨੂੰ ਕੀ ਲੱਗਦਾ ਵੀ ਜਿਹੜਾ ਭੂਤ ਮੈਨੂੰ ਇੰਨੇ ਦੇਰ ਤੋਂ ਤੰਗ ਕਰਦਾ ਸੀ, ਇਹਨਾਂ ਨੇ ਮਾਰਤਾ, ਖਤਮ ਕਰਤਾ, ਹੁਣ ਮੈਂ ਠੀਕ ਹਾਂ, ਤੇ ਉਹ ਠੀਕ ਹੋ ਜਾਂਦਾ। ਅੱਛਾ, ਤੁਸੀਂ ਹੁਣ ਡਿਸਕ੍ਰਿਪਸ਼ਨ ਜੀ ਦੇ ਕੇ ਹਟੇ ਹੋ। ਅਕਸਰ ਲੋਕ ਭੂਤਾਂ ਦੀ ਇਸ ਤਰ੍ਹਾਂ ਦੀ ਡਿਸਕ੍ਰਿਪਸ਼ਨ ਦਿੰਦੇ ਆ, ਫਿਲਮਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਹੁੰਦੀ ਆ। ਦੋ ਗੱਲਾਂ ਇਕੱਠੀਆਂ। ਅਕਸਰ ਇਹ ਕਿਹਾ ਜਾਂਦਾ ਕਿ ਵੀ ਉਹ ਕੈਮਰੇ 'ਚ ਕੈਚ ਨਹੀਂ ਹੁੰਦੇ। ਹਾਂਜੀ ਜੀ। ਮੈਨੂੰ ਬੜੀ ਹਾਸੋਹੀਣੀ ਜੀ ਗੱਲ ਹੈ ਕਿ ਅੱਜ ਜਦੋਂ ਮੈਂ ਫੇਸਬੁੱਕ 'ਤੇ ਪੋਸਟ ਕੀਤਾ ਹੋਇਆ ਸੀ, ਵਿੱਚ ਕਿਸੇ ਨੇ ਇੱਕ ਵੀਡੀਓ ਵਿੱਚ ਪੋਸਟ ਕੀਤੀ ਆ ਕਿ ਓਮਪੁਰੀ ਦਾ ਭੂਤ ਉਹਦੇ ਫਲੈਟ ਦੇ ਬਾਹਰ ਆ ਕੇ ਖੜਾ ਹੋਏ, ਅਸੀਂ ਉਹਨੂੰ ਕੈਚ ਕਰ ਲਿਆ ਹੈਗਾ। ਕੋਈ ਇਮੇਜ ਹੀ ਦਿਖਾਉਂਦੇ। ਹੁਣ ਇਹੋ ਜਿਹੀਆਂ ਇਮੇਜਿਸ ਤਾਂ ਅਸੀਂ ਜਿੱਦਾਂ ਮਰਜ਼ੀ ਕ੍ਰੀਏਟ ਕਰ ਸਕਦੇ ਹਾਂ ਜਦੋਂ ਅਸੀਂ ਵੀਡੀਓ ਦੇ ਵਿੱਚ ਕੈਚ ਕਰਨ ਦੀ ਗੱਲ ਕਰਦੇ ਹਾਂ। ਪਰ ਹੁਣ ਹਰ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਅੱਜ ਕੱਲ੍ਹ ਕੈਮਰਾ ਹੈ। ਜੇ ਕੋਈ ਇਹੋ ਜਿਹੀ ਚੀਜ਼ ਨਜ਼ਰ ਆਉਂਦੀ ਹੈ ਤੇ ਤੁਰੰਤ ਉਹਨੂੰ ਕੈਦ ਕੀਤਾ ਜਾਣਾ ਚਾਹੀਦਾ। ਪਰ ਕਮਾਲ ਦੀ ਗੱਲ ਹੈ ਕਿ ਦੁਨੀਆ ਦੇ ਵਿੱਚ ਹਜੇ ਤੱਕ ਕਿਸੇ ਨੇ ਇਹੋ ਜਿਹੀ ਚੀਜ਼ ਪ੍ਰੈਜ਼ੈਂਟ ਨਹੀਂ ਕੀਤੀ ਕਿ ਭੂਤ ਜਿਹੜਾ ਹੈ ਉਹਨੂੰ ਅਸੀਂ ਕੈਮਰੇ ਦੇ ਵਿੱਚ ਕੈਦ ਕਰ ਲਿਆ। ਦੂਸਰੀ ਚੀਜ਼ ਜਿਹੜੀ ਡਿਸਕ੍ਰਿਪਸ਼ਨ ਦੀ ਗੱਲ ਹੈ, ਹੁਣ ਇੱਥੇ ਆ ਕੇ ਅਸੀਂ ਇਹ ਇੱਕ ਨਵੀਂ ਟਰਮ ਸੁਣਨੀ ਸ਼ੁਰੂ ਕੀਤੀ ਆ। ਕਹਿੰਦੇ ਕਿ ਫਰੈਂਡਲੀ ਭੂਤ ਹੁੰਦੇ ਆ, ਫਰੈਂਡਲੀ ਗੋਸਟ ਵੀ ਹੁੰਦੇ ਆ, ਜਿਹੜੇ ਕਹਿੰਦੇ ਨਹੀਂ ਕਿਸੇ ਨੂੰ ਕੋਈ ਤੰਗ ਨਹੀਂ ਕਰਦੇ, ਉਹ ਤੁਹਾਨੂੰ ਸਪੋਰਟ ਕਰਦੇ ਆ, ਉਹ ਤੁਹਾਨੂੰ ਤੁਹਾਡੀ ਰੱਖਿਆ ਕਰਦੇ ਆ, ਤੁਹਾਨੂੰ ਬੜਾ ਪੋਜ਼ੀਟਿਵ ਵੇ ਦੇ ਨਾਲ ਤੁਹਾਡੇ ਨਾਲ ਚੱਲਦੇ ਆ, ਤੇ ਸਾਨੂੰ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੈ। ਉਹ ਵੀ ਐਗਜ਼ਿਸਟ ਕਰਦੇ ਆ। ਕਹਿੰਦੇ ਦੇਖੋ, ਜੇ ਐਗਜ਼ਿਸਟ ਕਰਦੇ ਫਿਰ ਦੋਨੇ ਤਰ੍ਹਾਂ ਦੇ ਕਰਨਗੇ। ਫਰੈਂਡਲੀ ਵੀ ਕਰਨਗੇ, ਐਨੀਮੀ ਵੀ ਕਰਨਗੇ। ਕਿਉਂਕਿ ਅਸੀਂ ਤਾਂ ਇਹ ਹੁੰਦਾ ਕਿ ਜਿੱਥੇ ਵੀ ਕੋਈ ਗੱਲ ਚੱਲਦੀ ਹੈ, ਜਿਵੇਂ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਤਲਵੰਡੀ ਸਾਬੋ ਦੀ ਇੱਕ ਭੂਤਾਂ ਵਾਲੀ ਕੋਠੀ ਬੜੀ ਮਸ਼ਹੂਰ ਆ। ਅਸੀਂ 2 ਵਾਰ ਉਹਦੇ 'ਚ, ਇੱਕ ਵਾਰ ਹਫ਼ਤਾ ਟੀਮ ਰਹੀ ਸਾਡੀ, ਇੱਕ ਵਾਰੀ 1 ਰਾਤ ਰਹੀ। ਅਸੀਂ ਬਹੁਤ ਐਕਸਪਲੇਨ ਕਰ ਚੁੱਕੇ ਉਹ ਵੀ ਉਹ ਕੁਛ ਨਹੀਂ ਹੈ, ਉਹ ਇੱਕ ਕੋਠੀ ਹੈ, ਉਜਾੜ ਪਈ ਹੈ, ਉਹ ਗੈਰ ਸਮਾਜੀ ਅਨਸਰਾਂ ਦੀ ਵਰਤੋਂ ਦਾ ਅੱਡਾ ਹੈ। ਉੱਥੇ ਕਹਿ ਲਓ ਨਸ਼ੇੜੀ ਵੀ ਜਾਂਦੇ ਆ, ਉੱਥੇ ਜੇ ਕੋਈ ਆਮ ਲੋਕੀ ਜਾਂਦੇ ਉੱਥੋਂ ਤੁਸੀਂ ਖਾਲੀ ਸਰਿੰਜਾਂ ਵੀ ਚੱਕ ਸਕਦੇ ਹੋ।
ਆਲੇ ਦਾਲੇ ਪੜੋਸੀ ਜਿਹੜੇ ਖੇਤਾਂ 'ਚ ਰਹਿੰਦੇ ਆ ਉਹਦੇ ਨੇੜੇ ਨੇੜੇ, ਉਹਨਾਂ ਨੇ ਵੀ ਕਿਹਾ ਵੀ ਅਸੀਂ ਭੂਤ ਤਾਂ ਨਹੀਂ ਕਦੇ ਵੇਖੇ, ਤੇ ਅਸੀਂ ਇੱਥੇ ਗੈਰ ਬੰਦੇ ਤੇ ਜਨਾਨੀਆਂ ਦਾ ਆਉਂਦੇ ਦੇਖੇ ਆ। ਜਾਣੀ ਉਹ ਜਿਹੜੇ ਇਸ ਤਰ੍ਹਾਂ ਦੀਆਂ ਥਾਵਾਂ ਨੂੰ ਸਟੈਬਲਿਸ਼ ਕਰਦੇ ਆ, ਉਹਨਾਂ ਦੇ ਹਿੱਤ ਹੁੰਦੇ ਆ ਕਿ ਉਹਨਾਂ ਨੇ ਉਸ ਥਾਂ ਨੂੰ ਮਿਸਯੂਜ਼ ਕਰਨਾ, ਜਿਹਦੇ ਕਰਕੇ ਹੋਰ ਲੋਕੀ ਡਰਦੇ ਇਹਦੇ ਨੇੜੇ ਨਾ ਆਉਣ। ਸੋ ਅਸੀਂ ਇੱਕੋ ਹੀ ਕੰਮ ਕਰਦੇ ਹਾਂ। ਸਾਡਾ ਲੋਕਾਂ ਨਾਲੋਂ ਫਰਕ ਹੀ ਇਹ ਆ, ਜਦੋਂ ਕਿਸੇ ਬਾਰੇ ਇਹ ਘਟਨਾ ਦਾ ਪਤਾ ਲੱਗਦਾ ਅਸੀਂ ਤੁਰੰਤ ਉਹਦੀ ਪੜਤਾਲ ਕਰਦੇ ਹਾਂ, ਅਤੇ ਜਦੋਂ ਅਸੀਂ ਸਿੱਟੇ 'ਤੇ ਕੱਢਦੇ ਹਾਂ, ਤੁਸੀਂ ਵੀ ਦੇਖੋਗੇ ਜਦੋਂ ਵੀ ਕਦੇ ਤੁਹਾਨੂੰ ਕੋਈ ਕਹੇ ਕਿ ਆਹ ਗੱਲ ਐਂ ਹੁੰਦੀ ਹੈ, ਤੁਸੀਂ ਉਹਨੂੰ ਪੁੱਛੋ, ਸਵਾਲ ਕਰ ਦਿਓ ਵੀ ਤੈਂ ਦੇਖੀ ਆ? ਉਹ ਕੋਈ ਨਹੀਂ, ਮੈਨੂੰ ਉਹਨੇ ਦੱਸਿਆ। ਤੁਸੀਂ ਉਹਨੂੰ ਫੋਨ ਕਰ ਲਓ ਵੀ ਤੂੰ ਇਹ ਦੇਖਿਆ? ਉਹ ਕੋਈ ਨਹੀਂ ਮੈਨੂੰ ਉਹਨੇ ਦੱਸਿਆ। ਅਤੇ ਦੱਸਣ ਵਾਲੀ ਲੜੀ ਇੰਨੀ ਲੰਬੀ ਆ, ਪਤਾ ਨਹੀਂ ਕਈ ਪੀੜ੍ਹੀਆਂ ਪਾਰ ਕਰ ਜੇ। ਹੁਣ ਮੈਨੂੰ ਇਹ ਦੱਸੋ ਕਿ ਜਿਹੜੇ ਲੋਕ ਸਾਡੇ ਇੱਥੇ ਇਸ ਚੀਜ਼ 'ਚ ਵਿਸ਼ਵਾਸ ਕਰਦੇ ਆ, ਫਸਟ ਹੈਂਡ ਐਕਸਪੀਰੀਅੰਸ ਕਰ ਰਹੇ ਆ ਜੀ, ਤੁਸੀਂ ਕੋਈ ਮਦਦ ਕਰ ਸਕਦੇ ਹੋ ਉਹਨਾਂ ਦੀ? ਦੇਖੋ, ਪਹਿਲੀ ਮਦਦ ਤਾਂ ਇਹ ਹੈ ਕਿ ਇੱਥੇ ਪੂਰੀ ਤਰਕਸ਼ੀਲ ਸੁਸਾਇਟੀ ਬਣੀ ਹੋਈ ਹੈ, ਜਿਹਦੇ ਅਵਤਾਰ ਬਾਈ ਜੀ ਅਤੇ ਸਾਡੇ ਮੈਡਮ ਪਰਮਿੰਦਰ ਸਵੈਚ ਜੀ ਦੋਨੇ ਉਹਦੇ ਆਗੂ ਨੇ, ਉਹ ਕਰ ਰਹੇ ਆ। ਅਤੇ ਇਸ ਤੋਂ ਅੱਗੇ ਵੀ ਮੈਂ ਦੱਸ ਦਿਆਂ ਕਿ ਅਗਰ ਅੱਜ ਕਿਸੇ ਦੀ ਫੋਨ ਕਾਲ ਅਟੈਂਡ ਨਹੀਂ ਹੁੰਦੀ ਜਾਂ ਅੱਜ ਸੁਣਨ ਤੋਂ ਰਹਿ ਜਾਂਦਾ, ਅਤੇ 26 ਜੂਨ ਨੂੰ 2 ਵਜੇ ਤੋਂ ਲੈ ਕੇ 5 ਵਜੇ ਤੱਕ ਪੰਜਾਬ ਭਵਨ ਸੁੱਖੀ ਬਾਠ ਮੋਟਰ ਦੇ ਨਾਲ ਆਪਾਂ ਲਾਈਵ ਸੈਮੀਨਾਰ ਕਰਾਂਗੇ। ਅਤੇ ਕੋਈ ਵੀ ਜਿਹੜਾ ਸਰੋਤਾ ਹੈਗਾ ਉਹ ਉੱਥੇ ਆ ਕੇ ਆਪਣੇ ਪੰਜਾਬ ਭਵਨ 26 ਜੂਨ ਐਤਵਾਰ ਅਤੇ ਆਪਣਾ 2 ਵਜੇ ਤੋਂ 5 ਵਜੇ ਤੱਕ ਸੁੱਖੀ ਬਾਠ ਮੋਟਰ ਦੇ ਨਾਲ ਆ। ਸ਼ਾਇਦ ਮੈਂ ਦੇਖੀ ਨਹੀਂ, ਪਰ ਜੋ ਪ੍ਰਿੰਟ ਹੋਇਆ ਐਡਰੈਸ ਆ, ਉੱਥੇ ਆ ਕੇ ਤੁਸੀਂ ਸਾਡੇ ਨਾਲ ਲਾਈਵ ਗੱਲਾਂ ਕਰ ਸਕਦੇ ਹੋ ਮੇਰੇ ਨਾਲ। ਉਸ ਦਿਨ ਹੋਰ ਖੁਸ਼ੀ ਦੀ ਗੱਲ ਇਹ ਹੈ ਕਿ ਮਾਸਟਰ ਸੁਰਜੀਤ ਦੌਧਰ ਜੀ ਪੰਜਾਬ ਤੋਂ ਆਏ ਹੋਏ ਨੇ, ਉਹ ਵੀ ਆਏ ਹੋਏ ਨੇ। ਉਹਨਾਂ ਨੇ ਅਕੈਡਮਿਕ ਸਟੱਡੀ ਕੀਤੀ ਹੈ ਪੂਰੀ ਜੋਤਿਸ਼ ਦੀ, ਵਾਸਤੂ ਸ਼ਾਸਤਰ ਦੀ। ਕਿਸੇ ਤਰ੍ਹਾਂ ਦਾ ਕੋਈ ਵੀ ਸਵਾਲ ਸਮਾਧਾਨ ਹੋਊਗਾ ਉਹ ਵੀ ਸੋਲਵ ਕਰਨਗੇ। ਉਹਨਾਂ ਨੇ ਮੈਨੂੰ 5-6 ਮਹੀਨੇ ਹੋ ਗਏ ਉਹਨਾਂ ਨੂੰ ਇੱਥੇ ਆਇਆ ਨੂੰ, ਉਹਨਾਂ ਨੇ ਪੂਰੇ ਕੈਨੇਡਾ ਦੇ ਉਹ ਸ਼ੁੱਕਰਵਾਰ ਨੂੰ ਆ ਰਹੇ ਨੇ ਮੇਰੇ ਨਾਲ। ਜੀ ਵੈਰੀ ਗੁੱਡ ਸ਼ੁੱਕਰਵਾਰ ਉਹ ਆਪ ਹੀ ਐਕਸਪਲੇਨ ਕਰ ਦੇਣਗੇ। ਬਿਲਕੁਲ, ਸ਼ੁੱਕਰਵਾਰ ਨੂੰ ਇਸ ਪ੍ਰੋਗਰਾਮ ਦੇ ਵਿੱਚ ਆਉਣਗੇ। ਆਪਾਂ ਉਹਨਾਂ ਕੋਲੋਂ ਵਾਸਤੂ ਦੀ ਜਿਹੜੀ ਖਾਸ ਕਰਕੇ ਇਹਦੇ ਬਾਰੇ ਜ਼ਰੂਰ ਜ਼ਿਕਰ ਕਰਾਂਗੇ। ਉਹ ਵੀ ਲਾਈਵ ਹੋਣਗੇ ਉਸ ਦਿਨ, ਜੋਤਿਸ਼ ਬਾਰੇ ਵੀ। ਠੀਕ ਹੈ, ਸਾਡੇ ਕੁਝ ਸੁਣਨ ਵਾਲਿਆਂ ਨੂੰ ਆਪਾਂ ਸੁਣ ਲਈਏ। ਯੂਕੇ ਤੋਂ ਇੱਕ ਕਾਲ ਹੈਗੀ ਆ, ਸਚਦੇਵ ਵਿਰਦੀ ਜੀ, ਸੁਣਦੇ ਆ ਕੀ ਕਹਿੰਦੇ ਆ। ਦੇਖੋ, ਮੇਰੇ ਕੋਲ ਸਾਰੇ ਸੁਣਨ ਵਾਲਿਆਂ ਨੂੰ ਦੱਸਦੇ ਆ ਕਿ ਸਮਾਂ ਇਸ ਵੇਲੇ ਬਹੁਤ ਥੋੜ੍ਹਾ ਬਚਿਆ, ਸੋ ਬੀ ਵੈਰੀ ਸਪੈਸੀਫਿਕ ਪਲੀਜ਼। ਹਾਂ, ਨਵਜੋਤ ਢਿੱਲੋਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਰਜਿੰਦਰ ਭਦੌੜ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਲੋਕਾਂ ਨੂੰ ਮਤਲਬ 21ਵੀਂ ਸਦੀ ਦੇ ਹਾਣ ਦੇ ਬਣਾਉਣ ਦੀ ਗੱਲ ਕਰ ਰਹੇ ਨੇ, ਜਿਹੜਾ ਕਿ ਅਸੀਂ ਭੁਗਤਾਨ ਕਰ ਰਹੇ ਹਾਂ ਆਪਣੇ ਮੁਲਕਾਂ ਵਿੱਚ ਵੀ। ਇਹ ਜਿਹੜੀ ਦੌੜ ਭੱਜ ਬਾਹਰ ਦੌੜ ਕਰਨ ਦੀ ਇਸੇ ਕਰਕੇ ਹੀ ਆ ਕਿ ਅਸੀਂ ਸਮੇਂ ਦੇ ਹਾਣ ਦੇ ਨਹੀਂ ਹੋਏ, ਤੇ ਅਸੀਂ ਜਿਹੜੇ ਸਾਧਨਾਂ ਨੂੰ ਸਮਝ ਨੂੰ ਚੰਗੀ ਤਰ੍ਹਾਂ ਵਰਤਣ ਦੇ ਹਾਲੇ ਉਸ ਤਰ੍ਹਾਂ ਨਹੀਂ ਅਸੀਂ ਫਿੱਟ ਹੋਏ ਹੈਗੇ। ਤੇ ਜੇ ਮੈਂ ਮਤਲਬ ਇਹਨਾਂ ਦੀ ਗੱਲ ਦੀ ਜਿਹੜੀ ਹੋਰ ਉਹਦੇ ਵਿੱਚ ਵਾਧਾ ਕਰਦੇ ਹੋਏ ਆਪਾਂ ਇਹ ਗੱਲ ਕਰੀਏ ਕਿ ਮਤਲਬ ਜਿਹੜਾ ਇਬਰਾਹਿਮ ਕਪੂਰ, ਡਾਕਟਰ ਇਬਰਾਹਿਮ ਕਪੂਰ ਪਹਿਲੇ ਸਾਈਕੈਟਰਿਸਟ ਹੋਏ ਨੇ ਵਰਲਡ ਦੇ, ਜਿਨ੍ਹਾਂ ਨੇ ਸਾਨੂੰ ਇਹ ਦੱਸਿਆ ਕਿ ਆਪਣਾ ਦਿਮਾਗ ਕਿਵੇਂ ਫੰਕਸ਼ਨ ਕਰਦਾ ਹੈ। ਉਹ ਕਹਿ ਰਹੇ ਕਿ 2 ਹੀ ਕੰਡੀਸ਼ਨਾਂ ਹੈ, ਕਿ ਇੱਕ ਤਾਂ ਇਹ ਕਿ ਜੇ ਕੋਈ ਬੰਦਾ ਕਲੇਮ ਕਰਦਾ ਕਿ ਮੈਨੂੰ ਮਤਲਬ ਮੇਰੇ ਕੋਲ ਤਾਕਤ ਹੈ, ਪੈਰਾਨੋਰਮਲ ਪਾਵਰਸ ਹੈ, ਡਿਵਾਈਨ ਪਾਵਰਸ ਹੈ, ਤੇ ਉਹ ਮਤਲਬ ਸਾਨੂੰ ਉਹ ਦੇਖਣਾ ਪਏਗਾ ਵੀ ਉਹ ਕਹਿ ਰਿਹਾ ਕਿ ਪਹਿਲੀ ਪੋਜੀਸ਼ਨ ਵਿੱਚ ਇਹ ਲੱਗਦਾ ਕਿ ਉਹ ਮਤਲਬ ਉਹਦਾ ਇੰਬੈਲੈਂਸ ਹੋ ਗਿਆ ਹੈ ਬ੍ਰੇਨ ਦੇ ਵਿੱਚ ਜਿਹੜਾ ਕੈਮੀਕਲ ਹੈ। ਤੇ ਜੇ ਉਹ ਗੱਲ ਨਹੀਂ ਹੈ, ਜੇ ਇੰਬੈਲੈਂਸ ਨਹੀਂ ਹੋਇਆ, ਤਾਂ ਜਿਹੜੀ ਸੈਕੰਡ ਕੰਡੀਸ਼ਨ ਹੈ ਉਹ ਮਤਲਬ ਜਿਹੜਾ ਬੰਦਾ ਹੈ ਉਹ ਝੂਠ ਬੋਲਦਾ ਹੈ। ਮਤਲਬ ਕਹਿਣ ਦਾ ਇਹ ਦੋਨੇ ਤਰ੍ਹਾਂ ਸਾਡਾ ਦਿਮਾਗ, 2 ਹੀ ਕੰਡੀਸ਼ਨਸ ਆ ਜਿਹਦੇ ਵਿੱਚ ਦਿਮਾਗ ਕੰਮ ਕਰਦਾ ਹੈ। ਜਾਂ ਤੇ ਕੈਮੀਕਲ ਇੰਬੈਲੈਂਸ ਹੋ ਗਿਆ ਹੈ ਤੇ ਉਹ ਕਹਿੰਦਾ ਮੈਨੂੰ ਆਹ ਦੀਦਾ ਉਹ ਦੀਦਾ, ਤੇ ਦੂਸਰਾ ਇਹ ਆ ਕਿ ਜੇ ਉਹ ਨੋਰਮਲ ਹੈ ਤੇ ਫਿਰ ਉਹ ਲਾਇਰ ਹੈ। This is how it is working. ਜੀ ਮਿਸਟਰ ਵਿਰਦੀ, ਜਿੱਦਾਂ ਹਾਂਜੀ ਮੇਰੇ ਕੋਲ ਸਮਾਂ ਥੋੜਾ, ਪਲੀਜ਼ ਗੱਲ ਥੋੜੀ ਛੋਟੀ ਰੱਖਣੀ ਪਊਗੀ। ਮੈਨੂੰ ਪਤਾ ਕਿ ਤੁਸੀਂ ਯੂਕੇ ਤੋਂ ਕਾਲ ਕਰ ਰਹੇ ਹੋ। ਹਾਂਜੀ, ਕਹਿਣਾ ਚਾਹੂੰਗਾ ਕਿ ਜਿਹੜੀਆਂ ਇਹ ਸੁਪਰਸਟੀਸ਼ਨਸ ਤੋਂ ਸਾਨੂੰ ਉੱਪਰ ਉੱਠਣਾ ਚਾਹੀਦਾ। ਜੇ ਵਧੀਆ ਸਮਾਜ ਬਣਾਉਣਾ ਹੈ ਤੇ ਸਾਨੂੰ ਸਮੇਂ ਦੇ ਹਾਣ ਦੇ ਹੋਣਾ ਪਏਗਾ। ਤੇ ਜਿਵੇਂ ਉਹ ਰੋਬਰਟ ਇੰਗਰਸਲ ਇਹ ਕਹਿੰਦਾ ਹੈ ਕਿ ਜਿਹੜਾ ਸੁਪਰਸਟੀਸ਼ਨ ਇਜ਼ ਅ ਚਾਈਲਡ ਆਫ ਇਗਨੋਰੈਂਸ ਐਂਡ ਮਦਰ ਆਫ ਮਿਜ਼ਰੀ, we still are going through that process. We have to come out of that phase. So I think this is my sharing feeling to every person that we should be a contemporary thinker to make this world better place to live. ਸਚਦੇਵ ਵਿਰਦੀ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਲਈ। ਥੈਂਕ ਯੂ ਸੋ ਮਚ। ਇੰਦਰਪਾਲ ਬਦੇਸ਼ਾ ਜੀ। ਹਾਂਜੀ ਭੈਣ ਜੀ, ਮੈਨੂੰ ਭੂਤਾਂ ਪ੍ਰੇਤਾਂ ਤੇ ਵਿਸ਼ਵਾਸ ਹੈ ਨਹੀਂ ਗਾ ਜੀ। ਮੈਂ ਜਿੰਦਾ ਜ਼ਿਆਦਾ ਸਬੂਤ ਆ ਜੀ। ਮੈਂ 50 ਸਾਲਾਂ ਦਾ ਆਇਆ ਜਿੱਦਾਂ ਨਾ ਜੀ। ਮੈਂ ਜਦੋਂ 8-9 ਸਾਲ ਦਾ ਸੀਗਾ ਜੀ, ਤੇ ਅਸੀਂ ਚੰਡੀਗੜ੍ਹ ਰਹਿੰਦੇ ਸੀ ਜਿੱਦਾਂ ਨਾ ਜੀ, ਤੇ ਮੈਂ ਬਿਮਾਰ ਸੀਗਾ। ਮੈਂ ਅੱਗੇ ਵੀ ਇੱਕ ਦਿਨ ਰੇਡੀਓ ਤੇ ਬੋਲਿਆ ਸੀਗਾ ਇਹ ਚੀਜ਼ ਤੇ, ਹੈ ਨਾ। ਮੈਂ ਆਪਣੀ ਬੋਡੀ ਚੋਂ ਮੇਰੀ ਬਾਹਰ ਨਿਕਲਿਆ। 8-9 ਸਾਲ ਦਾ ਕੀ ਨਿਆਣਾ ਹੁੰਦਾ, ਮੈਂ ਆਪਣੀ ਬੋਡੀ ਚੋਂ ਬਾਹਰ ਨਿਕਲਿਆ ਤੇ ਉੱਪਰੋਂ ਮੈਂ ਦੇਖਿਆ ਆਪਣਾ, ਮੈਂ ਆਪਣੇ ਡੈਡੀ ਦੇ ਨਾਲ ਪਿਆ ਹਾਂ, ਇੱਧਰ ਮੇਰੀ ਭੈਣ ਪਈ ਆ,
ਤੇ ਇੱਧਰ ਮੇਰੇ ਮੰਮੀ ਪਏ ਹੋਏ ਆ, ਠੀਕ ਹੈ ਜੀ। 8-9 ਸਾਲ ਦਾ ਨਿਆਣਾ ਦੇਖ ਲਓ ਕਿੱਡਾ ਕੁ ਹੁੰਦਾ। ਮੈਨੂੰ 9-10 ਫੁੱਟ ਸਾਡੇ ਆਸੇ-ਪਾਸੇ ਚਾਰ ਦੀਵਾਰੀ ਸੀ ਕੰਧ ਦੀ, ਹੈ ਨਾ ਜੀ, ਕੰਧ ਤੋਂ ਪਰਾਂ, ਠੀਕ ਹੈ ਜੀ। ਮੈਨੂੰ ਲਾਈਟਾਂ ਦਿਖ ਰਹੀਆਂ ਸੀ ਸਾਰੀਆਂ, ਅਸੀਂ ਚੰਡੀਗੜ੍ਹ ਰਹਿੰਦੇ ਸੀ, ਠੀਕ ਹੈ ਜੀ। ਮੈਨੂੰ ਸਾਰਾ ਕੁਝ ਦਿਖ ਰਿਹਾ ਸੀ। ਮੈਨੂੰ ਅੱਜ ਤੱਕ ਉਹ ਵਾਕਾਂ ਯਾਦ ਹੈ ਜੀ। ਅਗਲੇ ਦਿਨ ਮੈਂ ਬਿਮਾਰ ਫੇਰ ਹੋ ਗਿਆ ਜੀ, ਤੇ ਮੇਰੀ ਅੱਖਾਂ ਦੀ ਰੌਸ਼ਨੀ ਚਲ ਗਈ, ਠੀਕ ਹੈ ਜੀ। ਤੇ ਮੈਂ ਰੋਟੀ ਖਾ ਰਿਹਾ ਸੀ, ਮੈਂ ਕਿਹਾ ਮੰਮੀ ਨੂੰ ਦਿਖਣਾ ਬੰਦ ਹੋ ਗਿਆ, ਮੈਨੂੰ ਦਿਖਣਾ ਬੰਦ ਹੋ ਗਿਆ, ਨਾ ਜੀ। ਤੇ ਉਹ ਦੋ ਚੀਜ਼ਾਂ ਯਾਦ ਆਈ ਮੈਨੂੰ। ਤੇ ਮੇਰੇ ਡੈਡੀ ਨੇ ਇੱਕਦਮ ਮੈਨੂੰ ਚੁੱਕ ਕੇ ਆਪਣਾ ਨਾ ਜਿਹੜਾ ਆਪਣਾ ਬਲਬ ਲੱਗਾ ਹੁੰਦਾ ਜੀ, ਬਲਬ ਦੇ ਨਾਲ ਕਰਤਾ ਜੀ, ਤੇ ਮੇਰੀ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ। ਅਗਲੇ ਦਿਨ ਮੈਨੂੰ ਏਦਾਂ ਹੋਇਆ, ਠੀਕ ਹੈ ਜੀ। ਹਾਂਜੀ, ਮੈਨੂੰ ਇਹ ਨਹੀਂ ਪਤਾ ਵੀ ਮੈਂ 17 ਸਾਲ 'ਚ ਕੀ ਕਰਦਾ ਸੀ, ਪਰ ਉਹ ਵਾਕਿਆ ਮੈਨੂੰ ਬਿਲਕੁਲ ਜਿੱਦਾਂ ਫਿਲਮ ਹੁੰਦੀ ਹੈ, ਮੈਨੂੰ ਬਿਲਕੁਲ ਓਦਾਂ ਯਾਦ ਆ ਜੀ। ਤੇ ਸਮਥਿੰਗ ਤਾਂ ਹੈਗਾ ਹੀ ਹੈ ਜੀ ਇੱਦਾਂ, ਹੈ ਨਾ। ਜੇ ਨਾ ਹੋਏ ਤਾਂ ਫਿਰ ਤਾਂ ਆਪਣੇ ਔਰਗਨ ਤਾਂ ਸਾਰਿਆਂ ਦਾ ਇੱਕੋ ਜਿਹੀ ਹੈ ਨਾ, ਤੇ ਬਿਹੇਵ ਵੀ ਆਪਾਂ ਸਾਰੇ ਇੱਕੋ ਜਿਹੇ ਕਰੀਏ ਨਾ, ਕੁਛ ਤਾਂ ਹੈਗਾ। ਪਰ ਉਹ ਮੈਨੂੰ ਅੱਜ ਤੱਕ ਵਾਕਿਆ ਯਾਦ ਹੈ ਜੀ, ਮੇਰੇ ਨਾਲ ਪਰਸਨਲ ਵਰਤੀ ਹੋਈ ਗੱਲ ਹੈ ਜੀ। ਸ਼ੁਕਰੀਆ ਤੁਹਾਡਾ ਜੀ। ਹਾਂਜੀ, ਹਾਂ, ਮੈਂ ਇੰਨਾ ਕੀ ਕਹਿਣਾ ਚਾਹੂੰਗਾ ਕਿ ਇਹਨਾਂ ਨੇ ਜਿਹੜੀ ਗੱਲ ਕੀਤੀ ਹੈ ਇਹ ਬਹੁਤ ਵਾਰ ਰਿਪੀਟ ਹੋ ਜਾਂਦੀ। ਮੈਂ ਇੱਥੇ ਬੈਠਾ ਇਸ ਵੇਲੇ ਵੀ ਮੈਂ ਪੰਜਾਬ ਦੇ ਬਰਨਾਲਾ ਡਿਸਟ੍ਰਿਕਟ ਭਦੌੜ ਪਿੰਡ 'ਚ ਮੈਂ ਆਪਣੇ ਘਰ ਨੂੰ ਬਹੁਤ ਚੰਗੀ ਤਰ੍ਹਾਂ ਦੇਖ ਰਿਹਾ ਕੌਣ ਕੌਣ ਕਿੱਥੇ ਕਿੱਥੇ ਫਿਰ ਰਿਹਾ। ਸਾਡਾ ਮਨ ਹੈ ਨਾ ਜਿਹੜਾ ਸੁਪਨਮਈ ਹਾਲਤ ਹੈਗੀ ਆ, ਉਹ ਬਿਮਾਰੀ ਦੇ ਵਿੱਚ ਖਾਸ ਕਰਕੇ, ਜਿਵੇਂ ਉਹ ਦੱਸ ਰਿਹਾ ਕਿ ਉਹ ਬਿਮਾਰ ਸੀਗਾ, ਕੋਈ ਵੀ ਇਸ ਤਰ੍ਹਾਂ ਦੀ ਲੱਗੀ ਹੈ ਕਿ ਉਹ ਉਹਨਾਂ ਦਾ ਅਨੁਭਵ ਹੈ। ਜੇ ਕੋਈ ਉਹ ਕਹਿਣ ਕਿ ਜੇ ਮੰਨ ਲਓ ਉਸ ਵੇਲੇ, ਹੁਣ ਕਿਉਂਕਿ ਟਾਈਮ ਬਚਪਨ ਦੀ ਸੀ, ਜੋ ਕਹਿਣ ਵੀ ਇਸ ਵੇਲੇ ਆਹ ਚੀਜ਼ ਇੱਥੇ ਸੀ, ਹੁਣ ਤਾਂ ਆਪਾਂ ਦੇਖ ਸਕਦੇ ਹਾਂ ਵੀ ਕਿਸੇ ਕੈਮਰੇ ਤੋਂ ਰਿਕਾਰਡ ਕਰ ਦੇਖ ਸਕਦੇ ਹਾਂ ਵੀ ਜਿੰਨੇ ਵਜੇ ਦੀ ਇਹ ਗੱਲ ਕਹਿ ਰਹੇ ਆ ਵੀ ਉਨੇ ਵਜੇ ਕੀ ਇਸ ਗੇਟ ਅੱਗੋਂ ਦੀ ਜੇ ਕੋਈ ਚੀਜ਼ ਗੁਜ਼ਰੀ, ਬਲਬ ਜਗ ਰਹੇ ਸੀ। ਸੋ ਕਹਿਣ ਦਾ ਮਤਲਬ ਅਜਿਹੀਆਂ ਗੱਲਾਂ ਵਾਪਰਨੀਆਂ, ਆਪਾਂ ਕਹਿ ਸਕਦੇ ਹਾਂ ਕਿ ਇੰਡੀਵਿਜੂਅਲ ਅਨੁਭਵ ਹੋਣੇ, ਸੁਪਨਮਈ ਅਨੁਭਵ ਹੋਣੇ ਸੰਭਵ ਹੈ। ਬਿਲ ਉਪਲ ਜੀ, ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਗੈਸਟ ਵੀ ਸਤਿ ਸ਼੍ਰੀ ਅਕਾਲ ਜੀ। ਜਿਹੜੀ ਤੁਸੀਂ ਗੱਲ ਕਰ ਰਹੇ ਨਾ ਦਬਾਅ ਦੀ, ਇਹ ਸਾਡੀ ਫੈਮਿਲੀ ਦੇ ਵਿੱਚ, ਜਿਸ ਦੇ ਵਿੱਚ ਮੇਰੇ ਮਾਤਾ ਨੂੰ ਆਉਂਦਾ ਹੁੰਦਾ ਸੀ, ਮੈਨੂੰ ਵੀ ਆਉਂਦਾ, ਤੇ ਹੋਰ ਵੀ ਆਪਣੇ ਮੇਰੇ ਸਿਸਟਰ ਨੂੰ ਵੀ ਆਉਂਦਾ। ਸੋ ਮੈਂ ਇਹਦੇ 'ਚ ਪੜਚੋਲ ਕੀਤੀ, ਮੈਂ ਕਿਹਾ ਵੀ ਹੈ ਕੀ, ਕਿਉਂਕਿ ਤੁਸੀਂ ਤਕਰੀਬਨ ਤੁਹਾਨੂੰ ਪਤਾ ਹੁੰਦਾ ਆਲੇ ਦੁਆਲੇ ਕੌਣ ਫਿਰਦਾ, ਵੀ ਕਿਉਂ ਜਗਾ ਕਿਉਂ ਨਹੀਂ ਰਹੇਗੇ। ਇਟਸ ਕਾਲਡ ਸਲੀਪਿੰਗ ਪੈਰਾਲਿਸਿਸ। ਇਹ ਤੁਸੀਂ ਸਲੀਪਿੰਗ ਪੈਰਾਲਿਸਿਸ ਗੂਗਲ ਕਰਕੇ ਦੇਖਿਓ, ਤੇ ਬਹੁਤ ਲੋਕਾਂ ਨੂੰ ਹੁੰਦਾ। ਇਹ ਕੋਈ ਦਬਾਅ ਦਬੂ ਨਹੀਂ ਹੈ, ਇਹ ਇਟਸ ਜਸਟ ਕੋਈ ਸਿਚੁਏਸ਼ਨ ਹੀ ਹੈ ਜਿਹਦਾ ਤੋਂ ਤਕਰੀਬਨ ਉੱਠ ਹੀ ਖੜਦਾ। ਜੇ ਕੋਈ ਨਾਲ ਦਾ ਜਗਾ ਦੇਵੇ, ਤੁਸੀਂ ਜਿਵੇਂ ਆਈ ਮੇਕ ਸਮ ਸਾਊਂਡ, ਮਾਈ ਵਾਈਫ ਵੇਕਸ ਮੀ ਅਪ, ਔਰ ਜਾਂ ਕੋਈ ਹੋਰ ਘਰ 'ਚ ਹੋਵੇ ਤਾਂ ਉਹ ਜਗਾ ਦਿੰਦੇ ਆ। ਦੈਟਸ ਆਲ, ਪਰ ਇਟਸ ਸੋ ਰੀਅਲ, ਯੂ ਨੋ। ਇਟਸ ਜਿਹੜੀ ਇਹਨਾਂ ਨੇ ਇੱਕ ਧਰਮ ਬਾਰੇ ਗੱਲ ਕੀਤੀ ਸੀਗੀ, ਉਹ ਇਹਨਾਂ ਨਾਲ 100% ਸਹਿਮਤ ਹਾਂ। ਧਰਮ ਜਿਹੜਾ ਇੱਕ ਇਹ ਲਫ਼ਜ਼ ਹੈ ਸੰਸਕ੍ਰਿਤ ਦਾ, ਇਹਦਾ ਮਤਲਬ ਆ ਤੁਹਾਡੇ ਫਰਜ਼ ਅਦਾ ਕਰਨੇ ਨੂੰ ਧਰਮ ਹੈ। ਨਾ ਤਾਂ ਕਿਸੇ ਗੁਰੂ ਨੇ ਧਰਮ ਚਲਾਇਆ, ਇਹ ਅਸੀਂ ਆਪ ਹੀ ਚਲਾਏ ਹੋਏ ਆ। ਇਹ ਤਾਂ ਸੁਸਾਇਟੀ ਨੂੰ ਇੱਕ ਸੇਧ ਦੇਣ ਵਾਸਤੇ ਵਧੀਆ ਗੱਲਾਂ ਦੱਸੀਆਂ ਸੀਗੀਆਂ, ਤੇ ਉਹਨਾਂ ਨੂੰ ਅਸੀਂ ਰਲਾ ਕੇ ਧਰਮ ਬਣਾ ਕੇ ਤੇ ਪੈਸੇ ਇਕੱਠੇ ਕਰਨੇ ਸ਼ੁਰੂ ਕਰਤੇ ਆ। ਹੋਰ ਕੋਈ ਕਦਮ ਨਹੀਂ, ਕਿਉਂਕਿ ਗੁਰਬਾਣੀ ਦੇ ਵਿੱਚ ਵੀ ਗਿਆ ਸਭ ਤੋਂ ਵਧੀਆ ਧਰਮ ਹੈ ਨਿਰਮਲ ਕਰਮ, ਤੇ ਨਾ ਮੈਂ ਹਿੰਦੂ ਨਾ ਮੁਸਲਮਾਨ। ਉਹਨਾਂ ਨੇ ਉਦੋਂ ਕਹਿ ਦੇਣਾ ਸੀ ਮੈਂ ਸਿੱਖ, ਰਾਈਟ ਜੀ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਕਾਲਸ ਦਾ ਸਮਾਂ ਮੇਰੇ ਕੋਲ ਹੋਰ ਨਹੀਂ ਬਚਿਆ। ਇੱਕ ਕਾਲ, ਜਗਜੀਤ ਬਾਸੀ ਜੀ, ਬਰੀਫ ਦੇ ਵਿੱਚ। ਹਾਂਜੀ, ਮੈਂ ਨਹੀਂ ਬਹੁਤਾ ਨਹੀਂ ਸਮਾਂ ਲੈਣਾ ਜੀ। ਹਾਂਜੀ, ਤੁਸੀਂ ਜਿੰਨੀ ਵਾਰੀ ਵੀ ਵਿਚਾਲੇ ਆਂਦਾ, ਪਹਿਲੀ ਗੱਲ ਤਾਂ ਅੱਜ ਦੇ ਗੈਸਟ ਦਾ ਥੈਂਕ ਯੂ, ਜਿਨ੍ਹਾਂ ਨੇ ਕਾਫੀ ਆਪਣੇ ਵੱਲੋਂ ਲੋਕਾਂ ਦੀਆਂ ਅੱਖਾਂ ਖੋਲਣ ਦੀ ਕੋਸ਼ਿਸ਼ ਕੀਤੀ ਹੈ ਜੀ। ਕਿਸੇ ਦੀਆਂ ਨਹੀਂ ਖੋਲ੍ਹਦੀਆਂ, ਫਿਰ ਵੀ ਇਹਦੇ ਵਿੱਚ ਇਹਨਾਂ ਦਾ ਕੋਈ ਕਸੂਰ ਨੀਗਾ। ਇਹਨਾਂ ਦਾ ਦੇਖੋ ਕਿੰਨਾ ਵਧੀਆ, ਮੈਂ ਇਹਨਾਂ ਦਾ ਕਾਫੀ ਵਾਰੀ ਰਿਹਾ, ਇਹ ਕਿੰਨੀ ਵਧੀਆ ਐਗਜ਼ਾਮਪਲ ਇਹਨਾਂ ਦੀ ਹੈਗੀ ਆ। ਇਹ $500 5 ਲੱਖ ਰੁਪਈਆ ਇੰਡੀਆ ਦਾ 84 ਤੋਂ ਦੇ ਰਹੇ ਆ ਲੋਕਾਂ ਨੂੰ, ਵੀ ਆ ਕੇ ਸਿੱਧ ਕਰ ਦਵੋ। ਕਿੰਨਾ ਸੌਖਾ 5 ਲੱਖ ਬਣਾਉਣਾ। ਹੁਣ ਐਵੇਂ ਇੱਥੇ ਕਹਾਣੀਆਂ ਬਣਾ ਕੇ ਦੱਸੀ ਜਾਣੀਆਂ ਕਿਸੇ ਤਰ੍ਹਾਂ ਦੀਆਂ, ਇੱਦਾਂ ਦੀਆਂ। ਇਟਸ ਸਿਕਨੈਸ। ਹੁਣ ਜੇ ਸਿਕਨੈਸ ਤੇ ਉਹਦੇ ਇਲਾਜ ਦੀ ਲੋੜ ਆ। ਇਹ ਵੀ ਇਹ ਕਹਿੰਦੇ ਆ ਥੋੜ੍ਹਾ ਗੱਲ ਆ, ਭੂਤ ਆ ਗਿਆ, ਫਲਾਨਾ ਆ ਗਿਆ। ਆਮ ਨੋਟ ਐਗਰੀ। ਥੈਂਕ ਯੂ ਇਹਨਾਂ ਦਾ ਬਹੁਤ। ਥੈਂਕ ਯੂ। ਲਾਸਟ ਕਾਲਰ ਸੁਖਦੀਪ ਮੰਡੇਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੁਖਦੀਪ ਜੀ। ਹਾਂਜੀ, ਮੈਂ ਤਾਂ ਸਿਰਫ ਇੱਕ ਆਪਣਾ ਡਾਊਟ ਕਲੀਅਰ ਕਰਨਾ ਸੀਗਾ ਰਜਿੰਦਰ ਵੀਰ ਜੀ ਤੋਂ। ਮੈਂ ਸੰਗਰੂਰ ਤੋਂ ਬੋਲ ਰਹੀ ਹਾਂ, ਇਹਨਾਂ ਦੇ ਨਾਲ ਹੀ ਹੈ ਸਾਡਾ। ਮੈਂ ਇਹਨਾਂ ਨੂੰ ਇਹ ਪੁੱਛਣਾ ਸੀ ਵੀ ਮੈਨੂੰ ਜ਼ਿਆਦਾਤਰ ਕੁਛ ਟਾਈਮ ਰੁਕ ਕੇ ਫਿਰ ਮੈਨੂੰ ਇੱਕ ਸੁਪਨਾ ਆਉਂਦਾ ਜਿੱਦਾਂ 에ਅਰ ਕ੍ਰੈਸ਼ ਦਾ। ਬਿਲਕੁਲ ਮੈਨੂੰ ਸਾਹਮਣੇ ਆਪਣੇ ਘਰ ਦੇ ਨੇੜੇ ਸਾਡੇ ਖੇਤ ਨੇ, ਜਿੱਦਾਂ ਉੱਥੇ ਡਿੱਗ ਰਿਹਾ ਕਰ ਰਿਹਾ, ਕੁਛ ਟਾਈਮ ਲਈ ਰੁਕ ਜਾਂਦੇ ਨੇ, ਫਿਰ ਆਉਣੇ ਸ਼ੁਰੂ ਹੋ ਜਾਂਦੇ ਨੇ। ਮੈਨੂੰ ਇਹ ਸਮਝ ਨਹੀਂ ਆਇਆ ਵੀ ਇਹੀ ਪਰਟੀਕੂਲਰ ਸੁਪਨਾ ਹੀ ਕਿਉਂ ਆਉਂਦਾ ਮੈਨੂੰ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਕੀ ਕਹੋਗੇ?
ਬਹੁਤ ਸਾਰੇ ਸੁਪਨੇ ਹੁੰਦੇ, ਪਾਰਟੀਕਲੀ ਕਿਸੇ ਨਾ ਕਿਸੇ ਜੀਵਨ ਨਾਲ ਜੁੜ ਜਾਂਦੇ ਨੇ। ਮੈਨੂੰ ਵੀ ਯਾਦ ਆ, ਮੈਨੂੰ ਵੀ ਜਦੋਂ ਮੈਂ ਛੋਟਾ ਸੀਗਾ 7ਵੀਂ ਤੋਂ ਲੈ ਕੇ ਉਸ ਤੋਂ ਬਾਅਦ ਕਾਫੀ ਲੰਬਾ ਸਮਾਂ, ਜਾਣੀ ਕਹਿ ਲਓ 15-20 ਸਾਲ ਉਸ ਤੋਂ ਬਾਅਦ ਦੇ, ਮੈਨੂੰ ਸੱਪਾਂ ਦੇ ਸੁਪਨੇ ਬਹੁਤ ਆਉਂਦੇ ਸੀ। ਬਹੁਤ ਵਾਰੀ ਮੈਨੂੰ ਸੱਪ ਨੇ ਕੱਟਿਆ, ਬਹੁਤ ਵਾਰੀ ਮੈਂ ਮਰ ਜਾਂਦਾ ਸੀ, ਫਿਰ ਮੈਂ ਉੱਠ ਖੜਦਾ ਸੀ, ਬਹੁਤ ਸੁਪਨੇ ਆਏ। ਉਸ ਤੋਂ ਬਾਅਦ ਪੰਜਾਬ ਦੇ ਅੰਦਰ 10 ਸਾਲ ਅੱਤਵਾਦ ਦਾ ਦੌਰ ਚੱਲਿਆ, ਉਦੋਂ ਮੈਨੂੰ ਸੁਪਨੇ ਆਏ ਕਿ ਮੇਰੇ ਅਕਸਰ ਗੋਲੀ ਵੱਜ ਜਾਂਦੀ ਸੀ ਸੁਪਨੇ ਦੇ ਵਿੱਚ। ਉਹ ਕੋਈ ਨਾ ਕੋਈ ਘਟਨਾ ਇਸ ਤਰ੍ਹਾਂ ਦੀ ਲਾਈਫ ਦੇ ਵਿੱਚ ਪਈ ਹੁੰਦੀ ਹੈ, ਸੁਣੀ ਹੁੰਦੀ ਹੈ ਟ੍ਰੈਜਡੀ, ਜਿਹਨੇ ਸਾਡੇ ਮਨ ਨੂੰ ਬੜੀ ਡੂੰਘੀ ਤਰ੍ਹਾਂ ਟੁੰਬਿਆ ਹੁੰਦਾ। ਉਹ ਘਟਨਾ ਨਾਲ ਰਿਲੇਟਡ ਬਣ ਕੇ ਜਿਹੜਾ ਸੁਪਨਾ ਹੈਗਾ ਉਹ ਸਾਨੂੰ ਕੋਈ ਵੀ ਐਂ ਰੈਗੂਲਰ ਵੀ ਆ ਸਕਦਾ। ਮੈਨੂੰ ਲੱਗਦਾ ਕਿ ਮੈਂ 14 ਜੁਲਾਈ ਨੂੰ 15 ਨੂੰ ਇੰਡੀਆ ਚੱਲ ਜਾਣਾ, ਅਤੇ ਉੱਥੇ ਸਾਡੇ ਇਹਨਾਂ ਦੇ ਸੰਗਰੂਰ ਸਾਡਾ ਅੱਛਾ ਯੂਨਿਟ, ਉੱਥੇ ਮਾਸਟਰ ਪਰਮਵੇਦ ਜੀ ਨੇ। ਅਗਰ ਇਹਨਾਂ ਨੂੰ ਸੰਪਰਕ ਉਹਨਾਂ ਦਾ ਮਿਲ ਜੇ, ਉਹਨਾਂ ਨਾਲ ਵੀ ਤਾਲਮੇਲ ਕਰ ਸਕਦੇ, ਅਤੇ ਨਹੀਂ 15 ਜੁਲਾਈ ਤੋਂ ਬਾਅਦ ਮੇਰੇ ਨਾਲ ਵੀ ਤਾਲਮੇਲ ਕਰ ਸਕਦੇ। ਆਪਣੇ ਕੋਲ ਸਮਾਂ ਆਲਮੋਸਟ ਖਤਮ ਹੋ ਚੁੱਕਾ ਹੈ। ਅਖੀਰ 'ਚ ਕੀ ਕਹਿਣਾ ਚਾਹੁੰਦੇ ਸਾਡੇ ਸੁਣਨ ਵਾਲਿਆਂ ਨੂੰ? ਜੇ ਕੋਈ ਗੱਲ ਜਿਹੜੀ, ਕਿਉਂਕਿ ਟੌਪਿਕ ਇੰਨੇ ਜ਼ਿਆਦਾ ਸੀ ਜਿਹੜੇ ਟੱਚ ਕੀਤੇ ਜਾ ਸਕਦੇ ਸੀ, ਸਟਿਲ ਮੈਂ ਇਹ ਮਹਿਸੂਸ ਕਰਦੀ ਹਾਂ ਕਿ ਇਹ ਗੱਲਬਾਤ ਵੀ ਇਹੋ ਜਿਹੀ ਗੱਲਬਾਤ ਹੈ ਜਿਹੜੀ ਚੱਲਦੀ ਰਹਿਣੀ ਚਾਹੀਦੀ ਹੈ। ਜੀ, ਸਭ ਤੋਂ ਜੋ ਤਰਕਸ਼ੀਲ ਸੁਸਾਇਟੀ ਦਾ ਨਿਸ਼ਾਨਾ ਹੈ, ਮਿਸ਼ਨ ਹੈ ਕਿ ਅਸੀਂ 21ਵੀਂ ਸਦੀ 'ਚ ਵਿਗਿਆਨ ਦੇ ਯੁੱਗ 'ਚ ਰਹਿ ਰਹੇ ਹਾਂ। ਅਸੀਂ 21ਵੀਂ ਸਦੀ ਦੇ ਹਾਣ ਦੇ ਹੋਈਏ। ਸਾਡੇ ਸਮਾਜ ਦੇ ਅੰਦਰ, ਸਾਡੇ ਪਰਿਵਾਰ ਦੇ ਅੰਦਰ ਸਾਨੂੰ ਨਿੱਜੀ ਤੌਰ 'ਤੇ ਜੋ ਵੀ ਸਾਨੂੰ ਸਮੱਸਿਆਵਾਂ ਆ ਰਹੀਆਂ ਨੇਗੀਆਂ, ਕਈ ਵਾਰੀ ਸਾਡੇ ਮਨਾਂ 'ਚ ਇਹ ਗੱਲ ਚਲੀ ਜਾਂਦੀ ਆ ਕਿ ਇਹਦੇ ਲਈ ਸਾਡੇ ਕੋਈ ਪਿਛਲੇ ਜਨਮ ਦੇ ਕਰਮ ਜਾਂ ਕਿਸਮਤ ਜਾਂ ਜੋ ਕੁਝ ਸਾਡੀ ਤਕਦੀਰ ਲਿਖੀ ਆ ਉਹ ਜ਼ਿੰਮੇਵਾਰ ਹੈ। ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਜਿੱਥੇ ਵੀ ਰਹਿੰਦੇ ਹੋ, ਜਿਸ ਵੀ ਦੇਸ਼ 'ਚ ਰਹਿੰਦੇ ਹੋ, ਉਸ ਦੇਸ਼ ਦਾ ਜੋ ਸਮਾਜਿਕ ਪ੍ਰਬੰਧ ਹੈ, ਰਾਜਨੀਤਿਕ ਪ੍ਰਬੰਧ ਹੈ, ਉਹ ਉਸ ਦੇਸ਼ ਦੇ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਦੇ ਲਈ ਜ਼ਿੰਮੇਵਾਰ ਹੁੰਦਾ। ਅਗਰ ਤੁਸੀਂ ਚੰਗੇ ਦੇਸ਼ 'ਚ ਰਹਿੰਦੇ ਹੋ, ਤੁਹਾਡੀ ਕਿਰਤ ਦਾ ਮੁੱਲ ਪੂਰਾ ਮਿਲਦਾ, ਤਾਂ ਤੁਹਾਡੀਆਂ ਜੀਵਨ ਹਾਲਤਾਂ ਵੀ ਵਧੀਆ ਹੋਣਗੀਆਂ। ਅਸੀਂ ਕਹਿਣਾ ਚਾਹਾਂਗੇ ਕਿ ਕਿਸਮਤਵਾਦੀ ਸੋਚ ਆ ਜਿਹੜਾ, ਇਹਨੂੰ ਛੱਡਦੇ ਹੋਏ ਤੁਹਾਡੀਆਂ ਸਮੱਸਿਆਵਾਂ ਦੇ ਜੋ ਅਸਲ ਕਾਰਨ ਆ ਉਹਨਾਂ ਵੱਲ ਨੂੰ ਆਪਾਂ ਆਪਣੀ ਸੋਚ ਸਿੱਧਤ ਕਰੀਏ। ਬਹੁਤ ਬਹੁਤ ਸ਼ੁਕਰੀਆ ਰਜਿੰਦਰ ਭਦੌੜ ਜੀ ਇਹ ਸਾਰੀ ਗੱਲਬਾਤ ਕਰਨ ਦੇ ਲਈ। ਸੋ ਸਾਡੇ ਸੁਣਨ ਵਾਲੇ ਜਿਹੜੇ ਕਾਲਸ ਜਿਨ੍ਹਾਂ ਦੀਆਂ ਮੈਂ ਨਹੀਂ ਲੈ ਸਕੀ, ਉਹ ਜ਼ਰੂਰ ਜਿਹੜਾ ਇਹਨਾਂ ਦਾ ਪ੍ਰੋਗਰਾਮ ਹੋਣ ਜਾ ਰਿਹਾ ਹੈ 26 ਜੂਨ ਨੂੰ ਸੁਖੀਵਾਟ ਮੋਟਰਸ ਦੇ ਨਾਲ, ਤੁਹਾਨੂੰ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਭਵਨ ਹੈ, ਉੱਥੇ 2 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਇਹਨਾਂ ਨੂੰ ਆ ਕੇ ਵੀ ਮਿਲ ਸਕਦੇ ਹੋ, ਇਹਨਾਂ ਨਾਲ ਇੰਟਰੈਕਟ ਵੀ ਕਰ ਸਕਦੇ ਹੋ। ਅਤੇ ਜੇ ਕੋਈ ਗੱਲਬਾਤ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ, ਇਨਫੋਰਮੇਸ਼ਨ ਲੈ ਸਕਦੇ ਹੋ ਪਰਮਿੰਦਰ ਸਵੈਚ ਉਹਨਾਂ ਕੋਲੋਂ 6047604794 604 760 4794 'ਤੇ ਗੱਲ ਕੀਤੀ ਜਾ ਸਕਦੀ ਹੈਗੀ ਆ। ਰਜਿੰਦਰ ਭਦੌੜ ਜੀ, ਅੱਜ ਦੀ ਇਸ ਗੱਲਬਾਤ ਦੇ ਲਈ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਸਾਡੇ ਸੁਣਨ ਵਾਲਿਆਂ ਨੇ ਜੋ ਕੋਈ ਫੀਡਬੈਕ ਦੇਣੀ ਹੋਵੇ ਤਾਂ ਮੈਨੂੰ ਉਹ ਜ਼ਰੂਰ ਈਮੇਲ ਕਰ ਸਕਦੇ ਆ navjot@sherpunjabradio.ca 'ਤੇ।